ਡਾਕਟਰ ਪੰਡਾਲ ਦੀ ਪੁਸਤਕ ਸੂਰਜ ਦੀ ਦਸਤਕ ਦਾ ਲੇਖ ਹੈ ਜ਼ਿੰਦਗੀ ਦੀ ਪੂਰਨਤਾ। ਮਨੁੱਖ ਸਦਾ ਪੂਰਨ, ਕੁਝ ਘਾਟਾਂ ਕੁਝ ਵਿਰਲਾਂ, ਬਾਹਰੀ ਪਕੁੰਨਤਾ ਦੇ ਹੁੰਦਿਆਂ ਵੀ ਬਹੁਤ ਹੀ ਵਾਰੀ ਅੰਦਰਲਾ ਸਖਣਾਪਣ ਝਲਕਦਾ, ਕੁਝ ਖਾਲੀ ਕੁਝ ਅਸਾਵਾਂਪਣ, ਅਪੂਰਨਤਾ ਦਾ ਹਾਣੀ। ਮਨੁੱਖ ਤੇ ਇਹਦਾ ਅਸਰ ਕਈ ਵਾਰ ਇੰਨੀ ਸ਼ਿੱਦਤ ਨਾਲ ਹੁੰਦਾ ਹੈ ਕਿ ਉਹ ਇਹਦੇ ਅਹਿਸਾਸ ਨਾਲ ਲਬਰੇਜ਼ ਹੋ ਜਾਂਦਾ ਹੈ। ਹਰ ਇੱਕ ਦਾ ਖਾਲੀਪਨ ਆਪਣਾ ਆਪਣਾ ਨਿੱਜ ਦਾ ਮਾਮਲਾ। ਜੱਗ ਜ਼ਾਹਰ ਹੋਣ ਤੋਂ ਡਰਦਾ, ਖਾਲੀਪਨ ਦੇ ਆਪਣੇ ਅਰਥ, ਵੱਖੋ ਵੱਖਰੇ ਸਵਾਲ, ਵੱਖੋ ਵੱਖਰੇ ਜਵਾਬ। ਸਖਣਾਪਨ ਇੱਕ ਮਿੱਠਾ ਦਰਦ, ਹੌਲੀ ਹੌਲੀ ਵੱਧ ਰਿਹਾ ਗਮ ਦਾ ਗੋਲਾ, ਮਿੱਠੀ ਮਿੱਠੀ ਪੀੜ, ਨਿੱਕੀ ਨਿੱਕੀ ਚੋਭ, ਸਹਿਜਤਾ ਨਾਲ ਖੁਰਨਾ, ਆਹਿਸਤਾ ਆਹਿਸਤਾ ਆਪਣੇ ਅੰਦਰ ਝਾਕਣਾ, ਅੰਦਰ ਨੂੰ ਪੜ੍ਹਨਾ, ਅੰਦਰ ਚ ਉਤਰਨਾ ਤੇ ਆਪਣੇ ਆਪ ਨੂੰ ਵਿਸਥਾਰਨਾ। ਸਖਣਾਪਨ ਇੱਕ ਸਰਾਪ, ਇੱਕ ਸੰਜੋਗ, ਇੱਕ ਸੰਤਾਪ, ਇੱਕ ਸੰਤੋਖ, ਸੋਜ਼ ਵੀ ਤੇ ਸੋਝ ਵੀ, ਸੱਚ ਵੀ ਤੇ ਸੰਕੀਰਨਤਾ ਵੀ, ਸੁੰਨਤਾ ਵੀ ਤੇ ਸੁਖਨ ਵੀ। ਸਖਣਤਾ ਦੇ ਪਲਾਂ 'ਚ ਮਨੁੱਖ ਕਿਸ ਦੇ ਰੂਬਰੂ ਹੋਵੇ, ਕਿਸ ਨੂੰ ਆਪਣੀ ਵੇਦਨਾ ਸੁਣਾਵੇ ਤੇ ਕਿਹਦੇ ਮੋਢੇ ਸਿਰ ਰੱਖ ਕੇ ਰੋਵੇ। ਇਹ ਸਖਣਤਾ ਅੰਦਰ ਫੈਲਦੀ, ਮਨੁੱਖ ਨੂੰ ਆਪਣੇ ਕਲਾਵੇ 'ਚ ਲੈਂਦੀ, ਹੌਲੀ ਹੌਲੀ ਬਾਹਰਲੇ ਰੂਪ ਵਿੱਚ ਵੀ ਪ੍ਰਗਟ ਹੁੰਦੀ ਤੇ ਫਿਰ ਮਨੁੱਖ ਤਿੜਕਣ ਦੀ ਇੱਕ ਪ੍ਰਕਿਰਿਆ ਦਾ ਕੇਂਦਰ ਬਣ ਜਾਂਦਾ। ਇਸ ਤਿੜਕਣ 'ਚ ਬੜਾ ਕੁਝ ਟੁੱਟਦਾ, ਗਵਾਚਦਾ, ਵਿਗੜਦਾ ਤੇ ਸੰਵਰਦਾ। ਹਰ ਵਿਅਕਤੀ ਦੀ ਜ਼ਿੰਦਗੀ 'ਚ ਕੁਝ ਖਾਲੀ ਥਾਵਾਂ ਰਹਿ ਜਾਂਦੀਆਂ ਜਿਹੜੀਆਂ ਉਹਦੀ ਸੋਚ ਵਿਚਲੀ ਅਸਹਿ ਪੀੜਾ ਦਾ ਸਬੱਬ ਬਣਦੀਆਂ। ਮਨੁੱਖ ਝੂਰਦਾ ਤੇ ਉਹਨਾਂ ਖਾਲੀ ਥਾਵਾਂ ਦੀ ਪੂਰਤੀ ਲਈ ਮਨ ਮੰਦਰ 'ਚ ਅਰਦਾਸ ਕਰਦਾ। ਕਦੇ ਕਦੇ ਜਦ ਇਹ ਖਾਲੀ ਥਾਵਾਂ ਭਰ ਜਾਂਦੀਆਂ ਤਾਂ ਜੀਵਨ ਦੇ ਅਰਥ ਬਦਲ ਜਾਂਦੇ। ਸਮਿਆਂ ਦੇ ਲੜਖੜਾਉਂਦੇ ਕਦਮ ਇੱਕ ਲਰਜ਼ ਦੀ ਤੋਰ ਬਣਦੇ। ਮਨੁੱਖ ਆਪਣੇ ਆਪ ਨੂੰ ਨਵ ਸਿਰਜਣ ਦੀ ਪ੍ਰਕਿਰਿਆ 'ਚ ਸ਼ਾਮਲ ਹੁੰਦਾ ਤੇ ਮਨੁੱਖ ਦਾ ਇੱਕ ਸੰਜੀਵ ਸਰੂਪ ਸਮਿਆਂ ਦਾ ਹਾਸਲ ਬਣਦਾ। ਇਹ ਖਾਲੀ ਥਾਵਾਂ ਸਾਡੇ ਅੰਦਰ ਫੈਲਦੀਆਂ ਤੇ ਸੁੰਗੜਦੀਆਂ, ਕੁਝ ਪ੍ਰਸ਼ਨ ਤੇ ਕੁਝ ਜਵਾਬ ਬਣ ਜਾਂਦੀਆਂ। ਜ਼ਿੰਦਗੀ ਦਾ ਵਰਕਾ ਕਦੇ ਵੀ ਭਰਿਆ ਨਹੀਂ ਹੁੰਦਾ, ਕੁਝ ਗੁੰਮਸ਼ੁਦਾ ਹਰਫ ਤੇ ਖਾਲੀ ਥਾਵਾਂ ਇਹਦਾ ਨਸੀਬ। ਇਹਨਾਂ ਦਾ ਗੂੰਗਾ ਦਰਦ ਵਰਕੇ ਦੀ ਤਰਾਸਦੀ, ਇਹਨਾਂ ਦੀ ਪੂਰਤੀ ਦੀ ਭਾਲ ਮਨੁੱਖ ਲਈ ਭਟਕਣ ਬਣਦੀ ਤੇ ਇਹ ਭਟਕਣ ਚਿੰਤਕਾਂ, ਵਿਦਵਾਨਾਂ, ਫਿਲਾਸਫਰਾਂ, ਲੇਖਕਾਂ, ਵਿਗਿਆਨੀਆਂ ਤੇ ਧਾਰਮਿਕ ਰਹਿਨੁਮਾਵਾਂ ਦੇ ਮੱਥੇ ਦਾ ਚਿਰਾਗ ਬਣ ਕੇ ਕੁੱਲ ਆਲਮ ਨੂੰ ਰੁਸ਼ਨਾਉਂਦੀ। ਕਈ ਵਾਰ ਕਵੀ ਕਵਿਤਾ ਵਿੱਚ ਖਾਲੀ ਥਾਵਾਂ ਛੱਡ ਦਿੰਦਾ ਪਾਠਕਾਂ ਲਈ ਕਿ ਕੁਝ ਪ੍ਰਸ਼ਨ ਪਾਠਕ ਦੇ ਮਨ 'ਚ ਹੋਣਗੇ ਜਿਸ ਨਾਲ ਇਹ ਖਾਲੀ ਥਾਂ ਭਰਨ, ਇਹਨਾਂ ਨੂੰ ਆਪਣੇ ਆਪ ਅਨੁਸਾਰ ਅਨੁਵਾਦਿਤ ਕਰਨ ਤੇ ਆਪਣੀ ਸੁੰਨਤਾ ਨੂੰ ਭਰਨ। ਆਧੁਨਿਕ ਚਿੱਤਰਕਾਰੀ ਖਾਲੀ ਥਾਵਾਂ ਭਰਨ ਦਾ ਨਾਮ। ਆਪਣੇ ਨਜ਼ਰੀਏ ਨਾਲ ਚਿੱਤਰਾਂ ਨੂੰ ਵਾਚੋ, ਆਪਣੀ ਅੱਖ ਨਾਲ ਇਹਦੇ ਬਿੰਬਾਂ ਨੂੰ ਨਿਹਾਰੋ, ਆਪਣੀ ਸੋਚ ਅਨੁਸਾਰ ਇਹਦੇ ਅਰਥਾਂ ਨੂੰ ਆਪਣੇ ਅੰਦਰ ਉਤਾਰੋ। ਆਧੁਨਿਕ ਕਲਾ ਮਨੁੱਖ ਦੀ ਸੋਚ ਦਾ ਵਸੀਹ ਫੈਲਾਅ ਤੇ ਅਸੀਮ ਪਰਤਾਂ ਦਾ ਆਪਣਾ ਇਤਿਹਾਸ। ਅੱਜ ਕੱਲ੍ਹ ਹਰ ਸ਼ਖਸ ਅੰਦਰਲੇ ਸਖਣੇਪਨ ਦਾ ਸ਼ਿਕਾਰ। ਕਿਸੇ ਕੋਲ ਸਮਾਂ ਹੀ ਨਹੀਂ ਆਪਣੇ ਅੰਦਰ ਉਤਰਨ ਦਾ। ਉਹ ਦੂਸਰੇ ਦੇ ਅੰਦਰ ਕਿਸ ਤਰ੍ਹਾਂ ਉਤਰਨਗੇ? ਕਿਸ ਤਰ੍ਹਾਂ ਦੇਖ ਸਕਦੇ ਹਨ ਕਿ ਕਿਸੇ ਵਿਅਕਤੀ ਦੀ ਅੰਦਰਲੀ ਟੁੱਟ ਭੱਜ, ਉਹਦੇ ਅੰਦਰਲੀ ਸੁੰਨਤਾ, ਖਲਾ, ਬਿੰਬਾਂ ਦਾ ਤਿੜਕਿਆ ਰੂਪ ਤੇ ਆਪਸ ਵਿੱਚ ਉਲਝਦਾ ਬਹੁ ਰੂਪ। ਧਾਰਮਿਕ ਰਹਿਨੁਮਾ ਆਪਣੇ ਅੰਦਰ ਝਾਕਣ ਦੀ ਨਸੀਹਤ ਦਿੰਦੇ, ਅੰਦਰਲੇ ਨੂੰ ਸਮਝਣ ਤੇ ਸਮਝਾਉਣ ਦਾ ਵਾਸਤਾ ਪਾਉਂਦੇ, ਆਪਣੇ ਅੰਦਰਲੇ ਤੱਕ ਪਹੁੰਚਣ ਦੀ ਤਾਕੀਦ ਕਰਦੇ ਤਾਂ ਕਿ ਮਨੁੱਖ ਆਪੇ ਦੇ ਰੂਬਰੂ ਹੋ ਆਪਣੇ ਆਪ ਦਾ ਲੇਖਾ ਜੋਖਾ ਕਰੇ, ਆਪ ਹੀ ਇਹਦਾ ਇਵਜ਼ਾਨਾ ਭਰੇ ਤੇ ਕਿਸੇ ਤੇ ਹਿਰਖ ਨਾ ਕਰੇ। ਅਸੀਂ ਧਾਰਮਿਕ ਅਸਥਾਨਾਂ ਦੀ ਭੀੜ ਦਾ ਹਿੱਸਾ ਬਣ ਸਕਦੇ ਹਾਂ, ਡੇਰਿਆਂ ਚੁੰਮੜੇ ਹਜੂਮ ਦਾ ਪੁਰਜਾ ਹੋ ਸਕਦੇ ਹਨ ਜਾਂ ਕਾਲੇ ਹਰਫਾਂ ਦੇ ਕਰਤਾ ਹੋ ਸਕਦੇ ਹਾਂ, ਪਰ ਕਦੇ ਵੀ ਆਪਣੇ ਅੰਦਰਲੇ ਖਾਲੀਪਣ ਦੇ ਰੂਬਰੂ ਨਹੀਂ ਹੁੰਦੇ। ਆਪਣੇ ਅੰਦਰਲੇ ਸਖਣੇਪਨ ਦੀ ਸੋਝੀ ਪਾਉਣ ਵਾਲੇ ਆਪਣਾ ਆਪਾ ਹਰਫਾਂ ਰਾਹੀਂ ਵਕਤ ਦੇ ਵਰਕੇ ਤੇ ਉਤਾਰਦੇ, ਬੁਰਸ਼ ਦੀ ਛੋਹ ਨਾਲ ਕਲਾ ਕਿਰਤੀਆਂ ਨੂੰ ਸਿਰਜਦੇ, ਆਪਣੇ ਹੱਥਾਂ ਦੀ ਕਾਰੀਗਰੀ ਨਾਲ ਬੁੱਤਾਂ ਨੂੰ ਸੰਜੀਵ ਕਰਦੇ, ਲਿਖਤਾਂ ਨਾਲ ਹਰ ਮਸਤਕ 'ਚ ਚਿਰਾਗ ਧਰਦੇ, ਕੁਦਰਤ 'ਚ ਪੈਦਾ ਹੋ ਰਹੇ ਵਿਗਾੜਾਂ ਦੀ ਹਾਂ ਬਣਦੇ, ਟੁੱਟ ਰਹੇ ਮਨੁੱਖ ਦੀ ਦਾਸਤਾਂ ਮਨੁੱਖ ਦੇ ਨਾਮ ਕਰਦੇ। ਮਾਨਸਿਕ, ਧਾਰਮਿਕ, ਸਮਾਜਿਕ ਤੇ ਆਰਥਿਕ ਟੁੱਟ ਭੱਜ ਨਾਲ ਬਿਖਰ ਰਹੇ ਮਨੁੱਖ ਨੂੰ ਜੁੜਨ ਦਾ ਵਾਸਤਾ ਪਾਉਂਦੇ। ਕੁਝ ਖਾਲੀਪਣ ਬਾਹਰਲਾ ਹੁੰਦਾ ਹੈ ਜੋ ਦੁਨੀਆ ਨੂੰ ਦਿਸਦਾ ਹੈ ਤੇ ਇਹਦੀ ਪੂਰਤੀ ਲਈ ਅਸੀਂ ਹਰ ਵਸੀਲਾ ਕਰਦੇ, ਭਾਵੇਂ ਉਹ ਨੌਕਰੀ ਦੀ ਤਲਾਸ਼ ਹੋਵੇ, ਇੱਕ ਘਰ ਜਿਹਦੀਆਂ ਬਰੂਹਾਂ ਨੂੰ ਡੋਲੇ ਪਾਣੀ ਤੇ ਚੋਏ ਤੇਲ ਦਾ ਵਰ ਨਸੀਬ ਹੋਵੇ, ਇੱਕ ਪਰਿਵਾਰਕ ਫੁਲਵਾੜੀ ਜਿਹਦੇ ਰੰਗਾਂ ਤੇ ਮਹਿਕਾਂ 'ਚ ਜੀਵਨ ਤੋਰ ਨਿਸ਼ਿਆਈ ਰਹੇ, ਇਸ ਨਾਲ ਕੁਝ ਖਾਲੀਪਣ ਭਰਦਾ ਹੈ। ਪਰ ਇੱਕ ਖਾਲੀਪਣ ਸਾਡੇ ਅੰਦਰਲਾ ਹੁੰਦਾ ਹੈ ਜਿਹੜਾ ਅੰਦਰ ਦੇ ਟੁੱਟਣ, ਗਵਾਚਣ, ਵਿਛੜਨ ਜਾਂ ਖੁੱਸਣ ਕਾਰਨ ਪੈਦਾ ਹੁੰਦਾ ਹੈ। ਇਹ ਮਨੁੱਖ ਨੂੰ ਅੰਦਰੋਂ ਖੋਰਦਾ ਤੇ ਭੋਰਦਾ ਰਹਿੰਦਾ ਹੈ। ਆਦਮੀ ਇੱਕ ਭਟਕਣ, ਇੱਕ ਵਿਗੋਚੇ ਦਾ ਸ਼ਿਕਾਰ ਹੋ
ਉਹਦੀ ਪੂਰਤੀ ਲਈ ਹੱਥ ਮਾਰਦਾ ਤੇ ਕੁਝ ਨਾ ਮਿਲਣ ਕਾਰਨ ਕਈ ਵਾਰ ਸੱਖਣਤਾ ਦੀ ਜੂਨ ਹੰਡਾਉਂਦਾ ਹੀ ਸਾਹਾਂ ਦੇ ਆਖਰੀ ਸਫ਼ਰ ਤੇ ਤੁਰ ਜਾਂਦਾ। ਇਹ ਖਾਲੀਪਨ ਹੀ ਸੀ ਜੋ ਬਾਬਾ ਨਾਨਕ ਦੇ ਪੈਰਾਂ ਦੀਆਂ ਉਦਾਸੀਆਂ ਬਣਿਆ। ਬੁੱਧ ਦੇ ਖਿਆਲਾਂ ਵਿੱਚ ਰਾਜ ਮਹਿਲ ਤੋਂ ਬੋਧੀ ਬਿਰਖ ਦਾ ਸਫ਼ਰ ਧਰ ਗਿਆ ਤੇ ਨੈਲਸਨ ਮੰਡੇਲਾ ਲਈ ਉਮਰ ਦੀ ਜੇਲ੍ਹ ਬਣਿਆ। ਮਨੁੱਖ ਦੀ ਖਾਲੀ ਜਗ੍ਹਾ ਕਦੇ ਕਿਤਾਬਾਂ ਨਾਲ ਭਰਦੀ, ਕਦੇ ਮਿੰਨਾ ਸੰਗੀਤ ਫਿਜ਼ਾ 'ਚ ਤਰੰਨਮ ਪੈਦਾ ਕਰਦਾ, ਕਦੇ ਕੋਸੇ ਸਾਹਾਂ ਦਾ ਵਟਾਂਦਰਾ ਸਾਹਾਂ 'ਚ ਨਿੱਘ ਭਰਦਾ ਤੇ ਕਦੇ ਕੋਮਲ ਨੇੜਤਾ ਦਾ ਅਹਿਸਾਸ ਸੱਖਣਤਾ ਨਾਲ ਸੰਵਾਦ ਰਚਾਉਂਦਾ। ਵਾਸਤਾ ਹੀ ਜੇ ਤੁਸੀਂ ਇਨਸਾਨੀਅਤ ਦੇ ਰਹਿਬਰ ਬਣਨਾ ਹੈ, ਮਨੁੱਖੀ ਜਾਮੇ ਦੀ ਸਾਰਥਕਤਾ ਨੂੰ ਵਕਤ ਦੇ ਨਾਮ ਕਰਨਾ ਹੈ, ਬੰਦਿਆਈ ਦੇ ਰਹਿਨੁਮਾ ਬਣਨਾ ਹੈ ਜਾਂ ਆਦਮੀਅਤ ਨੂੰ ਸੰਜੀਵਤਾ ਬਖਸ਼ਣੀ ਹੈ, ਤਾਂ ਆਪਣੇ ਅੰਦਰ ਉਤਰੋ, ਆਪਣੀਆਂ ਖਾਲੀ ਥਾਵਾਂ ਦੀ ਨਿਸ਼ਾਨਦੇਹੀ ਕਰੋ ਤੇ ਫਿਰ ਉਹਨਾਂ ਖਾਲੀ ਥਾਵਾਂ ਦੀ ਪੂਰਤੀ ਲਈ ਮਾਨਵੀ ਸਰੋਕਾਰਾਂ ਦੀ ਸ਼ਰਨ 'ਚ ਜਾਓ। ਸਮਿਆਂ ਦਾ ਸੂਰਜ ਇਸ ਧਰਤੀ ਦਾ ਨਸੀਬ ਬਣੇਗਾ। ਤੁਹਾਡੀ ਅੰਦਰਲੀ ਰੌਸ਼ਨੀ ਜਗ ਜ਼ਾਹਰ ਹੋ ਵਕਤ ਦੇ ਕਾਲੇ ਪੈਰ ਨੂੰ ਮਿਟਾ ਕੇ ਹਰ ਪੈੜ 'ਚ ਚਾਨਣ ਤਰੌਂਕੇਗੀ। ਸਮਾਂ ਤੁਹਾਡੇ ਕੋਲੋਂ ਅਜਿਹੇ ਭਲੇ ਕਾਰਜਾਂ ਦੀ ਆਸ ਰੱਖਦਾ ਹੈ। ਧੰਨਵਾਦ। ਅਗਲਾ ਲੇਖ ਹੈ ਮਨ ਦੀਆਂ ਅਸੀਮ ਪਰਤਾਂ। ਮਨੁੱਖ ਦੀਆਂ ਕਈ ਪਰਤਾਂ, ਕੁਝ ਜਗਜ਼ਾਰ ਹੁੰਦੀਆਂ, ਕੁਝ ਦੋਸਤਾਂ ਮਿੱਤਰਾਂ ਦੇ ਦਾਇਰੇ 'ਚ ਖੁੱਲ੍ਹਦੀਆਂ, ਕੁਝ ਸਿਰਫ ਆਪਣੇ ਤੱਕ ਸੀਮਤ ਹੁੰਦੀਆਂ। ਕੁਝ ਪਰਤਾਂ ਅਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਸਨਮੁਖ ਹੋਣ ਲੱਗਿਆਂ ਤੁਹਾਨੂੰ ਆਪਣੇ ਆਪ ਕੋਲੋਂ ਵੀ ਇਜਾਜ਼ਤ ਲੈਣੀ ਪੈਂਦੀ ਹੈ ਤੇ ਕੁਝ ਪਰਤਾਂ ਅਜਿਹੀਆਂ ਜਿਨ੍ਹਾਂ ਦਾ ਆਪਣੇ ਆਪ ਨੂੰ ਵੀ ਪਤਾ ਨਹੀਂ ਹੁੰਦਾ। ਮਨੁੱਖੀ ਮਨ ਇੱਕ ਅਚੰਭਾ, ਇੱਕ ਅਜੂਬਾ, ਗੁੱਜਾ ਰਹੱਸ, ਡੂੰਘਾ ਭੇਤ, ਅਸਗਾਹ ਡੂੰਘਾਈ, ਹਾਥ ਪਾਉਣਾ ਸੰਭਵ। ਕਿੰਝ ਜਾਣੋਗੇ ਇਹਦੀਆਂ ਪਰਤ ਖੁੱਲ੍ਹਦੀਆਂ ਤਹਿਆਂ ਦਾ ਹਿਸਾਬ ਤੇ ਕਿੰਝ ਲਾਓਗੇ ਇਹਨਾਂ ਤਹਿਆਂ ਦੇ ਅੰਤਰੀਵ ਨੂੰ ਢੱਕ ਰਿਹਾ ਨਕਾਬ। ਮਿੱਤਰ ਦਾ ਫੋਨ ਆਉਂਦਾ ਹੈ। ਜਦ ਵੀ ਤੂੰ ਗੱਲ ਕਰਦਾ ਇੱਕ ਵੱਖਰਾ ਮੁਹਾਂਦਰਾ ਨਜ਼ਰ ਆਉਂਦਾ ਹੈ। ਕਿੰਨੀਆਂ ਕੁ ਨੇ ਤੇਰੀਆਂ ਪਰਤਾਂ ਤੇ ਇਹਨਾਂ ਪਰਤਾਂ ਸੰਗ ਕਿੰਝ ਜਿਉਂਦਾ ਹੈ? ਕੀ ਇਹਨਾਂ ਪਰਤਾਂ 'ਚ ਟਕਰਾਅ ਨਹੀਂ ਪੈਦਾ ਹੁੰਦਾ? ਕੀ ਇਹ ਪਰਤਾਂ ਤੇਰੇ ਨਕਸ਼ਾਂ ਨੂੰ ਚੁੰਦੀਆਂ ਹੁੰਦੀਆਂ ਨੇ? ਕੀ ਇਹਨਾਂ ਪਰਤਾਂ ਨੇ ਤੇਰੀ ਸੋਚ ਵਿੱਚ ਦੁਬਿਧਾ ਤਾਂ ਨਹੀਂ ਪੈਦਾ ਕੀਤੀ? ਕੀ ਇਹ ਪਰਤਾਂ ਤੇਰੀਆਂ ਪੈੜਾਂ ਦੀ ਸਿਰਨਾਮੇ 'ਚ ਧੁੰਦਲਕਾ ਤਾਂ ਨਹੀਂ ਪੈਦਾ ਕਰਦੀਆਂ? ਦਰਅਸਲ ਮਨੁੱਖੀ ਜੀਵਨ ਦੀ ਬਣਤਰ ਹੀ ਕੁਝ ਇਸ ਤਰ੍ਹਾਂ ਦੀ ਹੈ ਕਿ ਉਹ ਪਰਤ ਦਰ ਪਰਤ ਜਿਉਂਦਾ ਹੈ। ਉਹਨੂੰ ਆਦਤ ਜੀ ਪੈ ਗਈ ਹੈ ਪਰਤਾਂ 'ਚ ਜਿਉਣ ਦੀ। ਇਸ ਜੀਵਨ ਜਾਚ ਨੇ ਕਈ ਕਰੂਰ ਸੱਚ ਮਨੁੱਖ ਦੀ ਤਲੀ ਤੇ ਟਿਕਾਏ ਨੇ, ਜਿਨ੍ਹਾਂ 'ਚ ਸਭ ਤੋਂ ਕੌੜਾ ਸੱਚ ਇਹ ਹੈ ਕਿ ਮਨੁੱਖ ਬਹਿਰੂਪੀ ਹੈ। ਕਈ ਰੂਪਾਂ 'ਚ ਵਿਚਰਦਾ ਹੈ, ਕਈ ਰੰਗਾਂ 'ਚ ਆਪਣੇ ਆਪ ਨੂੰ ਰੰਗਦਾ ਤੇ ਪਤਾ ਨਹੀਂ ਕਿਹੜੇ ਵੇਲੇ ਕਿਸ ਰੰਗ ਨਾਲ ਆਪਣੇ ਆਪ ਨੂੰ ਪਰਿਭਾਸ਼ਿਤ ਕਰਦਾ ਹੈ। ਇੱਕ ਸੱਜਣ ਅਕਸਰ ਹੀ ਮਿਲਦਾ ਹੈ, ਮਾਨਸਿਕ ਉਚਾਣ ਤੇ ਕਿਰਦਾਰ ਦੀ ਸੁਚਮਤਾ ਦੀ ਗੱਲ ਕਰਦਾ ਹੈ। ਹਿਚਕੀ ਹੋ ਰਹੇ ਮਾਸੂਮ ਚਾਵਾਂ ਦੀ ਬਾਤ ਪਾਉਂਦਾ ਹੈ। ਨਿੱਕੀਆਂ ਤਲੀਆਂ ਤੇ ਸੂਰਜਾਂ ਦੀ ਗਾਥਾ ਟਿਕਾਉਂਦਾ ਹੈ। ਪਰ ਉਹਦੀ ਇੱਕ ਹੋਰ ਪਰਤ ਦਾ ਜਦ ਕਦੇ ਆਪਣਾ ਮੁਖੜਾ ਦਿਖਾਉਂਦੀ ਹੈ ਤਾਂ ਉਹਦੀ ਹਕੀਕਤ ਤੇ ਪਰਦਾਨੁਸ਼ੀ ਵਿਚਲੇ ਫਾਸਲੇ ਦੀ ਸਮਝ ਆਉਂਦੀ ਹੈ। ਦਰਅਸਲ ਅਜਿਹੇ ਮਨੁੱਖ ਇੱਕ ਤਰਾਸਦੀ ਤੋਂ ਦੂਸਰੀ ਤਰਾਸਦੀ ਤੀਕ ਦਾ ਸਫ਼ਰ ਤੈਅ ਕਰਦੇ ਹੀ ਜੀਵਨ ਪੈਂਡਾ ਖੋਟਾ ਕਰ ਜਾਂਦੇ ਨੇ। ਕੁਝ ਲੋਕ ਖੁੱਲ੍ਹੀ ਕਿਤਾਬ ਹੁੰਦੇ, ਹਰ ਵਰਕੇ ਤੇ ਹਰ ਫਰਫ ਡੁੱਲਦੀ ਉਹਨਾਂ ਦੀ ਜ਼ਿੰਦਗੀ ਦੇ ਨੂਰ 'ਚ ਲਬਰੇਜ਼ ਹਰ ਹਰਫ ਸਾਡੇ ਮਸਤਕ ਵਿੱਚ ਰੌਸ਼ਨੀ ਦੀ ਕਾਤਰ ਧਰਦਾ ਤੇ ਮਨੁੱਖ ਜੀਵਨ ਪੈੜਾਂ ਦੀ ਰਹਿਨੁਮਾਈ ਕਰਦਿਆਂ ਆਪਣੇ ਆਪ ਨੂੰ ਜਿੱਤਦਾ ਤੇ ਹਾਰਦਾ। ਕੁਝ ਮਨੁੱਖ ਉਸ ਬੰਦ ਕਿਤਾਬ ਵਰਗੇ ਹੁੰਦੇ ਜਿਹਦੇ ਜ਼ਰਜ਼ਰੀ ਵਰਕੇ ਤੋਂ ਸਿਉਂਕ ਕਿਰਦੀ, ਹੁਮਸ ਭਰੀ ਫਿਜ਼ਾ ਚੁਗਲੀਆਂ ਕਰਦੀ। ਉਹ ਆਪਣੇ ਆਪ ਤੇ ਰੂਬਰੂ ਹੋਣ ਤੋਂ ਕੰਨੀ ਕਤਰਾਉਂਦਾ ਤੇ ਆਪਣੇ ਆਪ ਨੂੰ ਕਈ ਤਹਿਆਂ 'ਚ ਛੁਪਾਉਂਦਾ। ਕੁਝ ਲੋਕ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਆਪਣੀ ਕਹਾਣੀ ਆਪ ਬਿਆਨਦੇ, ਸਵੈ ਜੀਵਨੀ ਦਾ ਨਾਮ ਦਿੰਦੇ, ਪਰ ਇਸ 'ਚ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਹੁੰਦਾ ਇਹ ਸਭ ਜਾਣਦੇ। ਕਿ ਉਹ ਮਨ ਦੀਆਂ ਉਹਨਾਂ ਪਰਤਾਂ ਨੂੰ ਹਰਫਾਂ ਦੀ ਜ਼ੁਬਾਨ ਦਿੰਦੇ ਜੋ ਉਹਨਾਂ ਤੱਕ ਹੀ ਸੀਮਤ ਹੁੰਦੀਆਂ। ਹਰ ਜੀਵਨੀ ਪੂਰਨ ਸੱਚ ਤੋਂ ਕੋਰੀ, ਸੱਚ ਦੇ ਮੁਖੌਟੇ 'ਚ ਕੁਝ ਘਟਨਾਵਾਂ ਦੀ ਚੋਰੀ ਤੇ ਅੰਦਰ ਝਾਤ ਲਈ ਇੱਕ ਨਿੱਕੀ ਜਿਹੀ ਮੋਰੀ। ਅਸਲ 'ਚ ਹਰ ਕੋਈ ਜਾਣਦਾ ਹੈ ਕਿ ਸੱਚ ਜ਼ਾਹਰ ਹੋਣ ਤੇ ਬਿੰਬ ਤਿੜਕਦਾ ਹੈ, ਭਰਮ ਟੁੱਟਦਾ ਹੈ, ਨਕਸ਼ਾਂ ਦੀ ਸੁੰਦਰ ਕਲਾ ਨਕਾਸ਼ੀ 'ਚ ਧੱਬੇ ਉੱਗੜ ਆਉਂਦੇ ਨੇ ਤੇ ਕੋਈ ਵੀ ਸ਼ਖਸ ਇਹ ਨਹੀਂ ਚਾਹੁੰਦਾ ਕਿ ਉਮਰ ਭਰ ਦਾ ਸਿਰਜਿਆ ਮਸਨੂਈ ਸਰੂਪ ਖੇਰੂ ਹੋ ਜਾਏ ਤੇ ਅਸਲੀ ਚਿਹਰਾ ਸਾਹਮਣੇ ਆ ਜਾਏ। ਅਸੀਂ ਤਾਂ ਬਹੁਤ ਉਚੇਚ ਨਾਲ ਸਿਰਜਿਆ ਹੁੰਦਾ ਅਜਿਹਾ ਰੂਪ ਤੇ ਇਹਦੇ ਗਵਾਚਣ ਤੋਂ ਰਹਿੰਦੇ ਹਾਂ। ਉਪਦੇਸ਼ ਦਿੰਦੇ ਪ੍ਰਚਾਰਕ, ਧਰਮ ਦਾ ਹੋਕਾ ਦੇ ਰਹੇ ਲੋਕ, ਡੇਰੇਦਾਰਾਂ ਦੀ ਰਹਿਨੁਮਾਈ ਕਰ ਰਹੇ ਸ਼ਖਸ, ਜੀਵਨ ਜਾਚ ਦੀ ਜਾਚਨਾ ਦੇਣ ਵਾਲੇ ਵਿਅਕਤੀ ਜਾਂ ਕਦਰਾਂ ਕੀਮਤਾਂ ਦੇ ਆਪੂ ਬਣੇ ਪਹਿਰੇਦਾਰ ਦੇ ਨੇੜੇ ਹੋ ਕੇ ਅੰਦਰ ਜਾਣ ਦੀ ਜੁਰਤ ਤਾਂ ਕਰਿਓ। ਅੰਦਰੋਂ ਆਉਂਦੀ ਬਦਬੂ ਕਾਰਨ ਤੁਹਾਨੂੰ ਸਾਹ ਦੀ ਤਕਲੀਫ ਹੋ ਸਕਦੀ ਹੈ
ਤੇ ਤੁਸੀਂ ਆਪਣੇ ਆਪ ਨੂੰ ਅਜਿਹੇ ਕੂੜ ਪਸਾਰੇ ਤੋਂ ਬਚਾਉਂਦੇ ਦੂਰ ਜਾਣਾ ਲੋਚਦੇ ਹੋ। ਮਨ ਦੀਆਂ ਡੂੰਘੀਆਂ ਪਰਤਾਂ ਜੇ ਨਾ ਫਰੋਲੀਆਂ ਜਾਣ ਤਾਂ ਇਹ ਮਨੁੱਖ ਨੂੰ ਬਿਮਾਰ ਕਰਦੀਆਂ ਨੇ। ਉਹ ਆਪਣੇ ਆਪ ਤੋਂ ਭੈ ਭੀਤ ਮਨ ਦੀ ਨੁਕਰੇ ਅਚੇਤ ਡਰ ਕਾਰਨ ਉਹਦੀ ਜੀਵਨ ਤੋਰ ਲੜਖੜਾ ਜਾਂਦੀ ਹੈ। ਉਹ ਆਪਣੇ ਘਰ ਪਰਿਵਾਰ ਤੇ ਆਪਣੇ ਮਿੱਤਰ ਦਾਇਰੇ ਤੋਂ ਸਹਿਮਦਾ ਅੰਦਰ ਹੀ ਅੰਦਰ ਸੁੰਗੜਦਾ ਚਲਾ ਜਾਂਦਾ ਹੈ ਤੇ ਆਖਰ ਨੂੰ ਉਹ ਮਨੋਰੋਗੀ ਬਣ ਜਾਂਦਾ ਹੈ। ਇਸੇ ਲਈ ਮਨੋਵਿਸ਼ੇਸ਼ਕ ਇਸ ਤਰ੍ਹਾਂ ਦੇ ਰੋਗੀ ਨੂੰ ਵਿਸ਼ਵਾਸ 'ਚ ਲੈ ਕੇ ਉਹਦੇ ਮਨ ਦੀਆਂ ਪਰਤਾਂ ਫਰੋਲਦੇ, ਉਹਦੇ ਅੰਦਰਲੇ ਡਰ ਦੀ ਨਿਸ਼ਾਨਦੇਹੀ ਕਰਦੇ, ਉਹਨੂੰ ਮਾਨਸਿਕ ਸੇਧ ਪ੍ਰਦਾਨ ਕਰਦੇ, ਮਾਨਸਿਕ ਉਲਝਣਾਂ ਤੋਂ ਨਿਜਾਤ ਦਿਵਾਉਂਦੇ ਨੇ। ਭਰਪੂਰ ਜ਼ਿੰਦਗੀ ਜਿਉਣ ਵਾਲਾ ਇੱਕ ਸ਼ਖਸ ਹੈ। ਕੁਦਰਤ ਦੀ ਕਰੋਪੀ ਕੇ ਜੀਵਨ ਸਾਥਣ ਵਿਛੋੜਾ ਦੇ ਗਈ ਤੇ ਵਿਆਹ ਤੋਂ ਬਾਅਦ 2 ਧੀਆਂ ਵਿਦੇਸ਼ 'ਚ ਸੁਖੀ ਵਸਦੀਆਂ। ਇਕੱਲਤਾ ਦਾ ਮਾਰਿਆ ਉਹ ਮਾਨਸਿਕ ਰੋਗੀ ਬਣਨ ਦੀ ਕਗਾਰ ਤੇ ਹੈ, ਕਿਉਂਕਿ ਉਹਦੇ ਆਪਣਿਆਂ ਨੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪੀੜਤ ਕਰ ਦਿੱਤਾ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਹੈ। ਡਾਕਟਰੀ ਤੌਰ ਤੇ ਸਿਹਤਮੰਦ ਹੋਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਬਿਮਾਰ ਸਮਝਦਾ ਹੈ, ਕਿਉਂਕਿ ਸਮਾਜਿਕ ਚੋਭਾਂ ਨੇ ਉਹਦੇ ਮਨ ਦੀ ਕਿਸੇ ਨੁਕਰੇ ਇੱਕ ਅਸੁਰੱਖਿਆ ਪੈਦਾ ਕਰ ਦਿੱਤੀ ਹੈ ਤੇ ਅਵਚੇਤਨ 'ਚ ਬੈਠਿਆ ਇਹ ਸਹਿਮ ਹੀ ਉਹਦੀ ਬਿਮਾਰੀ ਦੀ ਜੜ ਹੈ ਤੇ ਮਨ ਦੀ ਇਸ ਨੁੱਕਰ ਤੋਂ ਤਾਂ ਉਹ ਆਪਣੇ ਆਪ ਵੀ ਅਣਜਾਣ ਹੈ। ਇੱਕ ਡਾਕਟਰ ਹੈ, ਉਹ ਆਪਣੇ ਮਰੀਜ਼ਾਂ ਨੂੰ ਸੁਪਨਿਆਂ ਬਾਰੇ ਪੁੱਛਦਾ ਹੈ ਤੇ ਉਹਨਾਂ ਰਾਹੀਂ ਮਨ ਦੀਆਂ ਭਾਵਨਾਵਾਂ ਤੱਕ ਪਹੁੰਚਦਾ ਹੈ ਤੇ ਫਿਰ ਮਾਨਸਿਕ ਉਲਝਣਾਂ ਦਾ ਇਲਾਜ ਕਰਦਾ ਹੈ। ਅੱਜ ਕੱਲ੍ਹ ਹਰ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਹੈ ਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹੋਏ ਵੀ ਬਿਮਾਰ ਹੋ ਜਾਂਦਾ ਹੈ। ਉਹ ਡਾਕਟਰਾਂ ਦੇ ਰਹਿਮੋ ਕਰਮ ਤੇ ਜਿਉਂਦਾ ਮਰੀਜ਼ਾਂ ਦੀ ਭੇਟ 'ਚ ਸ਼ਾਮਲ ਹੋ ਜਾਂਦਾ ਹੈ। ਇਸੇ ਕਰਕੇ ਹਰ ਵਿਅਕਤੀ ਬਿਮਾਰ ਹੈ, ਕੋਈ ਘੱਟ ਕੋਈ ਵੱਧ। ਅੱਜ ਰਿਸ਼ਤੇ ਟੁੱਟ ਰਹੇ ਨੇ, ਸਾਂਝਾਂ ਮੁਨਕਰ ਹੋ ਰਹੀਆਂ ਨੇ, ਦਿਲ ਦੀਆਂ ਬਾਤਾਂ ਪਾਉਣ ਤੇ ਸਮਝਣ ਵਾਲੇ ਦਿਲਦਾਰਾਂ ਦੀ ਨਸਲਕੁਸ਼ੀ ਹੋ ਰਹੀ ਹੈ। ਨਿੱਕੀਆਂ ਨਿੱਕੀਆਂ ਗੱਲਾਂ ਤੇ ਮਿੱਠੇ ਮਿੱਠੇ ਹੁੰਗਾਰਿਆਂ ਦੀ ਮੌਸਮ ਬੇਵਫਾ ਹੋ ਗਈ ਹੈ। ਮਨ ਦੀਆਂ ਗਹਿਰਾਈਆਂ ਦੀ ਹਾਥ ਪਾਉਣ ਵਾਲੇ ਸੱਜਣ ਲਾਪਤਾ ਹੋ ਗਏ ਨੇ ਤੇ ਆਪਣਿਆਂ ਦਾ ਸੁਖਨ ਤੇ ਸਦਭਾਵੀ ਲੋਚਾ ਵਾਸ਼ਪ ਹੋ ਗਈ ਹੈ ਤੇ ਇਸੇ ਲਈ ਅਸੀਂ ਬਿਮਾਰ ਮਾਨਸਿਕਤਾ ਦੇ ਸ਼ਿਕਾਰ ਹੋ ਗਏ ਹਾਂ। ਮਨ ਦੀਆਂ ਅਸੀਮ ਪਰਤਾਂ ਦੀ ਨਿਸ਼ਾਨਦੇਹੀ ਕਰਨ ਤੋਂ ਅਸਮਰਥ ਬੇਬਸ ਲੋਕ ਸਹਿਮੀ ਫਿਜ਼ਾ ਵਿੱਚ ਵਗਦੀ ਪਾਉਣ ਵਿੱਚ ਤੇ ਬਿਰਖਾਂ ਦੇ ਪੱਤਿਆਂ ਦੇ ਨਾਮ ਇਹ ਹੂਕ ਕਰਦੇ ਨੇ, ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ। ਧੰਨਵਾਦ। ਅਗਲਾ ਲੇਖ ਹੈ ਘਰ ਬੋਲਦਾ ਹੈ। ਘਰ ਦੀ ਨੁਹਾਰ, ਘਰ ਵਾਲਿਆਂ ਦੀ ਪੂਰਨ ਪਰਿਭਾਸ਼ਾ, ਉਹਨਾਂ ਦਾ ਫੈਲਾ, ਉਹਨਾਂ ਦੀ ਸੋਚ ਦਾ ਸੂਖਮ ਸੰਵੇਦਨਸ਼ੀਲ ਕਲਾਮਈ ਜਾਂ ਕਰੂਰ ਪੱਖ, ਉਹਨਾਂ ਦੀ ਘਰ ਪ੍ਰਤੀ ਪ੍ਰਤੀਬੱਧਤਾ, ਮੋਹ, ਆਪਣਾ ਤਲਗਾਓ ਜਾਂ ਬੇਮੁਖੀ ਬੇਲਾਗਤਾ ਦਾ ਪ੍ਰਤੱਖ ਨਜ਼ਾਰਾ ਕਿ ਘਰ ਬਣ ਜਾਏ ਬਲਖ ਬੁਖਾਰਾ ਜਾਂ ਦਰਿਆ ਵਿਹੂਣਾ ਰੇਤ ਕਿਨਾਰਾ। ਘਰ ਮੁਹਾਂਦਰਾ ਹੁੰਦਾ ਹੈ ਘਰ ਵਾਲਿਆਂ ਦਾ, ਇਹਦੇ ਬਸ਼ਿੰਦਿਆਂ ਦਾ ਚਲਕਾਰਾ, ਘਰ ਨੂੰ ਘਰ ਦੇ ਨਾਮ ਨਾਲ ਮੁਖਾਤਬ ਕਰਦੇ ਲੋਕਾਂ ਦਾ ਸਿਰਨਾਮਾ, ਇਹਦੀਆਂ ਕੰਧਾਂ ਤੇ ਕਮਰਿਆਂ ਨੂੰ ਘਰ ਦਾ ਵਰਦਾਨ ਦੇਣ ਵਾਲੇ ਲੋਕਾਂ ਦਾ ਸਮੁੱਚ। ਘਰ ਜਲੌ ਹੈ ਵਿਅਕਤਿਤਵਾਂ ਦੇ ਸਮੂਹ ਦਾ ਜੋ ਘਰ ਦੇ ਵਾਸੀ ਨੇ, ਜਿਨ੍ਹਾਂ ਨੇ ਘਰ ਨੂੰ ਅਪਣਾਇਆ, ਇਹਦੇ ਅਰਥਾਂ ਨੂੰ ਮਸਤਕ 'ਚ ਰੁਸ਼ਨਾਇਆ ਤੇ ਇਹਦੀ ਹੋਂਦ ਨੂੰ ਪਰਣਾਇਆ ਹੈ। ਘਰ ਨੂੰ ਆਪਣਾ ਆਪ ਪਰਿਭਾਸ਼ਿਤ ਕਰਨ ਲਈ ਕਿਸੇ ਬੋਲ ਦਾ ਆਸਰਾ ਨਹੀਂ ਚਾਹੀਦਾ ਤੇ ਨਾ ਹੀ ਕਿਸੇ ਹਰਫਾਂ ਦੀ ਲੋੜ ਹੈ। ਇਹ ਤਾਂ ਖੁਦ ਬ ਖੁਦ ਕੂਕਦਾ ਹੈ। ਸਿਰਫ ਲੋੜ ਹੈ ਕਿਸੇ ਘਰ ਦੀ ਆਵਾਜ਼ ਨੂੰ ਆਪਣੇ ਅੰਦਰ ਉਤਾਰਨ ਦੀ ਤੇ ਉਸ ਸੂਖਮ ਆਵਾਜ਼ ਦੇ ਸਹੀ ਅਰਥਾਂ ਦਾ ਵਿਸ਼ਲੇਸ਼ਣ ਕਰਨ ਦੀ। ਘਰ ਦਾ ਸਮੁੱਚਾ ਨਕਸ਼ਾ, ਕੰਧਾਂ, ਦਰਵਾਜ਼ੇ, ਕਮਰਾ ਤੇ ਕਮਰੇ ਵਿਚਲੀ ਹਰ ਵਸਤ ਇੱਕ ਜਿਉਂਦਾ ਜਾਗਦਾ ਅਹਿਸਾਸ, ਘਰ ਵਾਲਿਆਂ ਦੀ ਸੋਝਮਈ ਵਿਚਾਰ ਦਾ ਝਲਕਾਰਾ ਤੇ ਉਸ ਝਲਕਾਰੇ ਰਾਹੀਂ ਘਰ ਵਾਲਿਆਂ ਦਾ ਦੀਦਾਰਾ। ਤੁਸੀਂ ਘਰ 'ਚ ਕਦਮ ਧਰਦੇ ਹੋ, ਕਮਰੇ 'ਚ ਪੈਰ ਪਾਉਂਦੇ ਹੋ, ਇਹਦੀਆਂ ਕੰਧਾਂ ਦਾ ਰੰਗ, ਸਜਾਵਟ, ਸੋਝ ਤੇ ਸਲੀਕਾ, ਕੰਧਾਂ ਤੇ ਟੰਗੀਆਂ ਹੋਈਆਂ ਤਸਵੀਰਾਂ, ਟਹਿਲ ਸੇਵਾ ਕਰਨ ਦਾ ਅਰਥ, ਟਹਿਲ ਸੇਵਾ ਕਰਨ ਦਾ ਅਦਬ, ਕਿਸੇ ਦੇ ਘਰ ਜਾਣ ਤੇ ਘਰ ਵਾਲਿਆਂ ਦੇ ਮੱਥੇ ਤੇ ਉੱਗਦੀਆਂ ਤਿਉੜੀਆਂ ਜਾਂ ਉਹਨਾਂ ਦੇ ਚਿਹਰਿਆਂ ਤੇ ਉਤਰਦਾ ਖੇੜਾ, ਇਹ ਸਭ ਮਿਲ ਕੇ ਬਣਦੇ ਨੇ ਘਰ ਦੇ ਬੋਲ। ਘਰ ਦੀ ਦਿੱਖ ਕਈ ਪਰਤਾਂ ਫਰੋਲਦੀ, ਮੱਥੇ 'ਚ ਕਈ ਪ੍ਰਸ਼ਨ ਤੇ ਉਹਨਾਂ ਦੇ ਉੱਤਰਾਂ ਨੂੰ ਟਟੋਲਦੀ, ਘਰ ਦੇ ਭੁਰੇ ਹੋਏ ਬਨੇਰੇ ਦਸਤਕ ਦੇਣ ਵਾਲੇ ਦੇ ਮੱਥੇ 'ਚ ਵੱਜਦੇ ਤਾਂ ਆਉਣ ਵਾਲੇ ਦੀ ਸੋਚ ਘਰ ਦੀ ਖੁਰ ਰਹੀ ਹੋਂਦ ਕਿਆਸਦੀ। ਘਰ ਕਿਸੇ ਸਰਾਪ ਦਾ ਮਾਰਿਆ, ਆਪਣੀ ਹੋਂਦ ਬਚਾਉਣ ਤੋਂ ਅਸਮਰਥ, ਆਪਣੀ ਭੁਰਦੀ ਆਸ ਦਾ ਚਸ਼ਮਦੀਦ ਗਵਾਹ, ਆਪਣੀ ਆਸਥਾ ਦਾ ਤਿੜਕ ਰਿਹਾ ਭਰਮ ਭਾ ਤੇ ਮਰ ਰਿਹਾ ਘਰ ਦਾ ਫੈਲਾ। ਉਖੜੇ ਪਲਸਤਰ ਘਰ ਦੀ ਪੀੜਾ, ਉੱਡੇ ਹੋਏ ਰੰਗ, ਵਾਸ਼ਪ ਹੋ ਗਈ ਆਭਾ ਦੇ ਮਿਟ ਰਹੇ ਨਿਸ਼ਾਨ, ਬਾਲਿਆਂ 'ਚੋਂ ਕਿਰ ਰਿਹਾ ਘੁਣ, ਬਸ਼ਿੰਦਿਆਂ ਦੀ ਹਿੱਕ ਦਾ ਹੌਕਾ, ਬੋੜੇ ਦਰ, ਸਾਬਤ ਕਦਮਾਂ ਦੀ ਗੁੰਮਸ਼ੁਦੀ, ਤਿੜਕੀਆਂ ਦੀਵਾਰਾਂ, ਬਿਖਰ ਰਹੀ ਹੋਣ ਦਾ ਵਿਰਲਾਪ, ਸ਼ਤੀਰਾਂ ਹੇਠ ਥੰਮੀਆਂ ਢਹਿ ਢੇਰੀ ਹੋਣ 'ਚ ਪਲਕ ਦੀ ਦੇਰ। ਕਿਰਾਂ ਕਿਸੇ ਰਿਸ਼ਤੇਦਾਰ ਲੜਕੀ ਲਈ ਮੁੰਡਾ ਦੇਖਣ ਗਏ, ਲੜਕਾ ਕਿਸੇ ਕਾਲਜ 'ਚ ਪ੍ਰੋਫੈਸਰ ਤੇ ਮਾਪਿਓ ਚੰਗੇ ਪੜ੍ਹੇ ਲਿਖੇ।
ਜਦ ਘਰ ਪੈਰ ਪਾਇਆ ਤਾਂ ਇੱਕ ਵੈਰਾਨਤਾ ਸਾਡੇ ਮੱਥੇ 'ਚ ਵੱਜੀ। ਲਾਉਣ ਦੇ ਨਾਂ 'ਤੇ ਸੁੱਕਿਆ ਘਾਹ ਤੇ ਹਰ ਤਰ੍ਹਾਂ ਦੀ ਜੰਗਲੀ ਬੂਟੀ, ਕਿਆਰੀਆਂ 'ਚ ਉੱਡਦੀ ਬਰਬਰ, ਕੋਈ ਗਮਲਾ ਨਹੀਂ, ਉਜੜੇ ਘਰ ਦੀ ਚਸ਼ਮਦੀਦ ਗਵਾਹੀ। ਮੇਰੀ ਪਤਨੀ ਨੇ ਅੰਦਰ ਵੜਨ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਕੁਦਰਤ ਨਾਲ ਮੁਹੱਬਤ ਨਹੀਂ, ਘਾਹ ਤੇ ਪੌਦਿਆਂ ਨਾਲ ਕੋਈ ਮੋਹ ਨਹੀਂ, ਉਹ ਬੰਦਿਆਂ ਨੂੰ ਕਿਸ ਤਰ੍ਹਾਂ ਮੁਹੱਬਤ ਕਰਦੇ ਹੋਣਗੇ। ਅਜਿਹੇ ਖੁਸ਼ਕ ਮਾਹੌਲ ਵਿੱਚ ਤਾਂ ਪੁੰਗਰਨ ਵਾਲੀ ਹਰ ਲਗਰ ਦਮ ਘੁੱਟ ਕੇ ਮਰ ਜਾਏਗੀ। ਕੋਈ ਰਿਸ਼ਤਾ ਜੋੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜ਼ਰਾ ਕੁ ਸੋਚੋ, ਅਜਿਹੇ ਘਰ ਨੇ ਘਰ ਆਉਣ ਵਾਲਿਆਂ ਉੱਪਰ ਘਰ ਵਿੱਚ ਰਹਿਣ ਵਾਲਿਆਂ ਦਾ ਕਿਹੋ ਜਿਹਾ ਪ੍ਰਭਾਵ ਪਾਇਆ। ਕੀ ਕੁਦਰਤੀ ਸੁੰਦਰਤਾ ਤੋਂ ਦੂਰੀ ਆਧੁਨਿਕਤਾ ਏ? ਨਿੱਕੇ ਨਿੱਕੇ ਪੌਦਿਆਂ ਨੂੰ ਪਾਣੀ ਪਾਓ, ਉਹਨਾਂ ਦੇ ਪਿੰਡੇ ਨੂੰ ਲਿਸ਼ਕਾਓ, ਉਹਨਾਂ ਨੂੰ ਪਲੋਸੋ, ਗੱਲਾਂ ਕਰੋ, ਤੁਹਾਨੂੰ ਆਤਮਿਕ ਸਕੂਨ ਮਿਲੇਗਾ। ਜਦ ਸੋਚ ਸੰਕੀਰਨ ਹੁੰਦੀ ਹੈ ਤਾਂ ਰੁੱਸ ਜਾਂਦੀ ਹੈ ਘਰ ਦੀ ਦਿੱਖ। ਕੰਧਾਂ ਤੇ ਚੜ੍ਹਦਾ ਹੈ ਸਲਾਬਾ ਤੇ ਕਦੇ ਕਦੇ ਕਮਰਿਆਂ 'ਚ ਫੈਲ ਜਾਂਦਾ ਹੈ ਖੂਨ ਖਰਾਬਾ। ਘਰ 'ਚ ਆਉਣ ਵਾਲਿਆਂ ਨੂੰ ਵਰਜਦੇ ਘਰ ਦੇ ਦਰਬਾਨ, ਘਰ ਵਾਲਿਆਂ ਦੀ ਸਨਕੀ ਸੋਚ ਦਾ ਅਸਮਾਨ, ਉਹਨਾਂ ਦੇ ਰੁਤਬੇ ਦਾ ਅਭਿਮਾਨ, ਤੇ ਉਹ ਬਣ ਜਾਂਦੇ ਨੇ ਬੇਖੁਦੀ ਦੇ ਸ਼ਿਕਾਰ ਇਨਸਾਨ। ਜਦ ਬਹੁ ਮੰਜ਼ਲੇ ਘਰਾਂ 'ਚ ਬੌਣੇ ਲੋਕ ਰਹਿਣ ਲੱਗ ਪੈਂਦੇ ਨੇ ਤਾਂ ਬਨੇਰਿਆਂ ਤੋਂ ਬੋਲਣ ਤੋਂ ਤਰਹਿੰਦੇ ਨੇ ਕਾਂ। ਦਸਤਕ ਲਈ ਸਹਿਕ ਜਾਂਦੇ ਨੇ ਬੰਦ ਦਰ ਤੇ ਘਰ ਦੇ ਅੰਦਰ ਉਤਰਦਾ ਏ ਬੇਘਰ। ਜਦ ਦਸਤਕ ਦੇਣ ਲੱਗਿਆਂ ਸਹਿਮ ਜਾਵੇ ਹੱਥ, ਅੰਦਰ ਪੈਰ ਧਰਨ ਲੱਗਿਆਂ ਥਿੜਕਦੇ ਹੁਣ ਕਦਮ, ਬੋਲ ਹੋ ਜਾਣ ਚੁੱਪ ਦਾ ਸ਼ਿਕਾਰ ਤਾਂ ਘਰ ਵਿੱਚ ਪਸਰਦੀ ਏ ਡੂੰਘੀ ਮਾਤਮੀ ਚੁੱਪ। ਜਦ ਕਿਸੇ ਘਰ ਦੀ ਫਿਜ਼ਾ 'ਚ ਸਿਸਕੀ ਧਰੀ ਜਾਵੇ, ਪੌਣ ਹੌਕੇ ਦਾ ਭਾਰ ਢੋਵੇ, ਮਾਤਮੀ ਚੁੱਪ ਦਾ ਪਹਿਰਾ ਹੋਵੇ ਤਾਂ ਦੀਵਾਲੀ ਦੀ ਰਾਤੇ ਬਨੇਰਿਆਂ ਨੂੰ ਹਨੇਰ ਢੋਣਾ ਪੈਂਦਾ ਹੈ। ਘਰ ਕਦੇ ਸੁਖਾਵੀਂ ਹੋਂਦ, ਕਦੇ ਮੁਹੱਬਤੀ ਸਹਿ ਹੋਂਦ ਤੇ ਕਦੇ ਮਾਤਮੀ ਅਣ ਹੋਂਦ, ਕਦੇ ਆਪਣੇ ਆਪ ਤੇ ਉਕਰੀ ਖੁਦਕੁਸ਼ੀ ਦਾ ਕਹਿਰ, ਕਦੇ ਆਪਣੇ ਅੰਦਰ ਉਤਾਰੀ ਹੋਈ ਜ਼ਹਿਰ ਤੇ ਕਦੇ ਸਮੁੰਦਰ ਦੇ ਪਿੰਡੇ ਤੇ ਬਣਦੀ ਮਿਟਦੀ ਲਹਿਰ। ਘਰ ਹੁੰਗਰਦਾ ਹੈ ਜਦ ਇਹਦੀਆਂ ਸਫਾਂ 'ਚ ਬੋਲ ਆਤਮ ਹੱਤਿਆ ਕਰਦੇ ਨੇ, ਸੂਲੀ ਤੇ ਲਟਕਦੇ ਨੇ ਖੇੜੇ, ਜਲਾਵਤਨ 'ਚ ਕਰ ਦਿੱਤੇ ਜਾਂਦੇ ਨੇ ਚਾਵਾਂ ਦੇ ਵਪਾਰੀ ਤੇ ਬੇਬਸੀ 'ਚ ਡੁੱਬ ਆਉਂਦੇ ਨੇ ਰੰਗਾਂ ਦੇ ਲਲਾਰੀ। ਖੰਡਰਾਂ ਦੀ ਜੂਨ ਹੰਡਾਉਂਦੇ ਘਰ ਬਿਆਨਦੇ ਨੇ ਵਕਤ ਦਾ ਕਹਿਰ, ਜਿਹਨੇ ਛੱਤਾਂ ਉਡਾ ਕੇ ਘਰ ਨੂੰ ਬੇਪਰਦ ਕੀਤਾ, ਇਹਦੀਆਂ ਬੋੜੀਆਂ ਕੰਧਾਂ ਨੂੰ ਖੋਰਿਆ, ਇਹਦੇ ਆਲੇ 'ਚ ਪਏ ਬੁਝੇ ਦੀਵੇ ਦਾ ਸਦੀਆਂ ਲੰਮਾ ਹਟਕੋਰਾ, ਹਰ ਅੱਖ 'ਚ ਹੰਝੂ ਧਰਦਾ ਜੋ ਕਈ ਪ੍ਰਸ਼ਨਾਂ ਲਈ ਜਰਖੇਜ਼ ਧਰਾਤਲ ਬਣਦਾ। ਘਰ ਰੁੱਸ ਵੀ ਜਾਂਦਾ ਹੈ ਜਦ ਇਹਦੀਆਂ ਬਰੂਹਾਂ ਤੇ ਚੋਇਆ ਤੇਲ ਨਾਦਾਨੀ ਦਾ ਸ਼ਿਕਾਰ ਹੁੰਦਾ ਹੈ। ਇਹਦਾ ਖੇੜਾ ਬਿਮਾਰ ਹੁੰਦਾ ਹੈ ਜਦ ਇਹਦੀਆਂ ਉੱਚੀਆਂ ਕੰਧਾਂ ਨੂੰ ਹਉਮੈ ਦਾ ਬੁਖਾਰ ਹੁੰਦਾ ਹੈ। ਫਿਰ ਅਰਥਾਂ ਤੋਂ ਮਹਿਰੂਮ ਹੋਇਆ ਘਰ ਕਿਸੇ ਨੂੰ ਕਿਹਨੂੰ ਦਰਦ ਸੁਣਾਵੇ, ਕਿਸ ਕੋਲ ਗਮ ਗੰਡੀਰਾ ਡਾਵੇ ਤੇ ਕਿਹਦੇ ਮੋਢੇ ਸਿਰ ਰੱਖ ਮਨ ਦਾ ਬੋਝ ਘਟਾਵੇ। ਘਰ ਦੀ ਹਰ ਨੁੱਕਰ ਕੁਝ ਨਾ ਕੁਝ ਬਿਆਨਦੀ, ਇਹਦਾ ਹਰ ਕੋਨਾ ਇੱਕ ਵਿਚਾਰ ਪ੍ਰਵਾਹ, ਇਹਦੀ ਹਰ ਬਾਰੀ ਤੇ ਬੂਹਾ ਕਿਸੇ ਸੁਪਨੇ ਦੀ ਪੂਰਨਤਾ ਜਾਂ ਅਪੂਰਨਤਾ ਦਾ ਨਾਮ। ਇਹਦੇ ਰੌਸ਼ਨਦਾਨ 'ਚ ਪਾਇਆ ਚਿੜੀਆਂ ਦਾ ਆਲਣਾ, ਘਰ 'ਚ ਘਰ ਦਾ ਇੱਕ ਹੋਰ ਵਿਸਥਾਰ, ਇਸ 'ਚ ਵੋਟਾਂ ਦਾ ਚਹਿਕਣਾ, ਸਮੇਂ ਦੀ ਸਮਤੋਰ, ਉਹਨਾਂ ਦੀਆਂ ਕਿਲਕਾਰੀਆਂ, ਵਕਤ ਦੀ ਲੋਰ, ਘਰ ਦੇ ਬੋਲਾਂ ਨੂੰ ਮਿਲਿਆ ਹੁੰਗਾਰਾ, ਘਰ ਦੀ ਹਿੱਕ ਦਾ ਹੁਲਾਸ। ਘਰ ਬੋਲਦਾ ਹੈ, ਆਪਣੇ ਸਮੁੱਚ ਬਾਰੇ ਵਿਖਿਆਨ ਕਰਦਾ ਹੈ, ਆਪਣੀ ਸਮੁੱਚਤਾ ਨੂੰ ਆਉਣ ਵਾਲੇ ਦੇ ਨਾਮ ਕਰਦਾ ਹੈ, ਆਪਣੀ ਬਹੁ ਕੋਣੀ ਪਰਿਭਾਸ਼ਾ ਨੂੰ ਸਮੇਂ ਦੇ ਮੱਥੇ 'ਚ ਧਰਦਾ। ਪਰ ਘਰ ਦੇ ਬੋਲ ਸੁਣਨ ਦੀ ਕਿਸ ਨੂੰ ਹੈ ਵੇਲ? ਸਾਡੇ ਕੋਲ ਤਾਂ ਆਪਣੇ ਆਪ ਲਈ ਵੀ ਸਮਾਂ ਨਹੀਂ, ਕਿੰਝ ਸੁਣਾਂਗੇ ਘਰ ਦੀ ਕਹਾਣੀ ਜੋ ਬਹੁਤਿਆਂ ਕੋਲੋਂ ਤਾਂ ਸਮਝ ਹੀ ਨਹੀਂ ਜਾਣੀ। ਘਰ ਹੱਸਦਾ, ਘਰ ਰੋਂਦਾ, ਘਰ ਵਸਦਾ, ਘਰ ਉੱਜੜਦਾ, ਘਰ ਰੁੱਸਦਾ, ਘਰ ਮੰਨਦਾ, ਘਰ ਸੁੱਖ, ਘਰ ਦੁੱਖ, ਘਰ ਚਾਅ, ਘਰ ਹਾ, ਘਰ ਹੁਲਾਸ, ਘਰ ਗਮ, ਘਰ ਸੱਚ, ਘਰ ਸੁਪਨਾ। ਹਰਾ ਲੁਸ਼ ਲੁਸ਼ ਕਰਦਾ ਘਾਹ, ਤਰਤੀਬ ਨਾਲ ਰੱਖੇ ਹੋਏ ਫੁੱਲਾਂ ਨਾਲ ਭਰੇ ਭਕੁੰਨੇ ਗਮਲੇ, ਲਾਅਨ 'ਚ ਹਰ ਪੌਦੇ ਦੀ ਸਲੀਕੇ ਨਾਲ ਕੀਤੀ ਕਾਂਟ ਛਾਂਟ, ਚਾਰੇ ਪਾਸੇ ਹਰਿਆਲੀ ਦਾ ਪਸਾਰ ਤੇ ਵਿਸਥਾਰ, ਘਰ 'ਚ ਘਰ ਦੇ ਸਮੁੱਚ ਦਾ ਚੌਤਰਫਾ ਫੈਲਾਅ ਤੇ ਇਸ ਫੈਲਾਅ 'ਚ ਉੱਠਦੀ ਏ ਸਦਭਾਵੀ ਭਾ ਜੋ ਬਣਦੀ ਏ ਸਮਿਆਂ ਦਾ ਮਹਿਕੀਲਾ ਸਾਹ। ਬਾਹਾਂ ਖੋਲ ਕੇ ਜੀ ਆਇਆਂ ਕਹਿਣ ਵਾਲਾ ਘਰ, ਵਕਤ ਦੀ ਸਭ ਤੋਂ ਵੱਡੀ ਖੁਸ਼ ਨਸੀਬੀ, ਘਰ ਦੇ ਸਾਹਾਂ 'ਚ ਸੰਦਲੀ ਸੰਵੇਦਨਾ ਤੇ ਵਿਹੜੇ 'ਚ ਸੰਧੂਰੀ ਪਲਾਂ ਦਾ ਸੰਧਾਰਾ। ਘਰ ਹੱਸਦਾ ਜਦ ਇਹਦੇ ਹਰਫਾਂ 'ਚ ਫੁੱਲਿਆ ਨਹੀਂ ਸਮਾਉਂਦਾ ਮਹਿਫਲਾਂ ਦਾ ਆਗਾਜ਼, ਪੂਰਨ ਸੁਰ 'ਚ ਵੱਜਦਾ ਹੈ ਸਾਹਾਂ ਦਾ ਸਾਜ਼ ਤੇ ਇਸ 'ਚ ਪਨਪਦੀਆਂ ਸੋਚਾਂ ਨੂੰ ਨਸੀਬ ਹੁੰਦੀ ਹੈ ਉੱਚੇ ਅੰਬਰਾਂ ਦੀ ਪਰਵਾਜ਼। ਘਰ ਦੇ ਮੁਖੜੇ 'ਚੋਂ ਘਰ ਦੀ ਸੰਪੂਰਨਤਾ ਬਿਆਨ ਦੇ ਨਕਸ਼, ਵਕਤ ਦੀ ਸੁਨਹਿਰੀ ਤਹਿਜ਼ੀਬ, ਸਮੇਂ ਦਾ ਸੁੰਦਰ ਸਰੂਪ, ਸਮਾਜ ਦਾ ਖੂਬਸੂਰਤ ਮੁਹਾਂਦਰਾ, ਸਦਭਾਵੀ ਤਰੰਗਾਂ ਦਾ ਸੁਖਨ ਤੇ ਸਕੂਨ। ਧੰਨਵਾਦ। ਅਗਲਾ ਲੇਖ ਹੈ
ਇਹ ਜਗ ਸਰਾਏ ਮੁਸਾਫਰਾਂ। ਇਸ ਧਰਤੀ ਤੇ ਕੁਝ ਨਹੀਂ ਸਥਿਰ, ਕੁਝ ਨਹੀਂ ਸਦੀਵ। ਕਿਸੇ ਨੇ ਆਪਣਾ ਅੱਗਾ ਦੇਖਿਆ ਤੇ ਨਾ ਹੀ ਕਿਸੇ ਨੂੰ ਪਤਾ ਹੈ ਕਿ ਕੁਦਰਤ ਕਿਹੜਾ ਰੂਪ ਆਪਣੀ ਝੋਲੀ 'ਚ ਲੁਕੋਈ ਮਨੁੱਖ ਦੇ ਦਰ ਦੀ ਦਸਤਕ ਬਣਨ ਵਾਲੀ ਹੈ। ਪਤਾ ਨਹੀਂ ਕਿਹੜੇ ਚੰਦਰੇ ਵਕਤ ਨੇ ਉਮਰ ਦੇ ਦਰਾਂ ਨੂੰ ਠਕੋਰਨਾ ਤੇ ਮਨੁੱਖ ਦੀ ਔਧ ਨੂੰ ਆਪਣੇ ਨਾਲ ਲੈ ਕੇ ਤੁਰਦੇ ਬਣਨਾ। ਪਲ ਦੀ ਵਿੱਥ ਧੜਕਣ ਤੇ ਮਿੱਟੀ ਦੀ ਢੇਰੀ 'ਚ ਬਹੁਤ ਹੀ ਮਹੀਨ ਅੰਤਰ ਏ ਸਾਹ ਦੇ ਆਉਣ ਤੇ ਨਾ ਆਉਣ ਵਿੱਚ, ਬੋਲਣ ਲਈ ਫਰਕ ਦੇ ਹੋਠਾਂ ਤੇ ਪਸਰੀ ਹੋਈ ਸਦੀਵੀ ਸੁੰਨਤਾ ਵਿੱਚ, ਅੱਖ 'ਚ ਤੈਰਦੇ ਸੁਪਨਿਆਂ ਤੇ ਸੁਪਨਿਆਂ ਦੇ ਸੋਗ ਵਿੱਚ, ਫੈਲਰ ਹਾਸਿਆਂ ਵਿੱਚ ਤੇ ਹੋਣੀ ਦੀ ਦਸਤਕ ਵਿੱਚ, ਤੇ ਜੀਵਨ ਧਾਰਾ 'ਚ ਤੇ ਹੌਕਿਆਂ ਦੀ ਔਧ ਵਿੱਚ। ਇੱਕ ਪਲ ਮਨੁੱਖ ਜਿਉਂਦਾ ਹੈ ਉਹ ਆਪਣੇ ਪਰਿਵਾਰ ਬਾਰੇ ਸੋਚਦਾ ਹੈ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਫਿਕਰਮੰਦ ਹੈ, ਆਪਣੀ ਸਿਹਤ ਬਾਰੇ ਸੁਚੇਤ ਹੈ, ਆਪਣੀ ਜੀਵਨ ਸ਼ੈਲੀ ਨੂੰ ਨਿਰੰਤਰਨ ਕਰਨ ਲਈ ਬਹੁਤ ਸਾਵਧਾਨ ਹੈ, ਆਪਣੀ ਕਾਰਜ ਸ਼ੈਲੀ 'ਚ ਦੂਸਰਿਆਂ ਦੇ ਦਰਦ ਦੀ ਦਵਾ ਬਣਨਾ ਵੀ ਲੋਚਦਾ ਹੈ ਤੇ ਉਹਦੀ ਕਰਮ ਧਾਰਨਾ ਕਿਸੇ ਦੀ ਪੀੜਾ ਵੀ ਹਰਨ ਕਰਦੀ ਹੈ। ਉਹ ਆਪਣੇ ਤੋਂ ਵਡੇਰਿਆਂ ਦੀ ਅਸੀਸ ਦੀ ਆਸ ਕਰਦਾ ਹੈ ਤੇ ਛੋਟਿਆਂ ਲਈ ਆਸ਼ੀਰਵਾਦ ਵੀ ਬਣਦਾ ਹੈ। ਪਰ ਇੱਕ ਮਾਰੂ ਪਲ ਵਿੱਚ ਸਾਰਾ ਤਮਾਸ਼ਾ ਖਤਮ ਹੋ ਜਾਂਦਾ ਹੈ। ਉਹ ਵਿਅਕਤੀ ਇਹ ਸਾਰਾ ਕੁਝ ਆਪਣੇ ਨਾਲ ਲੈ ਕੇ ਉੱਥੇ ਤੁਰ ਜਾਂਦਾ ਹੈ ਜਿੱਥੋਂ ਨਾ ਤਾਂ ਕੋਈ ਸੁੱਖ ਸੁਨੇਹਾ ਆਉਂਦਾ ਹੈ ਤੇ ਨਾ ਹੀ ਕਦੇ ਕੋਈ ਪਰਤਦਾ ਹੈ। ਸਿਰਫ ਹਵਾਵਾਂ 'ਚ ਕੁਝ ਯਾਦਾਂ ਦੇ ਲਟਕਦੇ ਖੰਭ ਰਹਿ ਜਾਂਦੇ ਨੇ, ਜਿਹੜੀ ਹੌਲੀ ਹੌਲੀ ਸਮੇਂ ਦੇ ਵਹਾਅ 'ਚ ਧੁੰਦਲੇ ਹੁੰਦੇ ਹੁੰਦੇ ਆਖਰ ਨੂੰ ਲੋਪ ਹੋ ਕੇ ਰਹਿ ਜਾਂਦੇ ਨੇ ਤੇ ਦੁਨੀਆ ਦਾ ਸਾਰਾ ਕਾਰ ਵਿਹਾਰ ਉਸੇ ਰੂਪ ਵਿੱਚ ਹੀ ਚੱਲਦਾ ਰਹਿੰਦਾ ਹੈ। ਬੜੀ ਠੇਸ ਪਹੁੰਚਦੀ ਹੈ ਇੱਕ ਭਾਵੁਕ ਆਦਮੀ ਨੂੰ ਜਦ ਕੋਈ ਅਜਿਹਾ ਅਚਨਚੇਤ ਵਾਪਰਦਾ ਹੈ ਜਿਹਦਾ ਕਿਆਸ ਵੀ ਨਹੀਂ ਕੀਤਾ ਹੁੰਦਾ। ਜਦ ਕਿਸੇ ਨੂੰ ਫੋਨ ਤੇ ਸਦਮਾ ਸੁਣਾਇਆ ਜਾਵੇ ਕਿ ਉਹਦੇ ਪਰਿਵਾਰ ਦੇ ਕੁਝ ਜੀਅ ਵਿਆਹ ਦੇ ਸ਼ਗਨ ਤੋਂ ਪਰਤ ਰਹੇ ਸਨ ਤਾਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਏ। ਪਲ ਵਿੱਚ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਦਾ ਧੁਆਂਖੇ ਜਾਣਾ ਇੱਕ ਕਹਿਰ, ਰੱਬ ਦਾ ਉਤਰ ਕੇ ਕਮਾਇਆ ਵੈਰ, ਤੇ ਇਸ ਵੈਰ ਨਾਲ ਚਾਰੇ ਪਾਸੇ ਪਸਰਿਆ ਅੰਧੇਰ। ਕੁਝ ਲੋਕ ਕੁਦਰਤੀ ਮੌਤ ਮਰਦੇ, ਕੁਝ ਲੋਕ ਮਰਨ ਲਈ ਮਰ ਜਾਂਦੇ ਨੇ, ਪਰ ਕੁਝ ਲੋਕ ਰੱਬ ਦਾ ਉਲਾਂਭਾ ਲਾਉਣ ਲਈ ਇਸ ਧਰਤੀ ਤੇ ਆਉਂਦੇ ਤੇ ਫਿਰ ਆਪਣੇ ਸਾਹਾਂ ਨੂੰ ਖੋਟਾ ਕਰਕੇ ਤੁਰਨ ਦੀ ਕਾਹਲੀ ਕਰਦੇ। ਅਜਿਹੇ ਲੋਕਾਂ ਦਾ ਜਿਉਣਾ ਅਕਾਰਥ, ਮਨੁੱਖਾ ਜੂਨ ਦੀ ਖਾਨਾ ਪੂਰਤੀ। ਕੁਝ ਲੋਕ ਇਸ ਧਰਤੀ ਤੇ ਆ ਕੇ ਆਪਣੀ ਸਦੀਵੀ ਹੋਂਦ ਦਾ ਪਰਚਮ ਲਹਿਰਾਉਣ 'ਚ ਅਜਿਹੇ ਵਿਲੀਨ ਹੋ ਜਾਂਦੇ ਨੇ ਕਿ ਉਹਨਾਂ ਨੂੰ ਆਪਣੀ ਅਸਲੀ ਹਸਤੀ ਦਾ ਖਿਆਲ ਹੀ ਨਹੀਂ ਰਹਿੰਦਾ। ਕਦ ਇਸ ਬੁਲਬੁਲੇ ਨੇ ਆਪਣਾ ਵਜੂਦ ਗਵਾ ਬਹਿਣਾ ਹੈ, ਕਿਹੜੇ ਵੇਲੇ ਕਿਸੇ ਦੇ ਮੋਢਿਆਂ ਦਾ ਭਾਰ ਬਣਨਾ ਹੈ। ਕਿਸੇ ਨੇ ਤਾਂ ਆਖਰੀ ਵਾਰ ਸਿਵਿਆਂ ਨੂੰ ਜਾਰੀ ਅਰਥੀ ਦੇ ਆਖਰੀ ਦੀਦਾਰ ਲਈ ਵੀ ਸਮਾਂ ਨਹੀਂ ਕੱਢ ਸਕਣਾ ਤੇ ਫਿਰ ਆਖਰ ਨੂੰ ਇਸ ਸਰੀਰ ਨੇ ਅਗਨੀ ਭੇਂਟ ਹੋ ਰਾਖ ਬਣ ਜਾਣਾ ਹੈ, ਜਿਹੜੀ ਹਵਾ ਦੇ ਬੁੱਲੇ ਨਾਲ ਉੱਡਦੀ ਧਰਤੀ ਦੇ ਕਣਾਂ 'ਚ ਕਣ ਬਣ ਕੇ ਸਮਾ ਜਾਏਗੀ ਤੇ ਫਿਰ ਕਿਸੇ ਦੀ ਅੱਖ 'ਚ ਨਹੀਂ ਰੜਕਣਾ ਕਿ ਕਦੇ ਵਕਤ ਵਰਤ ਸਕਦਾ ਹੈ ਸਭ ਨਾਲ ਅਜਿਹਾ ਭਾਣਾ। ਮਨੁੱਖ ਕਦੇ ਵੀ ਆਪਣੇ ਆਖਰੀ ਸੱਚ ਬਾਰੇ ਨਹੀਂ ਸੋਚਦਾ, ਸੱਚ ਜਿਹੜਾ ਸਦੀਵ ਤੇ ਜਿਹਨੇ ਸਦੀਵ ਰਹਿਣਾ ਹੈ। ਕੋਈ ਨਹੀਂ ਹੋ ਸਕਦਾ ਇਸ ਤੋਂ ਨਾਬਰ ਤੇ ਨਾ ਹੀ ਕੋਈ ਇਨਕਾਰ ਕਰ ਸਕਦਾ ਹੈ ਕਿ ਮੈਂ ਨਹੀਂ ਜਾਣਾ। ਆਪਣੇ ਸਾਹਾਂ ਦੀ ਪੂੰਜੀ ਖਤਮ ਕਰਕੇ ਤੁਰ ਰਹੇ ਲੋਕਾਂ ਕੋਲ ਜੇਕਰ ਬਚਦੀ ਹੈ ਤਾਂ ਸਾਰਥਕ ਕਰਮਾਂ ਦੀ ਪੂੰਜੀ, ਜਿਹਨੇ ਉਹਦੇ ਜਾਣ ਤੋਂ ਬਾਅਦ ਹੀ ਰਹਿਣਾ ਹੈ। ਤੇ ਇਸ ਕਾਰਨ ਕੋਈ ਮਨੁੱਖ ਸਦੀਵੀ ਯਾਦ ਬਣ ਕੇ ਕਿਸੇ ਦੇ ਚੇਤਿਆਂ 'ਚ ਵਸ ਜਾਂਦਾ ਹੈ, ਵਰਨਾ ਉਹ ਇੱਕ ਉਦਾਸ ਤਸਵੀਰ ਬਣ ਕੇ ਕੰਧ ਤੇ ਲਟਕਦਾ ਰਹਿ ਜਾਂਦਾ ਹੈ। ਹੌਲੀ ਹੌਲੀ ਇਹ ਤਸਵੀਰ ਘੱਟੇ 'ਚ ਲਬਰੇਜ਼ ਹੁੰਦੀ ਧੁੰਦਲੀ ਹੋ ਘਰ ਦੇ ਜੀਆਂ ਦੇ ਚੇਤਿਆਂ ਵਿੱਚੋਂ ਵੀ ਵਿਸਰ ਜਾਂਦੀ ਹੈ। ਮਨੁੱਖ ਕੋਲ ਨਿੱਜੀ ਮਾਇਕ ਪ੍ਰਾਪਤੀਆਂ ਜਾਂ ਦੁਨਿਆਵੀ ਸੁੱਖ ਸਾਧਨਾਂ ਤੋਂ ਸਿਵਾਏ ਕੁਝ ਵੀ ਸੋਚਣ ਦੀ ਵਿਹਲ ਹੀ ਨਹੀਂ। ਉਹਨੂੰ ਆਪਣੇ ਅੰਦਰ ਵੀ ਝਾਕਣ ਦੀ ਵਿਹਲ ਨਹੀਂ, ਨਾ ਹੀ ਕਰ ਸਕਦਾ ਆਪਣੇ ਆਪ ਨਾਲ ਗੁਫ਼ਤਗੂ ਤੇ ਨਾ ਹੀ ਕਦੇ ਹੁੰਦਾ ਹੈ ਆਪਣੇ ਆਪ ਦੇ ਰੂਬਰੂ। ਜ਼ਿੰਦਗੀ ਦੀ ਸਾਰਥਕਤਾ ਗਵਾ ਚੁੱਕੇ ਲੋਕ ਮਰ ਗਏ ਸੁਪਨਿਆਂ ਦੀ ਬਸਤੀ ਵਾਂਗਰਾਂ ਹੁੰਦੇ ਹਨ, ਜਿੱਥੇ ਚਿੱਟੀਆਂ ਚਾਦਰਾਂ ਤੇ ਚਿੱਟੇ ਪਹਿਰਾਵੇ ਕਲਬੂਤਾਂ ਦੀ ਹੋਂਦ ਦੀ ਹਾਮੀ ਭਰ ਸਕਦੇ ਨੇ ਤੇ ਅਹਿਸਾਸਾਂ ਨਾਲ ਜਿਉਂਦੇ ਕਿਸੇ ਜੀਵ ਦੀ ਮੌਜੂਦਗੀ ਨੂੰ ਕਿਆਸਣਾ ਵਕਤ ਦਾ ਗੁਨਾਹ ਹੁੰਦਾ ਹੈ। ਮਨੁੱਖ ਦੇ ਜੀਵਨ ਦੀ ਸਾਰਥਕਤਾ ਨੂੰ ਪਰਿਭਾਸ਼ਿਤ ਕਰਕੇ ਹੀ ਅਸੀਂ ਇਹਦੀ ਸਦੀਵਤਾ ਦੀ ਹਾਮੀ ਭਰ ਸਕਦੇ ਹਾਂ। ਇਹਦੇ ਅਰਥਾਂ ਦੀ ਕਲਾ ਨਿਕਾਸ਼ੀ ਕਰਦਿਆਂ ਹੀ ਹੋ ਸਕਦੀ ਹੈ ਜੀਵਨ ਪੰਧ ਦੀਆਂ ਪੈੜਾਂ ਦੀ ਨਿਸ਼ਾਨਦੇਹੀ। ਜੀਵਨ ਦੀ ਸੁਚਮਤਾ ਵਿੱਚ ਹੀ ਛੁਪੀ ਹੋਈ ਹੈ ਇਹਦੇ ਕਰਮ ਯੋਗਤਾ ਦੀ ਗਵਾਹੀ। ਜੀਵਨ ਦੀ ਨਿਰੰਤਰਤਾ ਵਿੱਚ ਹੀ ਸਮਾ ਸਕਦਾ ਹੈ ਇਹਦੇ ਪੈਰਾਂ ਦਾ ਕਮਾਇਆ ਹੋਇਆ ਫਾਸਲਾ। ਜੀਵਨ ਦੀਆਂ ਅਸੀਮ ਪਰਤਾਂ ਨੂੰ ਫਰੋਲਦਿਆਂ ਹੀ ਇੱਕ ਵਿਅਕਤੀ ਕਰ ਸਕਦਾ ਹੈ ਉਹਨਾਂ ਨਕਸ਼ਾਂ ਤੱਕ ਪਹੁੰਚ ਜਿਨ੍ਹਾਂ ਤੱਕ ਪਹੁੰਚਣ ਲਈ ਕਈ ਵਾਰ ਕਈ ਜ਼ਿੰਦਗੀਆਂ ਵੀ ਘੱਟ ਹੁੰਦੀਆਂ ਨੇ। ਅਸੀਂ ਧਾਰਮਿਕ ਰਹਿਨੁਮਾਵਾਂ ਦੀ ਸੰਗਤ ਮਾਣਦੇ ਹਾਂ, ਪੀਰਾਂ ਪੈਗੰਬਰਾਂ ਦੀਆਂ ਗਿਆਨ ਗੋਸ਼ਟੀਆਂ ਦਾ ਲਾਹਾ ਵੀ ਲੈਂਦੇ ਹਾਂ, ਮਜ਼ਾਰਾਂ ਤੇ ਜਗਦੇ ਚਿਰਾਗਾਂ ਦੀ ਰੌਸ਼ਨੀ ਨੂੰ ਮਸਤਕ 'ਚ ਧਰਨ ਦਾ ਭਰਮ ਪਾਲਦੇ ਹਾਂ।
ਧਾਰਮਿਕ ਗ੍ਰੰਥਾਂ ਦੇ ਹਰਫਾਂ 'ਚ ਟਿਮਟਿਮਾਉਂਦੇ ਜੁਗਨੂਆਂ ਦੀ ਠੰਡੀ ਰੌਸ਼ਨੀ ਨਾਲ ਆਪਣੇ ਹਨੇਰ ਰਾਹਾਂ 'ਚ ਚਾਨਣ ਤਰੌਂਕਣ ਦਾ ਭਰਮ ਪਾਲਦੇ ਹਾਂ। ਬਾਬੇ ਬਿਰਖਾਂ ਵਰਗੇ ਬਜ਼ੁਰਗਾਂ ਦਾ ਸਿਆਣਪਾਂ ਭਰਪੂਰ ਸਾਥ ਸਾਨੂੰ ਨਸੀਬ ਹੁੰਦਾ ਹੈ। ਸਾਡੇ ਸਿਰਾਂ ਦੀ ਛਾਂ ਜਿਹੇ ਮਾਪਿਆਂ ਦੀਆਂ ਅਸੀਸਾਂ ਤੇ ਆਸ਼ੀਰਵਾਦ ਸਾਡੀ ਹਾਸਲ ਹੁੰਦੀ ਹੈ। ਪਰ ਅਸੀਂ ਇਸ ਸਭ ਕਾਸੇ ਵਿੱਚ ਕੀ ਕਦੀ ਜੀਵਨ ਦੀ ਸਾਰਥਕਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਕੀ ਅਸੀਂ ਆਪਣੇ ਆਪ ਦੇ ਸਾਹਮਣੇ ਕੁਝ ਪ੍ਰਸ਼ਨ ਲੈ ਕੇ ਹਾਜ਼ਰ ਹੋਏ ਹਾਂ, ਜਾਂ ਅਸੀਂ ਜੀਵਨ ਦੀ ਅਸੀਮਤਾ 'ਚੋਂ ਕਦੇ ਸੀਮਤ ਗਿਆਨ ਨੂੰ ਵੀ ਤਲਾਸ਼ਣ ਦਾ ਤਰੱਦਦ ਕੀਤਾ ਹੈ? ਸਮਾਂ ਮਿਲਣ ਤੇ ਆਪਣੇ ਆਪ ਨੂੰ ਜ਼ਰੂਰ ਪੁੱਛਿਓ, ਤੁਹਾਨੂੰ ਇਹਦਾ ਕੋਈ ਨਾ ਕੋਈ ਜਵਾਬ ਜ਼ਰੂਰ ਮਿਲ ਜਾਏਗਾ। ਪਰ ਹੋ ਸਕਦਾ ਤੁਸੀਂ ਇਸ ਜਵਾਬ ਨੂੰ ਆਪਣੇ ਅੰਦਰ ਉਤਾਰਨ ਲਈ ਮਾਨਸਿਕ ਤੌਰ ਤੇ ਤਿਆਰ ਨਾ ਹੋਵੋ। ਯਾਦ ਰੱਖਿਓ, ਜੋ ਜੀਵ ਇਸ ਦੁਨੀਆ ਤੇ ਆਇਆ ਉਹਨੇ ਔਧ ਪੁਗਾ ਕੇ ਜ਼ਰੂਰ ਜਾਣਾ। ਇਹ ਜੀਵਨ ਦਾ ਇੱਕ ਸਰਕਲ ਹੈ ਤੇ ਹਰ ਜੀਵ ਇੱਕ ਸਰਕਲ ਦਾ ਹਿੱਸਾ ਹੈ। ਇਹ ਤੋਂ ਅਸੀਂ ਨਾਬਰ ਨਹੀਂ ਹੋ ਸਕਦੇ ਤੇ ਨਾ ਹੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਇਸ ਸ੍ਰਿਸ਼ਟੀ ਤੇ ਨਿਰਲੇਪ ਰਹਿ ਸਕਦੇ ਹਾਂ। ਜੇ ਅਸੀਂ ਇਸ ਕਾਇਨਾਤ ਵਿੱਚ ਵਿਚਰਦੇ ਹਾਂ ਤੇ ਇਹਦੀ ਆਬੋ ਹਵਾ ਨੂੰ ਮਾਣਦੇ ਆਪਣੇ ਜੀਵਨ ਨੂੰ ਮਾਣ ਰਹੇ ਹਾਂ, ਤਾਂ ਸਾਨੂੰ ਇਹਦੇ ਹਰ ਪ੍ਰਭਾਵ ਨੂੰ ਕਬੂਲਣਾ ਚਾਹੀਦਾ ਹੈ ਤੇ ਸਮੇਂ ਦੀਆਂ ਕੁਰਖਤ ਅਸਲੀਅਤਾਂ ਨੂੰ ਹੀ ਹੰਢਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਵਾਸਤਾ ਹੀ ਇਸ ਅਣਮੋਲ ਮਨੁੱਖੀ ਜੀਵਨ ਨੂੰ ਵਿਅਰਥ ਨਾ ਗਵਾਓ। ਇਹਦੇ ਪੈਰ ਪੈਰ ਤੇ ਪਸਰੀਆਂ ਸਲੀਬਾਂ ਨੂੰ ਆਪਣਾ ਹਾਸਲ ਬਣਾਓ। ਇਹਦੇ ਹਰ ਰਾਹ ਤੇ ਗੱਡੀਆਂ ਫਾਈਆਂ ਨੂੰ ਆਪਣੀ ਕਰਮ ਰੇਖਾ ਬਣਾਓ। ਸਮਾਜਿਕ ਬੰਦਿਸ਼ਾਂ ਦੀਆਂ ਖਾਈਆਂ ਨੂੰ ਟੱਪਣ ਦਾ ਕੋਈ ਜੁਗਾੜ ਬਣਾਓ। ਚਾਨਣ ਨੂੰ ਚਰੂੰਡ ਦੀਆਂ ਕਾਲਖਾਂ ਨੂੰ ਆਪਣੇ ਮਜ਼ਬੂਤ ਪੈਰਾਂ 'ਚ ਲਤਾੜ ਕੇ ਮਲੀਆ ਮੇਟ ਕਰਦੇ ਜਾਓ। ਇਹਨਾਂ ਕੰਡਿਆਲੀ ਥੋਰਾਂ ਵਰਗੀਆਂ ਪੈੜਾਂ ਨੂੰ ਰਹਿਮਤਾਂ ਭਰਪੂਰ ਰਾਹਾਂ ਦਾ ਸਿਰਨਾਵਾ ਬਣਾਓ ਤੇ ਜ਼ਿੰਦਗੀ ਨੂੰ ਜ਼ਿੰਦਗੀ ਦੇ ਸਹੀ ਅਰਥਾਂ ਦੀ ਰੂਹੇ ਰਵਾਂ ਦਾ ਤਾਜ ਪਹਿਨਾਓ। ਪਤਾ ਨਹੀਂ ਕੁਝ ਲੋਕ ਜੋਬਨ ਉੱਤੇ ਤੁਰਨ ਦਾ ਕਿਵੇਂ ਹੀਆ ਕਰਦੇ ਨੇ। ਕਿਉਂ ਕੁਝ ਲੋਕ ਇਸ ਜੀਵਨ ਨੂੰ ਪਾਣੀ ਦੀਆਂ ਮਾਰੂ ਲਹਿਰਾਂ ਦੇ ਹਵਾਲੇ ਕਰਕੇ ਸੁਰਖਰੂ ਹੋਣਾ ਲੋਚਦੇ ਨੇ। ਕਿਉਂ ਕੁਝ ਲੋਕ ਸਾਹਾਂ ਦੇ ਨਾਵੇਂ ਖੁਦਕੁਸ਼ੀ ਲਿਖ ਜਾਂਦੇ ਨੇ। ਕਿਉਂ ਕੁਝ ਲੋਕ ਆਪਣੇ ਹੱਥੀਂ ਆਪਣੀ ਸਾਹ ਰਗ ਨੂੰ ਵੱਢ ਸੁੱਟਦੇ ਨੇ। ਕਿਉਂ ਕੁਝ ਲੋਕ ਇਸ ਦੁਨੀਆ ਤੋਂ ਜਾਣ ਸਮੇਂ ਆਪਣਿਆਂ ਦੇ ਨਾਵੇਂ ਉਮਰਾਂ ਦਾ ਦਰਦ ਲਾ ਜਾਂਦੇ ਨੇ। ਇੱਕ ਸਦੀਵੀ ਪੀੜਾ ਉਹਨਾਂ ਦਾ ਮਾਤਮੀ ਵੈਰਾਗ ਬਣ ਜਾਂਦੀ ਹੈ। ਇੱਕ ਨਮੋਸ਼ੀ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਲੋਕ ਇਹਨਾਂ ਮਰ ਗਿਆਂ ਨੂੰ ਸਾਰੀ ਉਮਰ ਹੀ ਰੋਣ ਜੋਗੇ ਰਹਿ ਜਾਂਦੇ ਨੇ। ਫਿਰ ਇੱਕ ਨਾਸੂਰ ਹਰ ਦਿਲ 'ਚ ਧੁਖਦਾ ਆਖਰ ਨੂੰ ਇੱਕ ਵਿਅਕਤੀ ਨੂੰ ਧੁਖਦਾ ਗੋੜਾ ਬਣਾ ਹੌਲੀ ਹੌਲੀ ਰਾਖ ਹੋ ਜਾਂਦਾ ਹੈ। ਇਸ ਜੱਗ ਤੋਂ ਜਾਂਦੇ ਵਕਤ ਜਦ ਇੱਕ ਮੁਸਾਫਰ ਆਪਣੀਆਂ ਪੈੜਾਂ ਦੇ ਕੁਝ ਨਕਸ਼ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਵੇਂ ਕਰ ਜਾਂਦਾ ਤੇ ਸਮਾਂ ਦੀ ਧਨ ਭਾਗਤਾ ਬੀਤੇ ਦਾ ਹਾਸਲ ਤੇ ਭਵਿੱਖ ਦਾ ਸੁਖਨ ਹੁੰਦੀ ਹੈ। ਅਜਿਹੇ ਸੁਖਨ ਦੀ ਤਲਾਸ਼ ਵਿੱਚ ਹੀ ਹਰ ਮਨੁੱਖ ਜੇ ਆਪਣਾ ਪੈਂਡਾ ਸਕਾਰਤ ਕਰਨ ਦੀ ਕੋਸ਼ਿਸ਼ ਕਰੇ ਤਾਂ ਜਿਉਣਾ ਹੁੰਦਾ ਹੈ। ਜਗ ਦੇ ਅਰਥਾਂ ਲਈ ਹਰਫ ਹੋ ਕੇ ਜਿਉਣ ਦੀ ਅਰਾਧਨਾ ਵਰਗੇ ਲੋਕ ਜਿਉਣ ਦਾ ਸੁੱਚਮ ਹੁੰਦੇ ਨੇ ਤੇ ਤੁਸੀਂ ਅਜਿਹੇ ਸੁੱਚਮ ਦਾ ਸ਼ਰਫ ਬਣਨਾ ਹੈ। ਧੰਨਵਾਦ। ਅਗਲਾ ਲੇਖ ਹੈ ਸਮੇਂ ਸਮਰੱਥ। ਸਮੇਂ ਦੀ ਤੋਹੀਨ ਕਰਨਾ ਸਭ ਤੋਂ ਵੱਡਾ ਗੁਨਾਹ ਹੈ ਤੇ ਇਸ ਗੁਨਾਹ ਲਈ ਕੁਦਰਤ ਕਦੇ ਵੀ ਕਿਸੇ ਨੂੰ ਵੀ ਮਾਫ ਨਹੀਂ ਕਰਦੀ। ਵਕਤ ਦੀ ਨਜ਼ਾਕਤ ਵੇਖ ਕੇ ਚੱਲਣ ਵਾਲੇ ਲੋਕ ਸਮਿਆਂ ਦੀ ਹਿੱਕ ਤੇ ਆਪਣੇ ਨਰੋਏ ਨਕਸ਼ਾਂ ਦੀ ਕਲਾ ਨਿਕਾਸ਼ੀ ਕਰਦੇ ਨੇ। ਸਮਾਂ ਸਭ ਤੋਂ ਬਲਵਾਨ ਹੈ ਤੇ ਇਹਦੀ ਗ੍ਰਿਫਤ 'ਚ ਆਏ ਲੋਕ ਜਾਂ ਤਾਂ ਇਸ ਤੇ ਆਪਣੀ ਨਰੋਈ ਹੋਂਦ ਦੇ ਨਕਸ਼ ਖੁਣ ਦਿੰਦੇ ਨੇ, ਜਾਂ ਉਹਨਾਂ ਲੋਕਾਂ ਦੀ ਹੋਂਦ ਸਮੇਂ ਦੀ ਕਬਰ 'ਚ ਇੰਨੀ ਡੂੰਘੀ ਦਫਨ ਹੋ ਜਾਂਦੀ ਹੈ ਕਿ ਕਿਸੇ ਨੂੰ ਵੀ ਉਹਨਾਂ ਦੇ ਨਾਮੋ ਨਿਸ਼ਾਨ ਦੀ ਕਦੇ ਵੀ ਕੋਈ ਉਗ ਸੁਗ ਨਹੀਂ ਮਿਲਦੀ। ਕਦੇ ਬਜ਼ੁਰਗ ਕਿਹਾ ਕਰਦੇ ਸਨ ਕਿ ਸਮੇਂ ਸਮਰੱਥ, ਤੇ ਅਸੀਂ ਇਹਦੇ ਡੂੰਘੇ ਅਰਥਾਂ ਨੂੰ ਸਮਝਣ ਤੋਂ ਕੋਰੇ ਸਮੇਂ ਨੂੰ ਸਹੀ ਅਰਥਾਂ 'ਚ ਸਮਝਣ ਤੋਂ ਅਸਮਰਥ ਰਹਿ ਜਾਂਦੇ ਸਾਂ। ਸਮੇਂ ਦੀ ਸਮਰੱਥਾ, ਸੰਭਾਵਨਾਵਾਂ, ਸਹਿਜਤਾ ਤੇ ਸੰਪੂਰਨਤਾ ਤੋਂ ਕੋਰੇ ਲੋਕ ਜ਼ਿੰਦਗੀ ਨੂੰ ਇਹਦੇ ਸਹੀ ਰੂਪ ਵਿੱਚ ਪਰਿਭਾਸ਼ਿਤ ਕਰਨ ਤੋਂ ਹੀ ਵਿਰਵੇ ਰਹਿ ਜਾਂਦੇ ਨੇ। ਸਮਾਂ ਬਹੁਤ ਕੀਮਤੀ ਹੈ। ਇਹ ਤੋਂ ਵੀ ਜ਼ਿਆਦਾ ਕੀਮਤੀ ਹੈ ਸਮੇਂ ਦੀ ਸੁਯੋਗ ਵਰਤੋਂ। ਜੋ ਲੋਕ ਸਮੇਂ ਨੂੰ ਸਹੀ ਸਮੇਂ ਸਹੀ ਮਾਅਨਿਆਂ ਵਿੱਚ ਵਰਤ ਕੇ ਆਪਣੇ ਨਿਸ਼ਾਨਿਆਂ ਦੀ ਪੈੜ ਨੱਪਦੇ ਨੇ, ਮੰਜ਼ਿਲਾਂ ਉਹਨਾਂ ਨੂੰ ਜ਼ਰੂਰ ਨਤਮਸਤਕ ਹੁੰਦੀਆਂ ਨੇ। ਜੋ ਸਮੇਂ ਨੂੰ ਹੀ ਵਿਸਾਰ ਦਿੰਦੇ ਨੇ ਤਾਂ ਸਮਾਂ ਉਹਨਾਂ ਨੂੰ ਅਜਿਹਾ ਵਿਸਾਰਦਾ ਹੈ ਕਿ ਇੱਕ ਝੋਰਾ ਉਮਰੋਂ ਲੰਮੇਰਾ ਹੌਕਾ ਉਹਨਾਂ ਦੀ ਕਰਮ ਰੇਖਾ ਤੇ ਧਰਿਆ ਜਾਂਦਾ ਹੈ। ਸਮਾਂ ਤੁਰਿਆ ਜਾਂਦਾ ਹੈ। ਬਹੁਤੀ ਵਾਰ ਸਾਨੂੰ ਸਮੇਂ ਦੀ ਤੋਰ ਦਾ ਅਹਿਸਾਸ ਹੀ ਨਹੀਂ ਹੁੰਦਾ। ਅਸੀਂ ਮਾਨਸਿਕ ਤੌਰ ਤੇ ਸੌਂ ਜਾਂਦੇ ਹਾਂ ਤੇ ਜਦ ਕੋਈ ਸਾਨੂੰ ਝੰਜੋੜਦਾ ਹੈ ਤੇ ਜਾਗ ਖੁੱਲ੍ਹਦੀ ਹੈ, ਇੰਨੇ ਚਿਰ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਬਹੁਤੇ ਗੁਰੂ, ਧਾਰਮਿਕ ਰਹਿਬਰ ਜਾਂ ਬਜ਼ੁਰਗ ਸਾਨੂੰ ਜਗਾਉਂਦੇ ਨੇ, ਸਾਡੀ ਸੁੱਤੀ ਹੋਈ ਚੇਤਨਾ ਨੂੰ ਹਿਲਾਉਂਦੇ ਨੇ ਤਾਂ ਕਿ ਅਸੀਂ ਸੁਚੇਤ ਰੂਪ 'ਚ ਸਮੇਂ ਦੀਆਂ ਚੁਣੌਤੀਆਂ ਦੇ ਰੂਬਰੂ ਹੋ ਇਹਨਾਂ ਦਾ ਮੁਕਾਬਲਾ ਕਰਦਿਆਂ
ਨਵੀਂ ਪ੍ਰਾਪਤੀਆਂ ਦੀ ਅਛੋਹ ਸਿਖਰ ਨੂੰ ਛੋਹ ਸਕੀਏ। ਸਮੇਂ ਤੋਂ ਪਾਸਾ ਵੱਟਣ ਵਾਲੇ ਲੋਕ ਸਮੇਂ ਦੀ ਅਜਿਹੀ ਮਾਰ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਲੰਘੇ ਸਮੇਂ ਦੀਆਂ ਲਾਸਾਂ ਜ਼ਿੰਦਗੀ ਦੇ ਪਿੰਡੇ ਤੇ ਹਮੇਸ਼ਾ ਚਸਕਦੀਆਂ ਰਹਿੰਦੀਆਂ ਨੇ ਤੇ ਲਾਸਾਂ ਨਾਲ ਉਧੜੀ ਹੋਈ ਚਮੜੀ ਦੇ ਨਿਸ਼ਾਨ ਬੀਤੇ ਸਮਿਆਂ ਦੀ ਤਰਾਸਦੀ ਬਣ ਕੇ ਰਹਿ ਜਾਂਦੇ ਨੇ। ਸਮੇਂ ਦੀ ਸੁਚੱਜੀ ਵਰਤੋਂ ਜੀਵਨ ਦਾ ਸੁੱਚਮ, ਜੀਵਨ ਦਾ ਸੋਝ, ਇਹਦੀ ਮੂਰਤ ਭਾਵਨਾ ਦਾ ਅਸੀਮ ਪ੍ਰਵਾਹ, ਮਨੁੱਖੀ ਜੀਵਨ ਦੀ ਅਰਾਧਨਾ, ਮਾਨਵ ਦੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਵਰਦਾਨ, ਸਮਾਜਿਕ ਸੁਚਿਆਰਤਾ ਦਾ ਪ੍ਰਗਟਾਵਾ, ਮਨੁੱਖ ਦੀ ਆਪਣੇ ਤੇ ਲੁਕਾਈ ਪ੍ਰਤੀ ਸੁੱਚੀ ਸੰਵੇਦਨਾ ਤੇ ਇਸ ਰਾਹੀਂ ਜੀਵਨ ਦੀ ਚੰਗਿਆਈ ਨੂੰ ਫੈਲਾਉਣ ਦਾ ਸਹਿਜ ਵਰਤਾਰਾ। ਸਾਡੇ ਵੇਲਿਆਂ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਸਾਡਾ ਨੌਜਵਾਨ ਵਰਗ ਸਮੇਂ ਪ੍ਰਤੀ ਤੇ ਇਹਦੀ ਸੁਯੋਗ ਵਰਤੋਂ ਪ੍ਰਤੀ ਬਹੁਤ ਜ਼ਿਆਦਾ ਵਿਸਲਾ ਤੇ ਗੈਰ ਗੰਭੀਰ ਹੈ। ਇਹਨਾਂ ਲਈ ਸਮੇਂ ਦਾ ਅਰਥ ਹੈ ਜ਼ਿੰਦਗੀ ਦੇ ਥੋੜ੍ਹੇ ਚਿਰੇ ਸੁੱਖਾਂ ਦੀ ਪ੍ਰਾਪਤੀ, ਉਹਨਾਂ ਨੂੰ ਮਾਨਣਾ, ਸਰੀਰਕ ਸੁੱਖਾਂ ਦੀ ਲਾਲਸਾ ਵਿੱਚ ਗਲਤਾਨ ਤੇ ਇਹਨਾਂ ਚੋਂ ਹੀ ਆਪਣੀ ਜੀਵਨ ਸ਼ੈਲੀ ਨੂੰ ਵਿਸਥਾਰਨ ਦੀ ਨਿਰਮੂਲ ਕੋਸ਼ਿਸ਼। ਜੀਵਨ ਦੀਆਂ ਨਰੋਈਆਂ ਕਦਰਾਂ ਕੀਮਤਾਂ ਤੋਂ ਨਿਰਲੇਪ ਨੌਜਵਾਨ ਪੀੜ੍ਹੀ ਆਪਣੇ ਆਪ 'ਚ ਸੁੰਗੜੀ ਜੇ ਆਪਣੇ ਆਪ ਤੋਂ ਪਾਰ ਦੇਖਣ ਦੀ ਆਸ ਹੀ ਮਨ 'ਚ ਨਹੀਂ ਪਾਲ ਰਹੀ ਤਾਂ ਉਹਨੂੰ ਸਮਾਜਿਕ, ਆਰਥਿਕ ਜਾਂ ਧਾਰਮਿਕ ਸਰੋਕਾਰਾਂ ਦੀ ਸੂਝੀ ਕਿੰਝ ਆਏਗੀ? ਕੌਣ ਸਿਖਾਏਗਾ ਉਹਨਾਂ ਨੂੰ ਪਰਿਵਾਰਕ ਰਿਸ਼ਤਿਆਂ ਦੀ ਮਾਹੀਨ ਤੰਦਾਂ ਵਿਚਲੀ ਖਿੱਚ, ਇਹਦੀ ਪਕਿਆਈ, ਇਹਦੀ ਵਡਿਆਈ, ਰਿਸ਼ਤਿਆਂ ਦਾ ਨਿਭਾਅ, ਰਿਸ਼ਤਿਆਂ ਦੀ ਪਾਕੀਜ਼ਗੀ, ਰਿਸ਼ਤਿਆਂ 'ਚੋਂ ਨਵੇਂ ਰਿਸ਼ਤਿਆਂ ਦੀ ਅਭਿਲਾਸ਼ਾ ਤੇ ਜੀਵਨ ਅੰਬਰ ਤੇ ਫੈਲਦੀ ਸੋਨ ਰੰਗੀ ਆਸਾਂ। ਸਮਾਂ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ, ਪਤਾ ਨਹੀਂ ਕਿ ਕਿੰਨਾ ਚਿਰ ਹੋਰ ਫੈਲਦਾ ਰਹਿਣਾ ਹੈ। ਅਸੀਮ ਨੇ ਇਹਦੀਆਂ ਪਰਤਾਂ, ਇਹਦੀ ਕੁੱਖ 'ਚ ਦਫਨ ਇਹ ਸਮਿਆਂ ਦਾ ਕਾਲਾ ਤੇ ਰੌਸ਼ਨ ਇਤਿਹਾਸ, ਡੁੱਬਦੇ ਹੋਏ ਸੂਰਜਾਂ ਤੇ ਕਾਲੇ ਅੰਬਰਾਂ ਤੇ ਚੜ੍ਹਦੇ ਚੰਦਰਮਿਆਂ ਦੀ ਗਾਥਾ, ਮਹਾਬਲੀਆਂ ਦਾ ਵੀਰਗਤੀ ਭਰਪੂਰ ਵਰਣਨ ਤੇ ਜਾਬਰਾਂ ਦੀਆਂ ਕਰੁਣਾਮਈ ਕਹਾਣੀਆਂ ਦੀ ਦਰਦੀਲੀ ਦਾਸਤਾਨ, ਪੀਰਾਂ ਪੈਗੰਬਰਾਂ ਦੇ ਰੂਹਾਨੀ ਸੰਦੇਸ਼, ਉਹਨਾਂ ਦੀਆਂ ਅਸੀਸਾਂ ਦਾ ਵਰਦਾਨ ਤੇ ਉਹਨਾਂ ਦੀ ਕਰਮ ਯੋਗਤਾ ਦਾ ਦੂਰ ਦੂਰ ਤੀਕ ਪਸਰਿਆ ਵਸੀ ਅਸਮਾਨ। ਸਮੇਂ ਦੀ ਤਵਾਰੀਖ ਸਿਰਫ ਉਹਨਾਂ ਨੂੰ ਯਾਦ ਕਰਕੇ ਆਪਣੇ ਆਪ ਨੂੰ ਧੰਨ ਭਾਗ ਸਮਝਦੀ ਹੈ ਜਿਹਨੇ ਕਿਸੇ ਰੋਂਦੀ ਅੱਖ ਦਾ ਅਥਰੂ ਪੂੰਝਿਆ, ਕਿਸੇ ਭੁੱਖੇ ਢਿੱਡ ਲਈ ਰੋਟੀ ਦਾ ਟੁੱਕ ਬਣਿਆ, ਕਿਸੇ ਲਈ ਤਿੱਖੜ ਦੁਪਹਿਰ 'ਚ ਛਤਰੀ ਬਣ ਕੇ ਤਣਿਆ, ਕਿਸੇ ਅਬਲਾ ਦੀ ਹਿਚਕੀ ਨੂੰ ਸੀਨੇ 'ਚ ਉਤਾਰਿਆ ਜਾਂ ਕਿਸੇ ਮਾਸੂਮ ਲਈ ਹਾਂ ਦਾ ਨਾਅਰਾ ਮਾਰਿਆ। ਜਾਂ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜੋ ਕਿਸੇ ਨਿਰਦੋਸ਼ ਦੇ ਪਿੰਡੇ ਤੇ ਜ਼ੁਲਮਾਂ ਦੀ ਦਾਸਤਾਂ ਖੁਣਦੇ ਰਹੇ, ਕਿਸੇ ਦੀ ਵਿਲਕਣੀ ਨੂੰ ਬਹਿਰੇ ਕੰਨਾਂ ਨਾਲ ਸੁਣਦੇ ਰਹੇ ਤੇ ਸਮਿਆਂ ਦੀ ਤਸ਼ਬੀਹ ਨੂੰ ਕਰੂਰਤਾ ਸੰਗ ਲਬਰੇਜ਼ ਕਰਦੇ ਰਹੇ। ਉਹ ਲੋਕ ਜੋ ਸਮੇਂ ਦਾ ਕਾਲਾ ਵਰਕਾ ਬਣੇ, ਜਿਨ੍ਹਾਂ ਦੀ ਸੋਚ ਵਿੱਚ ਸੁਪਨਿਆਂ ਦਾ ਨਰ ਸੰਘਾਰ ਘੁਲਦਾ ਰਿਹਾ ਤੇ ਉਹਨਾਂ ਦੇ ਕਹਿਰ ਤੋਂ ਸਮੇਂ ਦਾ ਹਰ ਪੈਰ ਹੀ ਡਰਦਾ ਰਿਹਾ। ਸਮਾਂ ਤੁਰਦਾ ਏ ਤਾਂ ਇਸ ਨਾਲ ਤੁਰਦੇ ਨੇ ਸਾਡੇ ਸੁਪਨੇ, ਸਾਡੀਆਂ ਸੰਭਾਵਨਾਵਾਂ, ਸਾਡੇ ਅਹਿਸਾਸ, ਸਾਡੀ ਆਸ, ਸਾਡੀਆਂ ਸਾਂਝਾਂ, ਸਾਡੀਆਂ ਸੋਚਾਂ ਤੇ ਸੰਵੇਦਨਾਵਾਂ ਦੀ ਕੜੰਗੜੀ, ਸਾਡੇ ਵਿਸ਼ਵਾਸ, ਸਾਡੇ ਨੈਣਾਂ 'ਚ ਤੈਰਦਾ ਸੁਪਨ ਮੰਡਲ ਤੇ ਇਹਨੂੰ ਨਵੇਂ ਵਿਸਥਾਰ ਦੇਣ ਦੀ ਚਾਹਨਾ। ਜੇ ਅਸੀਂ ਸਮੇਂ ਦੇ ਬਦਲਣ ਨਾਲ ਆਪਣੇ ਵਿਚਾਰਾਂ, ਸੰਸਕਾਰਾਂ ਤੇ ਵਿਵਹਾਰਾਂ ਵਿੱਚ ਤਬਦੀਲੀ ਕਰਾਂਗੇ ਤੇ ਅਸੀਂ ਸਮੇਂ ਅਨੁਸਾਰ ਜਿਉਣ ਦੇ ਸਮਰੱਥ ਹੋ ਸਕਾਂਗੇ, ਵਰਨਾ ਵਿਹਾਜੀ ਵਕਤਾਂ ਦੀ ਹਨੇਰੀ ਗੁਫਾ 'ਚ ਗਵਾਚੇ ਲੋਕ ਕਿਸੇ ਨੂੰ ਵੀ ਨਹੀਂ ਥਿਆਉਂਦੇ। ਜ਼ਰਾ ਕੁ ਧਿਆਨ ਨਾਲ ਸੋਚਿਓ, ਕਿੱਥੇ ਨੇ ਉਹ ਵਕਤ ਜਦ ਅਸੀਂ ਆਪਣੇ ਬਜ਼ੁਰਗਾਂ ਦੀ ਉਂਗਲੀ ਫੜ ਕੇ ਤੁਰਨ ਦੀ ਜਾਚ ਸਿੱਖਦੇ ਸੀ। ਸਾਡੇ ਬੋਲਾਂ 'ਚ ਬਜ਼ੁਰਗਾਂ ਦੀਆਂ ਝਿੜਕਾਂ ਤੇ ਨਸੀਹਤਾਂ ਦੀ ਚਾਸ਼ਨੀ ਘੁਲਦੀ ਸੀ। ਸਾਡੇ ਹਰ ਕਾਰਜ ਵਿੱਚ ਸਾਡੇ ਮਾਪਿਆਂ ਦਾ ਜ਼ਿਕਰਯੋਗ ਪ੍ਰਭਾਵ ਹੁੰਦਾ ਸੀ। ਸਾਡੀ ਸੋਚ ਵਿੱਚ ਉਸ ਵਕਤ ਦੀ ਸੱਭਿਅਤਾ, ਸ਼ੈਲੀ ਤੇ ਸਿਰਜਣਾ ਭਾਰੂ ਸੀ ਤੇ ਅਸੀਂ ਇਸ ਨਾਲ ਆਪਣੇ ਆਪ ਨੂੰ ਸੰਪੂਰਨ ਸਮਝਦੇ ਸੀ। ਭਾਵੇਂ ਉਹ ਵਕਤ ਬੀਤ ਗਏ ਨੇ, ਪਰ ਉਹਨਾਂ ਦਾ ਅਦਿੱਖ ਪ੍ਰਭਾਵ ਅਚੇਤ ਰੂਪ 'ਚ ਅਜੇ ਵੀ ਸਾਡੇ ਜੀਵਨ ਤੇ ਨਜ਼ਰ ਆਉਂਦਾ ਹੈ ਅਤੇ ਇਹਨੂੰ ਅਸੀਂ ਜੀਵਨ ਦਾ ਅਸੀਮ ਪ੍ਰਾਪਤੀ ਸਮਝਦੇ ਹਾਂ। ਜ਼ਰਾ ਕੁ ਧਿਆਨ ਕਰਿਓ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ। ਵਕਤ ਨੇ ਲੈਣਾ ਹੈ ਸਾਡੇ ਕੋਲੋਂ ਇਹਦਾ ਲੇਖਾ, ਸੋ ਲੋੜ ਹੈ ਕਿ ਵਕਤ ਦੇ ਵਰਕੇ ਤੇ ਉਹਨਾਂ ਹਰਫਾਂ ਨੂੰ ਧਰੀਏ ਜੋ ਇੱਕ ਜੋਤ ਬਣ ਕੇ ਜ਼ਿੰਦਗੀ ਦੇ ਬਨੇਰੇ ਤੇ ਜਗਦੇ ਰਹਿਣ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣ। ਸਮਾਂ ਸਾਡੀ ਮਸਤਕ ਰੇਖਾ, ਸਾਡੀਆਂ ਲੇਖ ਪੱਟੀਆਂ, ਸਾਡੀਆਂ ਮੰਜ਼ਿਲਾਂ ਦਾ ਸਿਰਨਾਮਾ ਤੇ ਸਾਡੇ ਜੀਵਨ ਦੀ ਕੀਮਤੀ ਪੂੰਜੀ, ਸਾਡਾ ਸਰਮਾਇਆ, ਸਾਡੀਆਂ ਸੁਪਨਿਆਂ ਦੀ ਸੰਪੂਰਨਤਾ ਦੇ ਨਕਸ਼। ਕਈ ਲੋਕ ਸਮੇਂ ਦੇ ਸ਼ਾਹ ਸਵਾਰ ਹੁੰਦੇ ਹਨ। ਉਹ ਸਮੇਂ ਦੀਆਂ ਮੁਹਾਰਾਂ ਮੋੜਨ ਦੇ ਸਮਰੱਥ ਹੁੰਦੇ ਹਨ। ਉਹਨਾਂ ਦੇ ਨਾਮ ਤੇ ਸਮੇਂ ਨੂੰ ਜਾਣਿਆ ਜਾਂਦਾ ਹੈ ਤੇ ਇਤਿਹਾਸ ਉਹਨਾਂ ਦਾ ਸਦੀਵੀ ਸ਼ੁਕਰਗੁਜ਼ਾਰ ਹੁੰਦਾ ਹੈ। ਪਰ ਉਹਨਾਂ ਵਿੱਚੋਂ ਜੋ ਲੋਕ ਧਰਤੀ ਤੋਂ ਪੈਰ ਪੁੱਟ ਲੈਂਦੇ ਨੇ, ਅੰਬਰਾਂ 'ਚ ਉੱਡਦੇ ਧਰਤੀ ਮਾਂ ਦੀ ਨੀਚਤਾ ਤੇ ਘਿਰਨਾ ਕਰਦੇ ਨੇ,
ਆਖਰ ਨੂੰ ਮੂੰਹ ਦੇ ਮੂੰਹ ਡਿੱਗ ਕੇ ਧਰਤੀ ਨੂੰ ਆਪਣੀ ਆਖਰੀ ਠਾਰ ਬਣਾਉਂਦੇ ਨੇ ਤੇ ਫਿਰ ਉਹ ਇਸ ਧਰਤੀ ਦੀ ਕੁੱਖ ਵਿੱਚ ਸਦਾ ਸਦਾ ਲਈ ਦਫਨ ਹੋ ਜਾਂਦੇ ਨੇ। ਤੁਹਾਨੂੰ ਸਮਾਂ ਮਿਲਿਆ ਤਾਂ ਸਮੇਂ ਦੇ ਨਕਸ਼ ਨਿਖਾਰਨ ਦੀ ਆਪਣੀ ਸਮਰੱਥਾ ਅਨੁਸਾਰ ਕੋਸ਼ਿਸ਼ ਕਰੋ। ਇਹਦੀਆਂ ਖਿਲਰੀਆਂ ਮੀਡੀਆਂ ਨੂੰ ਗੁੰਦ ਕੇ ਉੱਪਰ ਡਾਕ ਬੰਗਲਾ ਪਾਓ ਤੇ ਰੂਹ ਨਾਲ ਇਹਨੂੰ ਸਜਾਓ। ਸਮਾਂ ਤੁਹਾਡਾ ਸਦਾ ਰਿਣੀ ਰਹੇਗਾ। ਉਹ ਤੁਹਾਡੇ 'ਚੋਂ ਆਪਣੇ ਆਪ ਨੂੰ ਪਰਿਭਾਸ਼ਿਤ ਕਰੇਗਾ ਤੇ ਇਸ ਧਨ ਭਾਗਤਾ ਵਿੱਚੋਂ ਸਮੁੱਚੀ ਲੋਕਾਈ ਦਾ ਸੰਜੀਲਾ ਰੂਪ ਪ੍ਰਤੀਮਾਨ ਹੋਏਗਾ। ਕਦੇ ਵੀ ਸਮੇਂ ਨੂੰ ਬਰਬਾਦ ਨਾ ਕਰੋ, ਕਿਉਂਕਿ ਇਹਦੀ ਬਰਬਾਦੀ ਵਿੱਚ ਹੀ ਤੁਹਾਡੀ ਬਰਬਾਦੀ ਦੇ ਚਿੰਨ੍ਹ ਛਿਪੇ ਹੋਏ ਹੈ। ਸਮੇਂ ਦੀ ਅਣਦੇਖੀ ਕਰਨ ਵਾਲੇ ਲੋਕ ਆਪਣੀ ਕਬਰ ਆਪ ਪੁੱਟਦੇ ਨੇ, ਫਿਰ ਹੌਲੀ ਹੌਲੀ ਆਪਣਾ ਮਰਸੀਆ ਖੁਦ ਪੜ੍ਹਦੇ ਪੜ੍ਹਦੇ ਕਬਰਾਂ 'ਚ ਕਬਰ ਬਣ ਜਾਂਦੇ ਨੇ, ਜਿਹੜੀ ਨਾ ਤਾਂ ਕਦੇ ਹੁੰਗਾਰਾ ਬਣਦੀ ਹੈ, ਨਾ ਹੀ ਹੁੰਗਾਰਾ ਭਰਦੀ ਹੈ। ਤੁਸਾਂ ਨੇ ਇਹਨਾਂ ਕਬਰਾਂ ਬਣੇ ਲੋਕਾਂ ਦੀ ਮੜੀ ਤੇ ਇੱਕ ਜਗਦਾ ਚਿਰਾਗ ਬਣਨਾ ਹੈ, ਜਿਹਨੇ ਚੁਫੇਰੇ ਪਸਰੇ ਅੰਧਕਾਰ ਨੂੰ ਦੂਰ ਕਰਨਾ ਹੈ। ਸਮੇਂ ਦੇ ਮੱਥੇ ਪ੍ਰਕਾਸ਼ਮਾਨ ਹੁੰਦੀ ਹੈ ਇੱਕ ਦਿਵ ਦ੍ਰਿਸ਼ਟੀ, ਜੋ ਕੁਦਰਤ ਦੀ ਇਕਸਾਰਤਾ 'ਚੋਂ ਹੀ ਸਮੁੱਚੇ ਜੀਵਨ ਸੰਸਾਰ ਦੀ ਚਿਰੰਜੀਵਤਾ ਨੂੰ ਕਿਆਸਦੀ, ਇਸ ਰਾਹੀਂ ਹੀ ਆਪਣੇ ਆਪ ਨੂੰ ਵਿਸਥਾਰਦੀ ਤੇ ਵਿਸ਼ਾਲਦੀ ਹੈ। ਇਹਦੇ ਚਾਨਣ ਵਿੱਚ ਹੀ ਸਭ ਰਾਹਾਂ ਰੌਸ਼ਨ ਹੋ ਜਾਂਦੀਆਂ ਨੇ। ਹਰ ਮਾਨਵ ਦੇ ਮੱਥੇ 'ਚ ਚਾਨਣ ਦੀ ਇੱਕ ਕਾਤਰ ਧਰੀ ਜਾਂਦੀ ਹੈ। ਆਓ ਸਮੇਂ ਦੇ ਵਸੀਹ ਦਾਇਰਿਆਂ ਵਿੱਚ ਰੌਸ਼ਨੀ ਤਰੌਂਕਦੇ ਹੋਏ ਇਹਦੇ ਕਰਮ ਤੇ ਧਰਮ ਦੇ ਮਿਲਾਪ ਵਿੱਚੋਂ ਆਪਣੇ ਆਪ ਨੂੰ ਵਿਸਥਾਰੀਏ। ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੇ ਆਪ ਦੇ ਰੂਬਰੂ ਹੋਈਏ। ਕਦੇ ਸਵਾਲ ਬਣੀਏ, ਕਦੇ ਜਵਾਬ ਹੋਈਏ, ਕਦੇ ਸਰਗੀ ਬਣੀਏ, ਕਦੇ ਸੰਦਲੀ ਦੁਪਹਿਰ ਬਣੀਏ। ਕਦੇ ਹਾਸਿਆਂ ਨੂੰ ਗਲ ਨਾਲ ਲਾਈਏ, ਕਦੇ ਹੌਕਿਆਂ 'ਚੋਂ ਕਿਸੇ ਮਾਤਮੀ ਵਰਗੀ ਹੂਕ ਦੀ ਥਾਹ ਪਾ ਕੇ ਮਿਟਾਈਏ। ਕਦੇ ਆਪਣਿਆਂ 'ਚੋਂ ਗੁੰਮ ਗਈ ਆਪਣੱਤ ਨੂੰ ਤਲਾਸ਼ੀਏ ਤੇ ਕਦੇ ਬਗਾਨਿਆਂ ਬੋਲਾਂ 'ਚ ਕਿਸੇ ਚਾਨਣ ਦੀ ਕਾਤਰ ਨੂੰ ਹੰਗਾਲੀਏ। ਸਮਾਂ ਉਹਨਾਂ ਵਿਅਕਤੀਆਂ ਨੂੰ ਸਦੀਵੀ ਸਿਜਦਾ ਕਰਦਾ ਰਿਹਾ ਹੈ ਜੋ ਰਾਹਾਂ ਤੇ ਨਹੀਂ ਚੱਲਦੇ, ਸਗੋਂ ਜਦੋਂ ਤੁਰਦੇ ਨੇ ਤਾਂ ਰਾਹ ਬਣ ਜਾਂਦੇ ਨੇ, ਤੇ ਇਹ ਰਾਹਾਂ ਹੀ ਮਨੁੱਖਤਾ ਦਾ ਸਿਰਨਾਵਾ ਹੁੰਦੀਆਂ ਨੇ। ਸਮਾਂ ਤਾਂ ਸਦਾ ਮਨਾਉਂਦਾ ਹੈ ਸਭਨਾਂ ਦੀਆਂ ਖੈਰਾਂ, ਕਰਦਾ ਹੈ ਸਭ ਲਈ ਅਰਦਾਸਾਂ, ਮੰਗਦਾ ਹੈ ਸਭਨਾਂ ਲਈ ਸ਼ੁਭ ਇੱਛਾਵਾਂ। ਪਰ ਕਦੇ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਵੇਖਿਓ ਕਿ ਅਸੀਂ ਸਮੇਂ ਪ੍ਰਤੀ ਕਿੰਨੇ ਕੁ ਖੈਰਖਾਂ, ਕਿੰਨੇ ਕੁ ਸ਼ੁਭ ਚਿੰਤਕ ਹਾਂ, ਕਿੰਨੇ ਕੁ ਇਹਦੀ ਚਿਰ ਸੰਜੀਵਤਾ ਪ੍ਰਤੀ ਜਾਗਰੂਕ ਹਾਂ, ਤੇ ਕਿੰਨਾ ਕੁ ਸਾਨੂੰ ਅਹਿਸਾਸ ਹੈ ਕਿ ਜੇ ਅਸੀਂ ਸਮੇਂ ਦੀ ਫਿਕਰਮੰਦੀ ਨੂੰ ਆਪਣੇ ਜ਼ਿਹਨ 'ਚ ਨਾ ਉਤਾਰਿਆ ਤਾਂ ਸਮੇਂ ਨੇ ਕਦੇ ਵੀ ਸਾਨੂੰ ਮਾਫ਼ ਨਹੀਂ ਕਰਨਾ। ਸਮੇਂ ਦੀ ਹੋਣੀ ਨੂੰ ਆਪਣੀ ਹੋਣੀ ਨਾਲ ਜੋੜਨ ਵਾਲੇ ਲੋਕ ਸਮੇਂ ਦੇ ਸੁੱਚੇ ਨਗੀਨੇ ਇਤਿਹਾਸ ਦੇ ਜਗਦੇ ਹਰਫ ਤੇ ਤਹਿਜ਼ੀਬ ਦੀ ਸੁੱਚੀ ਪਛਾਣ, ਜਿਨ੍ਹਾਂ ਹਰਫਾਂ ਦੀ ਲੋਹ ਬਣਨਾ ਸਾਡੀ ਕਰਮ ਭੂਮੀ ਬਣ ਜਾਏ ਤਾਂ ਲੋਕਾਈ ਸਦਾ ਲਈ ਸਾਡੀ ਰਿਣੀ ਰਹੇਗੀ। ਧੰਨਵਾਦ। ਲੇਖ ਹੈ ਵੱਡੇ ਵੱਡੇ ਜੋ ਦੀਸੈ ਲੋਕ। ਮਿੱਤਰ ਦਾ ਫੋਨ ਆਇਆ, ਬਹੁਤ ਪੀੜਤ ਹੈ। ਸਰੀਰਕ ਪੀੜ ਨਾਲੋਂ ਜ਼ਿਆਦਾ ਸਹਿ ਹੁੰਦੀ ਹੈ ਮਾਨਸਿਕ ਪੀੜ। ਇੱਕ ਹੀ ਕੌੜਾ ਬੋਲ ਸੰਵੇਦਨਸ਼ੀਲ ਵਿਅਕਤੀ ਦਾ ਜਿਉਣਾ ਦੁੱਭਰ ਕਰ ਜਾਂਦਾ ਹੈ। ਤਾਈਓ ਤਾਂ ਅਖਾਣ ਏ, ਗੈਰਾਂ ਦਿਆਂ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ, ਮਿੱਤਰਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਗੱਲ ਹੀ ਕੁਝ ਐਸੀ ਹੈ ਕਿ ਮਿੱਤਰ ਦਾ ਦੁਖੀ ਹੋਣਾ ਲਾਜ਼ਮੀ ਹੈ। ਉਹਦੀ ਮਾਨਸਿਕਤਾ ਨੂੰ ਲੱਗੀ ਠੇਸ ਬਹੁਤ ਦੇਰ ਤੱਕ ਚਸਕਦੀ ਰਹੇਗੀ। ਵਕਤ ਨਾਲ ਦਰਦ ਤਾਂ ਭਾਵੇਂ ਕੁਝ ਘਟ ਜਾਏ, ਪਰ ਇਹਦੀ ਚਸਕ ਹਰ ਪਲ ਰੜਕਦੀ ਹੀ ਰਹਿੰਦੀ ਹੈ। ਮਿੱਤਰ ਦੱਸਦਾ ਹੈ ਕਿ ਸਾਂਝਾ ਮਿੱਤਰ ਨਾਰਾਜ਼ ਹੋ ਗਿਆ ਹੈ। ਉੱਚੀਆਂ ਹਵਾਵਾਂ 'ਚ ਵਿਚਰਦੇ ਉਸ ਮਿੱਤਰ ਨੂੰ ਇੱਕ ਭਰਮ ਹੋ ਗਿਆ ਕਿ ਉਹਦੇ ਹਾਣ ਦਾ ਕੋਈ ਨਹੀਂ। ਉਹ ਆਪਣੇ ਜਿਗਰੀ ਦੋਸਤ ਤੋਂ ਵੀ ਆਸ ਰੱਖਦਾ ਹੈ ਕਿ ਉਹ ਆਪਣੇ ਆਪ ਨੀਵਾਂ ਰਹੇ ਤੇ ਉਸ ਤੋਂ ਵੱਖਰੀ ਤੇ ਨਰੋਈ ਪਹਿਚਾਣ ਸਿਰਜਣ ਦੀ ਕੋਸ਼ਿਸ਼ ਨਾ ਕਰੇ। ਗੱਲ ਤਾਂ ਸਿਰਫ ਇੰਨੀ ਕੁ ਸੀ ਕਿ ਉਹਦੇ ਨਾਲ ਮਿੱਤਰ ਦੀ ਫੋਟੋ ਵੀ ਅਖਬਾਰਾਂ ਦੇ ਪਹਿਲੇ ਸਫ਼ੇ ਤੇ ਲੱਗ ਗਈ ਤੇ ਫੋਟੋ ਰਾਹੀਂ ਉਸ ਵੱਡੇ ਵਿਅਕਤੀ ਜਿੰਨੀ ਅਹਿਮੀਅਤ ਮਿੱਤਰ ਨੂੰ ਵੀ ਮਿਲ ਗਈ। ਮਿੱਤਰ ਦਾ ਕਹਿਣਾ ਹੈ ਕਿ ਮੇਰੀ ਕੋਸ਼ਿਸ਼ ਤਾਂ ਹੁੰਦੀ ਹੈ ਕਿ ਚੁੱਪਚਾਪ ਜਿੰਨਾ ਸੰਭਵ ਹੋਵੇ ਸਮਾਜ ਸੇਵੀ ਕਾਰਜਾਂ 'ਚ ਰੋਲ ਅਦਾ ਕੀਤਾ ਜਾਵੇ ਤੇ ਕਦੇ ਵੀ ਆਪਣੇ ਕੰਮ ਬਾਰੇ ਕਿਸੇ ਕੋਲ ਜ਼ਿਕਰ ਨਾ ਕੀਤਾ ਜਾਵੇ। ਪਰ ਜਦ ਮਿੱਤਰ ਦੀ ਫੋਟੋ ਲੱਗ ਗਈ ਤਾਂ ਉਹਦੇ ਚਾਹੁਣ ਵਾਲੇ ਇਸ ਭੇਤ ਤੋਂ ਜਾਣੂ ਹੋ ਗਏ ਕਿ ਸਾਡੀਆਂ ਮੁਸ਼ਕਲਾਂ ਦਾ ਹੱਲ ਕੱਢਣ ਵਾਲਾ ਤੇ ਪੁੱਤਰਾਂ ਤੋਂ ਵੱਧ ਬਜ਼ੁਰਗਾਂ ਦਾ ਖਿਆਲ ਰੱਖਣ ਵਾਲਾ ਸ਼ਖਸ ਤਾਂ ਸਾਡਾ ਆਪਣਾ ਹੈ ਤੇ ਗੁਆਂਢ ਵਸਦਾ ਹੈ। ਜਦ ਇਹਦੀ ਭਿਣਕ ਉੱਚੀਆਂ ਹਵਾਵਾਂ 'ਚ ਉੱਡ ਰਹੇ ਸ਼ਖਸ ਨੂੰ ਮਿਲੀ ਤਾਂ ਫੋਨ ਕਰਕੇ ਉਹਦਾ ਕਹਿਣਾ ਸੀ ਕਿ ਮੇਰੇ ਸਿਰ ਤੇ ਆਪਣੀ ਪਛਾਣ ਸਿਰਜਣ ਦੀ ਫਾਲਤੂ ਕੋਸ਼ਿਸ਼ ਨਾ ਕਰ, ਮੈਨੂੰ ਤਾਂ ਜੱਗ ਜਾਣਦਾ ਹੈ ਤੇ ਭਲਾ ਤੈਨੂੰ ਕੌਣ ਪਛਾਣਦਾ ਹੈ। ਮਿੱਤਰ ਦਾ ਦੁੱਖ ਮਾਨਸਿਕ ਦਰਦ ਹੈ। ਮਿੱਤਰ ਦਾ ਮੰਨਣਾ ਹੈ ਕਿ ਸਰੀਰਕ ਤਕਲੀਫ ਤਾਂ ਮੈਂ ਜਰ ਲੈਣੀ ਸੀ,
ਪਰ ਜਿਹੜੀ ਪੀੜ ਉਹਦੇ ਬੋਲਾਂ ਨੇ ਮੈਨੂੰ ਦਿੱਤੀ ਹੈ, ਉਹਦੀ ਚੀਸ ਮੇਰੇ ਅੰਤਰੀ ਵਿੱਚ ਘਰ ਕਰ ਗਈ ਹੈ। ਇਹ ਮਾਨਸਿਕ ਜ਼ਖਮ ਹੁਣ ਉੱਛੜਦੇ ਰਹਿਣੇ ਨੇ, ਸਾਰੀ ਉਮਰ ਹੀ ਪੀੜਾ ਦੇ ਨਾਮ ਹੋ ਗਈ ਹੈ। ਮਿੱਤਰ ਨੂੰ ਕਿੰਝ ਸਮਝਾਵਾਂ ਕਿ ਸਾਡੀ ਹੀ ਸਮਿਆਂ ਦਾ ਇਹ ਕਿਹਾ ਸੱਚ ਹੈ ਕਿ ਮਹਿਲ ਵਰਗੇ ਵੱਡੇ ਘਰਾਂ 'ਚ ਬੌਣੇ ਲੋਕ ਰਹਿੰਦੇ ਨੇ। ਵੱਡੇ ਵੱਡੇ ਰੁਤਬਿਆਂ ਦਾ ਮਾਣ ਬਣੇ ਲੋਕ ਨਿੱਕੀ ਜਿਹੀ ਸੋਚ ਦੇ ਮਾਲਕ ਹੁੰਦੇ ਨੇ, ਤੇ ਵੱਡੇ ਵੱਡੇ ਦਾਇਰਿਆਂ 'ਚ ਘੁੰਮਦੇ ਲੋਕ ਅਸਲ 'ਚ ਸੁੰਗੜੇ ਹੋਏ ਲੋਕਾਂ ਦਾ ਜੀਵਨ ਜਿਉਂਦੇ ਨੇ। ਉਹਨਾਂ ਲਈ ਨਿੱਜੀ ਪਸਾਰਾ, ਸੁੱਖ ਸੁਵਿਧਾਵਾਂ ਜਾਂ ਅਹੁਦਾ ਫੋਕੀ ਸਮਾਜਿਕ ਪਛਾਣ ਦਾ ਢੋਂਗ ਹੁੰਦੇ ਨੇ। ਜਦ ਮੁਖੌਟਾਧਾਰੀ ਬਿੰਬ ਤਿੜਕਦਾ ਹੈ ਤਾਂ ਦੇਖਣ ਵਾਲੇ ਨੂੰ ਕਚਿਆਣ ਆਉਂਦੀ ਹੈ। ਵਕਤ ਦਾ ਇਹ ਵੀ ਕਠੋਰ ਸੱਚ ਹੈ ਕਿ ਬੋਲਾਂ ਦੀ ਸੱਟ ਸਭ ਤੋਂ ਗਹਿਰੀ ਹੁੰਦੀ ਹੈ। ਅੰਦਰੋਂ ਖਾਲੀ ਲੋਕ ਅਜਿਹਾ ਫੱਟ ਲਾਉਣ ਲੱਗਿਆਂ ਦੇਰ ਨਹੀਂ ਲਾਉਂਦੇ। ਮਰਮ ਲਾਉਣਾ ਉਹਨਾਂ ਦੀ ਫਿਤਰਤ ਨਹੀਂ ਹੁੰਦੀ ਤੇ ਨਾ ਹੀ ਉਹ ਚਾਹੁੰਦੇ ਨੇ ਮਰਮ ਲਾਉਣਾ। ਵੱਡੇ ਵੱਡੇ ਲੋਕ ਇੱਕ ਮੁਖੌਟਾ ਹੁੰਦੇ ਨੇ ਜਿਹਦੇ ਅੰਦਰ ਛੁਪਿਆ ਹੁੰਦਾ ਹੈ ਉਹਨਾਂ ਦਾ ਅੰਦਰਲਾ ਕਰੂਰ ਸੱਚ। ਭਲਾ ਮੁਖੌਟਾਧਾਰੀਆਂ ਤੇ ਕਿੰਝ ਕੋਈ ਕਰੇਗਾ ਇਤਬਾਰ, ਕਿਉਂਕਿ ਇਹ ਤਾਂ ਕਦੇ ਵੀ ਕਰ ਸਕਦੇ ਨੇ ਵਾਰ। ਛੋਟੇ ਲੋਕਾਂ ਦਾ ਵੱਡੇ ਬਣ ਜਾਣਾ ਬਹੁਤ ਆਸਾਨ ਹੁੰਦਾ ਹੈ, ਪਰ ਉਹਨਾਂ ਲਈ ਬਹੁਤ ਔਖਾ ਹੁੰਦਾ ਆਪਣੀ ਔਕਾਤ ਵਿੱਚ ਰਹਿਣਾ। ਉਹਨਾਂ ਦੀ ਸੋਚ ਵਿੱਚ ਆਇਆ ਫਤੂਰ ਉਹਨਾਂ ਨੂੰ ਆਪਣੇ ਆਪ ਤੋਂ ਹੀ ਦੂਰ ਕਰ ਦਿੰਦਾ ਹੈ। ਦੂਰ ਤੇ ਫਿਰ ਉਹਦੀ ਮਿੱਤਰ ਮੰਡਲੀ ਤਾਂ ਐਵੇਂ ਕੱਢਦੀ ਰਹਿੰਦੀ ਏ ਅਜਿਹੇ ਨਾ ਸਮਝਦਾ ਕਸੂਰ। ਬਹੁਤ ਔਖਾ ਹੁੰਦਾ ਕਿਸੇ ਨੂੰ ਮਿੱਤਰ ਕਹਿਣਾ, ਤੇ ਉਸ ਤੋਂ ਵੀ ਕਠਿਨ ਹੁੰਦਾ ਮਿੱਤਰਤਾ ਨੂੰ ਪੁਗਾਉਣ ਲਈ ਹਰ ਮੋੜ ਤੇ ਤਰੱਦਦ ਕਰਨਾ। ਜਾਣ ਪਛਾਣ ਬਹੁਤ ਹੁੰਦੀ ਏ, ਪਰ ਮਿੱਤਰ ਬਹੁਤ ਘੱਟ ਹੁੰਦੇ ਨੇ, ਤੇ ਇਸ ਤੋਂ ਵੀ ਘੱਟ ਹੁੰਦੇ ਨੇ ਲੰਗੋਟੀਏ ਯਾਰ। ਤੁਹਾਡੇ ਹਰ ਰਾਜ਼ ਦਾ ਭੇਤੀ ਸਿਰਫ ਲੰਗੋਟੀਆ ਯਾਰ ਹੀ ਹੋ ਸਕਦਾ ਹੈ, ਕਿਉਂਕਿ ਤੁਸੀਂ ਆਪਣੇ ਮਨ ਦੇ ਬੋਝ ਨੂੰ ਮਿੱਤਰ ਮੋਢੇ ਤੇ ਰੱਖ ਕੇ ਹੀ ਹਲਕਾ ਕਰ ਸਕਦੇ ਹੋ। ਵੱਡੇ ਵੱਡੇ ਘਰਾਂ 'ਚ ਜਦ ਬੌਣੇ ਬਸ਼ਿੰਦਿਆਂ ਦਾ ਵਾਸ ਹੋਵੇ, ਵੱਡੇ ਵੱਡੇ ਸਿਰਾਂ 'ਚ ਨਿੱਕੀ ਜਿਹੀ ਸੋਚ ਨੂੰ ਵੀ ਥਾਂ ਨਾ ਮਿਲੇ, ਜਾਂ ਨਿੱਕੇ ਨਿੱਕੇ ਦਾਇਰਿਆਂ 'ਚ ਸੁੰਗੜ ਕੇ ਰਹਿ ਜਾਣ ਤੁਹਾਡੀ ਸੋਚ ਦੇ ਦਿਸ ਹੱਦੇ, ਤਾਂ ਸਮਝੋ ਤੁਸੀਂ ਬੌਣੀ ਮਾਨਸਿਕਤਾ ਦੇ ਸ਼ਿਕਾਰ ਹੋ ਗਏ ਹੋ। ਟਟਹਿਰੀ ਲੱਤਾਂ ਨੂੰ ਉੱਪਰ ਕਰਕੇ ਅਸਮਾਨ ਨੂੰ ਥੰਮਣ ਦਾ ਭਰਮ ਤਾਂ ਪਾਲ ਸਕਦੀ ਏ, ਪਰ ਇਹ ਕਦਾਚਿਤ ਸੰਭਵ ਨਹੀਂ ਹੁੰਦਾ। ਉੱਚੇ ਅਹੁਦਿਆਂ ਤੇ ਬੈਠੇ ਵੱਡੇ ਵੱਡੇ ਲੋਕਾਂ ਨੂੰ ਇਹ ਭਰਮ ਹੁੰਦਾ ਹੈ ਕਿ ਉਹਨਾਂ ਨਾਲ ਹੀ ਕਿਸੇ ਸੰਸਥਾ ਦੀ ਤਕਦੀਰ ਜੁੜੀ ਹੋਈ ਹੈ, ਤੇ ਉਹਨਾਂ ਦੇ ਜਾਣ ਨਾਲ ਪਤਾ ਨਹੀਂ ਕਿਹੜੀ ਅਣਹੋਣੀ ਹੋਏਗੀ। ਪਰ ਸ਼ਾਇਦ ਉਹ ਭੁੱਲ ਜਾਂਦੇ ਨੇ ਕਿ ਵੱਡੇ ਵੱਡੇ ਸਮਰਾਟਾਂ, ਧਨਾਢਾਂ, ਰਾਜਿਆਂ ਤੇ ਮਹਾਰਾਜਿਆਂ ਦੇ ਜਾਣ ਨਾਲ ਵਕਤ ਕਦੇ ਰੁਕਿਆ ਨਹੀਂ। ਸਮੇਂ ਦੀ ਤੋਰ ਨੂੰ ਨਿਸ਼ਚਿਤ ਕਰਨ ਵਾਲੇ ਲੋਕ ਆਖਰ ਨੂੰ ਸਮੇਂ ਵਿੱਚ ਹੀ ਵਿਲੀਨ ਹੋ ਜਾਂਦੇ ਨੇ। ਸਿਰਫ ਸੁੱਚੀ ਸੋਚ ਦੇ ਨਕਸ਼ੇ ਚਿਰ ਸਦੀਵੀ ਰਹਿੰਦੇ ਨੇ, ਜਿਹੜੇ ਪੀੜ੍ਹੀਆਂ ਤੇ ਨਸਲਾਂ ਤੋਂ ਉੱਪਰ ਉੱਠ ਕੇ ਹਰ ਸਮੇਂ ਵਿੱਚ ਮਾਰਗ ਦਰਸ਼ਕ ਬਣੇ ਰਹਿੰਦੇ ਨੇ। ਕੋਈ ਵੀ ਵਿਅਕਤੀ ਵੱਡਾ ਜਾਂ ਛੋਟਾ ਨਹੀਂ ਹੁੰਦਾ, ਵਿਅਕਤੀ ਦਾ ਕਿਰਦਾਰ ਹੀ ਉਹਨੂੰ ਉੱਚਾ ਜਾਂ ਨੀਵਾਂ ਬਣਾਉਂਦਾ ਹੈ। ਆਦਮੀ ਦੇ ਮੱਥੇ ਦੀਆਂ ਰੇਖਾਵਾਂ ਕੁਦਰਤ ਨਹੀਂ ਉਕਰਦੀ, ਇਹ ਮਨੁੱਖ ਦੀ ਜੀਵਨ ਸ਼ੈਲੀ, ਉਹਦੇ ਨਜ਼ਰੀਏ ਤੇ ਉਹਦੀ ਸੋਚ ਦਾਇਰੇ ਨੇ ਨਿਰਧਾਰਤ ਕਰਨੀ ਹੁੰਦੀ ਹੈ। ਇੱਕ ਹੀ ਪਲ 'ਚ ਕੋਈ ਵਿਅਕਤੀ ਅਰਸ਼ ਤੋਂ ਫਰਸ਼ ਜਾਂ ਫਰਸ਼ ਤੋਂ ਅਰਸ਼ ਤੇ ਪਹੁੰਚ ਸਕਦਾ ਹੈ। ਤੁਹਾਡੀ ਬੋਲਬਾਣੀ, ਕਰਮ ਸ਼ੈਲੀ, ਸਮਾਜਿਕ ਕਾਰ ਵਿਹਾਰ, ਪਰਿਵਾਰਕ ਵਰਤਾਰਾ ਤੇ ਖਾਹਿਸ਼ਾਂ ਤੇ ਕੰਟਰੋਲ ਨੇ ਤੁਹਾਨੂੰ ਦੂਸਰਿਆਂ ਨਾਲੋਂ ਅਲੱਗ ਕਰਨਾ ਹੁੰਦਾ ਹੈ। ਟਾਈਗਰ ਵੁੱਡਸ ਜਾਂ ਕੈਲੀਫੋਰਨੀਆ ਦੇ ਗਵਰਨਰ ਸਵਰਾਜ ਨੇਗਰ ਦਾ ਮਾਮਲਾ ਹੋਵੇ, ਜਿਨ੍ਹਾਂ ਦੇ ਕਿਰਦਾਰ ਨੇ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਨੂੰ ਤਬਾਹ ਕਰਨ ਦੇ ਨਾਲ ਸ਼ਰਮਸਾਰੀ ਤੇ ਫਰਸ਼ ਤੋਂ ਅਰਸ਼ ਤੀਕ ਦਾ ਸਫ਼ਰ ਕਰਨ ਲਈ ਮਜਬੂਰ ਕੀਤਾ ਹੈ। ਹੀਰੋ ਤੋਂ ਜ਼ੀਰੋ ਤੇ ਜ਼ੀਰੋ ਤੋਂ ਹੀਰੋ ਤੱਕ ਦਾ ਸਫ਼ਰ ਇਸ ਜੱਗ ਦਾ ਵਰਤਾਰਾ ਹੈ। ਤੁਸੀਂ ਕਿਸ ਦਾ ਹਮਸਫ਼ਰ ਬਣਨਾ ਹੈ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਜਦੋਂ ਕੋਈ ਸਾਬਕਾ ਜਥੇਦਾਰ ਕਮੇਟੀ ਦੀ ਜਗ੍ਹਾ ਤੇ ਕੀਤੇ ਗਏ ਕਬਜ਼ੇ ਨੂੰ ਜਾਇਜ਼ ਠਹਿਰਾਉਣ ਲਈ ਅਦਾਲਤ ਦਾ ਸਹਾਰਾ ਲਵੇ, ਕੋਈ ਡੇਰੇਦਾਰ ਕਤਲ ਦੇ ਮੁਕੱਦਮੇ ਦੀਆਂ ਪੇਸ਼ੀਆਂ ਭੁਗਤਣ ਅਦਾਲਤ 'ਚ ਪਹੁੰਚਦਿਆਂ ਮੁਸਕਰਾਵੇ, ਕੋਈ ਡੰਮੀ ਸਾਧ ਬਲਾਤਕਾਰ ਦੇ ਕੇਸ 'ਚ ਜੇਲ੍ਹ ਦੀ ਹਵਾ ਖਾਵੇ, ਕੋਈ ਵੱਡਾ ਰਾਜਨੇਤਾ ਕਰੋੜਾਂ ਰੁਪਏ ਹੜੱਪ ਕਰਕੇ ਜੇਲ੍ਹ 'ਚ ਬੈਠਾ ਇਮਾਨਦਾਰੀ ਦੇ ਕੀਰਨੇ ਪਾਵੇ, ਜਾਂ ਨੇਤਾ ਦੇ ਭੇਸ 'ਚ ਲੋਕਾਂ ਦੇ ਘਰ ਉਜਾੜਨ ਵਾਲਾ ਡਰੱਗ ਸਮਗਲਰ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਦੀ ਪ੍ਰੋੜਤਾ ਕਰੇ, ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦੱਸਣਾ ਜ਼ਰਾ, ਅਜਿਹੇ ਵੱਡੇ ਲੋਕਾਂ ਲਈ ਕਿਹੜਾ ਪੈਮਾਨਾ ਵਰਤਿਆ ਜਾਵੇ। ਯਾਦ ਰੱਖਣਾ, ਵੱਡੇ ਛੋਟੇ ਲੋਕ ਨਹੀਂ, ਤੁਹਾਡੇ ਕਰਮ ਹੁੰਦੇ ਨੇ।
ਆਪਣੇ ਸ਼ੁਭ ਚਿੰਤਨ ਤੇ ਨੇਕ ਕਰਮ ਜਾਚਨਾ ਦੇ ਹਾਣੀ ਲੋਕ ਸਮਿਆਂ ਦੀ ਸੁੱਚੀ ਇਬਾਦਤ ਹੁੰਦੇ ਨੇ, ਜਿਨ੍ਹਾਂ ਦੀ ਰਹਿਬਰੀ ਸਦਕਾ ਕੁਦਰਤ ਜਿਹੀ ਵਿਸ਼ਾਲਤਾ ਤੇ ਅਸਮਾਨ ਜਿਹੀ ਅਸੀਮਤਾ ਦੇ ਦੀਦਾਰੇ ਹੁੰਦੇ ਨੇ। ਕਦੇ ਕਰਮ ਯੋਗੀਆਂ ਦੀ ਸੰਗਤ 'ਚ ਕੁਝ ਪਲ ਬਿਤਾਉਣਾ, ਤੁਹਾਨੂੰ ਸੱਚੀ ਰਹਿਬਰੀ ਦੇ ਰਹੱਸ ਦਾ ਪਤਾ ਜ਼ਰੂਰ ਲੱਗੇਗਾ। ਧੰਨਵਾਦ। ਅਗਲਾ ਲੇਖ ਹੈ ਜਿਉਂਦੇ ਅਹਿਸਾਸਾਂ ਦੀ ਆਗੋਸ਼। ਦੇਰ ਬਾਅਦ ਮਿੱਤਰ ਨੂੰ ਮਿਲਿਆ, ਚਿਰਾਂ ਬਾਅਦ ਨਿੱਘਦਾ ਨਿਉਂਦਾ ਮਨ ਵੇੜੀ ਉਤਰਿਆ। ਅਹਿਸਾਸਾਂ 'ਚ ਭਿੱਜੇ ਬੋਲਾਂ ਨੂੰ ਰੂਹ 'ਚ ਸਮਾਉਂਦਿਆਂ ਜਿੰਦ ਜਿਉਣ ਜੋਗੀ ਹੋ ਗਈ ਏ। ਚਿਰ ਵਿਛੁੰਨੀਆਂ ਰੂਹਾਂ ਜਦ ਆਪਸ 'ਚ ਮਿਲਦੀਆਂ ਨੇ ਤਾਂ ਜੀਵਨ ਦੀ ਸਾਰਥਕਤਾ, ਜਿਉਣ ਦਾ ਸੁੱਚਾ ਸਾਹ ਤੇ ਰੰਗਲੀ ਭਾਅ ਪ੍ਰਦਾਨ ਕਰਦੀ ਏ। ਸਿਰਫ ਕੁਝ ਲੋਕ ਹੀ ਬਚੇ ਨੇ ਜਿਨ੍ਹਾਂ ਦੇ ਅਹਿਸਾਸ ਜਿਉਂਦੇ ਨੇ, ਤੇ ਉਹ ਲੋਕ ਹੀ ਅਹਿਸਾਸ ਪਿਆਸੇ ਲੋਕਾਂ ਦੀ ਆਗੋਸ਼ 'ਚ ਜਿਉਂਦੇ ਤੇ ਕੋਮਲ ਅਹਿਸਾਸਾਂ ਦਾ ਵਰਦਾਨ ਧਰ ਜਾਂਦੇ ਨੇ। ਅਜਿਹੇ ਕਰਮ ਹੀ ਮਨੁੱਖ ਨੂੰ ਸੱਚਮਤਾ ਦਾ ਦਰਜਾ ਦਿੰਦੇ ਨੇ। ਮਾਇਆ ਦੀ ਦੌੜ 'ਚ ਗੁਆਚ ਗਏ ਮਨੁੱਖ ਦੀ ਵੇਦਨਾ ਜਦ ਮਨੁੱਖ ਆਪ ਹੀ ਸੁਣਨ ਤੋਂ ਇਨਕਾਰੀ ਹੋ ਜਾਏ ਤਾਂ ਉਹਦੇ ਸਾਹ ਉਸ ਲਈ ਨਾ ਸ਼ੁਕਰੀ ਦਾ ਰਾਗ ਬਣ ਜਾਂਦੇ ਨੇ। ਅਜਿਹੇ ਸਮਿਆਂ 'ਚ ਆਪਣੇ ਹੱਥੀਂ ਤੋਰੇ ਸਾਹਾਂ ਨੂੰ ਵਾਪਸ ਪਰਤ ਆਉਣ ਦਾ ਹੋਕਰਾ ਦੇਣਾ ਨਾਮੁਮਕਿਨ ਹੁੰਦਾ ਹੈ। ਕਦੇ ਆਪਣੇ ਹੱਥੀਂ ਤੋਰੇ ਸੱਜਣਾ ਵੀ ਵਾਪਸ ਪਰਤਦੇ ਨੇ। ਜਦ ਘਰ ਨਿੱਕੇ ਨਿੱਕੇ ਘੁਰਨਿਆਂ 'ਚ ਤਬਦੀਲ ਹੋ ਜਾਏ, ਕਮਰੇ 'ਚ ਕੰਧਾਂ ਉਗਾਉਣ, ਵਿਹੜੇ ਦੀ ਹਰ ਨੁੱਕਰ 'ਚ ਨਿੱਜੀ ਮੁਫਾਦ ਦਾ ਜੰਗਲ ਫੈਲ ਆਏ, ਜਾਂ ਤੁਹਾਡੇ ਦਰਾਂ ਦੀ ਦਸਤਕ ਤਰਾਸਦੀ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਏ, ਤਾਂ ਸਮਝੋ ਮਨੁੱਖ ਦੇ ਰੂਪ 'ਚ ਰੋਬੋਟ ਆਪਣੀਆਂ ਕਿਰਿਆਵਾਂ ਨੂੰ ਪੂਰਾ ਕਰਨ ਦਾ ਭਰਮ ਭਾਲ ਰਿਹਾ। ਜਦ ਬੋਲਾਂ 'ਚ ਹਿਚਕਚਾਹਟ ਉੱਗ ਆਵੇ, ਸ਼ਬਦਾਂ ਨੂੰ ਨਜ਼ਰ ਲੱਗ ਜਾਏ, ਹੁੰਗਾਰੇ ਨੂੰ ਜੰਗਾਲਿਆ ਜੰਦਰਾ ਲੱਗਾ ਹੋਵੇ, ਤਾਂ ਸੁਸਰੀ ਵਾਂਗ ਸੌਂ ਗਏ ਬੋਲਾਂ ਨੂੰ ਜਗਾਉਣਾ ਨਾਮੁਮਕਿਨ ਹੋ ਜਾਂਦਾ ਹੈ। ਜ਼ਿੰਦਗੀ ਦੇ ਸੁੱਚਮਤਾ ਦੀ ਇਬਾਦਤ ਕਰਨ ਵਾਲੇ ਲੋਕ ਜਦ ਤੁਹਾਡੀ ਤਲੀ ਤੇ ਸੂਖਮ ਤੇ ਕੋਮਲ ਅਹਿਸਾਸਾਂ ਦੀ ਮਹਿੰਦੀ ਲਾਉਂਦੇ ਨੇ ਤਾਂ ਇਹਦੀ ਰੰਗਤ ਜੀਵਨ ਨੂੰ ਸੁਹੱਪਣ ਤੇ ਸੁਹੰਡਤਾ ਬਖਸ਼ਦੀ ਹੈ, ਜਿਸ ਨਾਲ ਤੁਹਾਡੇ ਮਨ ਤੇ ਤਨ ਦੇ ਮੁਹੰਦਰੇ 'ਚ ਨਿਖਾਰ ਆਉਂਦਾ ਹੈ। ਕੁਝ ਲੋਕ ਜੀਵਨ ਦਾ ਸੁੱਚਾ ਹਰਫ ਹੁੰਦੇ ਨੇ, ਜਿਨ੍ਹਾਂ ਦੇ ਅਰਥਾਂ ਵਿੱਚ ਜੀਵਨ ਜਾਚ ਧੜਕਦੀ ਏ। ਇਹਨਾਂ ਦੀ ਤਾਸੀਰ 'ਚ ਜੀਵਨ ਸ਼ੈਲੀ ਤੈਰਦੀ ਏ ਤੇ ਇਹਦਾ ਮੁਹਾਂਦਰਾ ਜੀਵਨ ਨੂੰ ਸਕੂਨ, ਸੰਗ, ਲਬਰੇਜ਼ ਕਰਦਾ ਹੈ। ਕੁਝ ਅਹਿਸਾਸ ਅਜਿਹੇ ਸੂਖਮ ਤੇ ਸਹਿਜ ਹੁੰਦੇ ਨੇ ਕਿ ਉਹ ਤੁਹਾਡੇ ਜੀਵਨ ਦੀ ਪ੍ਰਾਪਤੀ ਬਣ ਜਾਂਦੇ ਨੇ। ਤੁਹਾਡੇ ਸੁਖਨ ਦੀ ਧਰਾਤਲ ਸਿਰਜਣ ਵਾਲੇ ਅਹਿਸਾਸਾਂ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਮਕੈਨਿਕੀ ਜ਼ਿੰਦਗੀ ਨੇ ਮਨੁੱਖ ਵਿੱਚ ਅਹਿਸਾਸਾਂ ਨੂੰ ਜਿਉਣ ਦੀ ਤਰਤੀਬ, ਤਦਬੀਰ ਤੇ ਤਕਦੀਰ ਹੀ ਚੂਸ ਲਈ ਹੈ। ਅਸੀਂ ਤਾਂ ਸਿਰਫ ਮੁਖੌਟਿਆਂ ਦਾ ਭਰਮ ਹੀ ਪਾਲ ਰਹੇ ਹਾਂ। ਕਈ ਵਾਰ ਅਹਿਸਾਸ ਭੁਕੁੰਨੇ ਪਲਾਂ ਨੂੰ ਜਿਉਂਦਿਆਂ ਵਕਤ ਨੂੰ ਨਮਸਕਾਰਨ ਨੂੰ ਜੀ ਕਰਦਾ ਹੈ। ਅਜਿਹਾ ਵਕਤ ਤੁਹਾਡੀਆਂ ਕਰਮ ਰੇਖਾਵਾਂ ਵਿੱਚ ਸੁਖਨ ਦਾ ਜਾਗ ਲਾਉਂਦਾ ਹੈ, ਜਿਹਦੀ ਅਸੀਂ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹੁੰਦੇ ਹਾਂ। ਜਦ ਰਿਸ਼ਤੇ ਧਨ ਦੀ ਤੱਕੜੀ 'ਚ ਤੁਲਦੇ ਹੋਣ, ਸਬੰਧਾਂ ਦੀ ਬੋਲੀ ਲੱਗਦੀ ਹੋਵੇ, ਆਪਣੱਤ ਦੇ ਮੁਹਾਂਦਰੇ 'ਚ ਵਿਗਾੜ ਪੈਦਾ ਹੋ ਰਿਹਾ ਹੋਵੇ, ਤਾਂ ਭਲਾ ਸੋਝ ਤੇ ਸਕੂਨ ਦਾ ਹੋਕਰਾ ਕਿਹਨੂੰ ਸੁਣਾਈ ਦਿੰਦਾ ਹੈ। ਮਿੱਠੇ ਮਿੱਠੇ ਨਰਮ ਜਿਹੇ ਬੋਲ ਜਦ ਤੁਹਾਡੀ ਤਰਬੀਅਤ ਦਾ ਹਿੱਸਾ ਬਣ ਜਾਣ, ਇੱਕ ਵੀ ਖਰਵਾ ਬੋਲ ਤੁਹਾਡੇ ਹੋਠਾਂ ਤੇ ਆਉਣ ਤੋਂ ਇਨਕਾਰੀ ਹੋ ਜਾਏ ਤੇ ਕਿਸੇ ਦੁੱਖ ਦੀ ਅੱਖ ਦਾ ਹੰਝੂ ਤੁਹਾਡੇ ਨੈਣਾਂ ਦੀ ਨੀਂਦਰ ਉਡਾਏ, ਤਾਂ ਸਮਝੋ ਤੁਸੀਂ ਜ਼ਿੰਦਗੀ ਦੀ ਅਮੀਰੀ ਨੂੰ ਆਪਣੇ ਅੰਦਰ ਉਤਾਰ ਲਿਆ ਹੈ, ਜਿਹੜਾ ਬਹੁਤ ਹੀ ਵਿਰਲਿਆਂ ਦਾ ਨਸੀਬ ਹੁੰਦਾ ਹੈ। ਸੂਖਮ ਕਲਾ, ਬਿਰਤੀ ਤੇ ਕਿਤਾਬਾਂ ਤੋਂ ਦੂਰ ਹੋ ਰਹੇ ਮਨੁੱਖ ਕੋਲੋਂ ਅਹਿਸਾਸਾਂ ਨਾਲ ਜਿਉਣ ਦੀ ਆਸ ਰੱਖਣਾ ਕੋਈ ਅਰਥ ਤਾਂ ਨਹੀਂ ਰੱਖਦਾ, ਪਰ ਆਸ ਰੱਖਣ 'ਚ ਹਰਜ਼ ਵੀ ਕੀ ਹੈ। ਕਲਾ ਮਨੁੱਖ ਨੂੰ ਆਪਣੇ ਆਪ ਨਾਲ ਜੋੜਦੀ ਹੈ। ਮਨੁੱਖ ਆਪਣੇ ਅੰਤਰੀਵ ਨਾਲ ਸੰਵਾਦ ਰਚਾਉਂਦਾ ਹੈ, ਆਪਣੇ ਆਪ ਨੂੰ ਸਵਾਲਾਂ ਤੇ ਜਵਾਬਾਂ ਦੇ ਮੂਹਰੇ ਖਿਲਾਰ ਕੇ ਸੋਚ ਰਿੜਕਣੀ 'ਚੋਂ ਕੁਝ ਮਾਣਕ ਮੋਤੀ ਨਿਤਾਰਦਾ ਹੈ, ਜੋ ਤੁਹਾਡੀ ਸਮੁੱਚ ਨੂੰ ਨਿਖਾਰਦੇ ਤੇ ਨਿਹਾਰਦੇ ਨੇ। ਵਿਗਿਆਨ ਤੇ ਕਲਾ 'ਚ ਸੰਤੁਲਨ ਕਾਇਮ ਰੱਖਣ ਵਾਲੇ ਵਿਅਕਤੀ ਕੁਦਰਤ ਦੀ ਅਸੀਮਤਾ ਦਾ ਅਨਮੋਲ ਖਜ਼ਾਨਾ। ਉਹ ਮਨੁੱਖ ਨੂੰ ਵਿਸਥਾਰਨ ਤੇ ਵਿਚਾਰਨ ਦੀ ਕਰਮ ਸਾਧਨਾ 'ਚੋਂ ਹੀ ਆਪਣੇ ਨੂੰ ਪਰਿਭਾਸ਼ਿਤ ਕਰਦੇ ਨੇ। ਅਜਿਹੇ ਕਰਮਯੋਗੀ ਬਹੁਤ ਵਿਰਲੇ ਹੁੰਦੇ ਨੇ, ਪਰ ਅਜਿਹਿਆਂ ਦੀ ਸਾਧਨਾ ਸੰਦਲੀ ਰੰਗ ਜੀਵਨ ਬਨੇਰਿਆਂ ਤੇ ਤਰੌਂਕਦੀ ਹੈ। ਨਿੱਕੇ ਪਰ ਧੀਮੇ ਬੋਲਾਂ ਵਾਲੇ ਲੋਕ ਆਪਣੀ ਆਤਮਾ 'ਚੋਂ ਕਸ਼ੀਦ ਕੀਤੇ ਹਰਫਾਂ ਨਾਲ ਚੌਗਿਰਦੇ ਨੂੰ ਮਹਿਕਾਉਂਦੇ ਨੇ ਤੇ ਉਹਨਾਂ ਦੀਆਂ ਬਰੂਹਾਂ ਤੇ ਕੁਦਰਤ ਵੀ ਅਕੀਦਤ ਕਰਨ ਢੁੱਕਦੀ ਹੈ। ਅਹਿਸਾਸ ਜਿਉਂਦੇ ਹੋਣ ਤਾਂ ਵਿਅਕਤੀ ਜਿਉਂਦਾ ਹੈ,
ਦੋਸਤੀਆਂ ਦੇ ਦਰਿਆਵਾਂ ਨੂੰ ਰਵਾਨਗੀ ਬਖਸ਼ਦਾ ਹੈ, ਸਾਂਝਾਂ ਦੇ ਪੁਲ ਉਸਾਰਦਾ ਹੈ ਤੇ ਆਪਣਤ ਦੀਆਂ ਸਰਦਲਾਂ ਤੇ ਤੇਲ ਚੋਂਦਾ ਹੈ। ਧਿਆਨ ਮਾਰਿਓ, ਕਿੰਨੇ ਕੁ ਵਿਅਕਤੀ ਅਜਿਹੀ ਸੰਵੇਦਨਾ ਨੂੰ ਹਰ ਪਲ ਜਿਉਂਦੇ ਨੇ। ਅਹਿਸਾਸ ਕਦੇ ਮਰਿਆ ਨਹੀਂ ਕਰਦੇ। ਅਸੀਂ ਇਹਨੂੰ ਦਫਨ ਕਰਕੇ ਇਹਦਾ ਮਰਸੀਆ ਖੁਦ ਪੜ੍ਹਦੇ ਹਾਂ ਤੇ ਫਿਰ ਇਹਨਾਂ ਦੇ ਜਿਉਂਦੇ ਹੋਣ ਦਾ ਢੋਂਗ ਰਚਾਉਂਦੇ ਹਾਂ। ਜਦ ਘਰ ਦੇ ਦਰਾਂ ਤੇ ਜੀ ਆਇਆਂ ਉਕਰਿਆ ਜਾਂਦਾ ਹੈ, ਇਹਦੀਆਂ ਕੰਧਾਂ ਤੁਹਾਡਾ ਹੁੰਗਾਰਾ ਭਰਦੀਆਂ ਨੇ, ਵਿਹੜਾ ਤੁਹਾਨੂੰ ਗਲਵੱਕੜੀ 'ਚ ਲੈਂਦਾ ਹੈ, ਇਹਦੀ ਫਿਜ਼ਾ ਤੁਹਾਡੇ ਗਲ ਲੱਗ ਕੇ ਇੱਕ ਸਕੂਨਤਾ ਤੁਹਾਡੇ ਅੰਦਰ ਉਤਾਰਦੀ ਹੈ, ਤਾਂ ਅਜਿਹੇ ਘਰ ਦੀ ਮਿੱਟੀ ਵੀ ਮਸਤਕ ਦਾ ਧਨ ਭਾਗ ਹੁੰਦੀ ਹੈ। ਜਦ ਕਿਸੇ ਕਮਰੇ ਦੀਆਂ ਦੀਵਾਰਾਂ ਗੁਣਗੁਣਾਉਣ ਲੱਗ ਪੈਣ, ਇਹਦੀ ਹਵਾ ਵਿੱਚ ਨੀਂਹ ਪਿਆਜ਼ੀ ਹਾਸੇ ਅੰਗੜਾਈਆਂ ਭਰਨ, ਇਹਦਾ ਆਲਾ ਦੁਆਲਾ ਜੀਵਨ ਸੁਰਾਂ ਨਾਲ ਓਤ-ਪੋਤ ਹੋਵੇ, ਜਾਂ ਇਹਦੇ ਫਰਸ਼ ਨੂੰ ਤਾਲ ਵਿੱਚ ਰਹਿੰਦੇ ਪੈਰਾਂ ਦਾ ਸਪਰਸ਼ ਨਸੀਬ ਹੋਵੇ, ਤਾਂ ਕਮਰਾ ਆਪਣੀ ਧਨ ਭਾਗਤਾ ਦਾ ਸਦੀਵੀ ਸ਼ੁਕਰਗੁਜ਼ਾਰ ਹੁੰਦਾ ਹੈ। ਘਰ ਦੀਆਂ ਦੀਵਾਰਾਂ, ਦਰ, ਕੰਧਾਂ ਤੇ ਵਿਹੜੇ ਦੇ ਅਹਿਸਾਸ ਜਦ ਜਾਗ ਪੈਂਦੇ ਨੇ ਤਾਂ ਜੀਵਨ ਰਾਗ ਦੀਆਂ ਸੱਤੇ ਸੁਰਾਂ ਜੀਵਨ ਦੀ ਨਮਾਜ਼ ਅਦਾ ਕਰਦੀਆਂ ਨੇ। ਹਰ ਸੁਪਨਾ ਤੇ ਆਦਰਸ਼ ਸੰਪੂਰਨਤਾ ਦੀ ਜੂਹ ਬਣ ਜਾਂਦਾ ਹੈ। ਅਸੀਸ ਤੇ ਅਰਦਾਸ ਜ਼ਿੰਦਗੀ ਦੇ ਰਾਹਾਂ 'ਚ ਚਾਨਣ ਤਰਾਉਂਦੀਆਂ ਨੇ ਤੇ ਤੁਹਾਡੀ ਝੋਲੀ ਤੇ ਖੈਰਾਂ ਨਾਲ, ਸਭੇ ਖੈਰਾਂ ਨਾਲ ਭਰੀਂਦੀ ਹੈ। ਜੀਵਨ ਦਾ ਸੁੱਚਮ ਜਾਗਦੇ ਅਹਿਸਾਸਾਂ ਤੇ ਹੁੰਗਾਰੇ ਭਰਦੇ ਚਾਵਾਂ ਦੀ ਅਮਾਨਤ ਹੁੰਦਾ ਹੈ। ਇਸ ਅਮਾਨਤ ਦੇ ਹੱਕਦਾਰ ਕਿਵੇਂ ਬਣਨਾ ਹੈ, ਇਹ ਸਾਡੇ ਨਜ਼ਰੀਏ ਨੇ ਨਿਰਧਾਰਿਤ ਕਰਨਾ ਹੁੰਦਾ ਹੈ। ਜੀਵਨ ਪ੍ਰਤੀ ਉਸਾਰੂ ਨਜ਼ਰੀਏ ਵਿੱਚੋਂ ਹੀ ਉਸਾਰੂ ਸੋਚ ਤੇ ਪਰਉਪਕਾਰੀ ਬਿਰਤੀ ਨੇ ਪਣਪਣਾ ਹੁੰਦਾ ਹੈ। ਸਿਰੜ ਤੇ ਸੁਗੜਤਾ ਦੀ ਸਰਦਾਰੀ ਕਰਨ ਵਾਲੇ ਲੋਕ ਹੀ ਸੁਪਨਿਆਂ ਦੇ ਸ਼ਾਹ ਸਵਾਰ ਹੁੰਦੇ ਨੇ। ਅਹਿਸਾਸ ਨੂੰ ਜਿਉਂਦਾ ਰੱਖਣਾ, ਜੀਵਨ ਨਾਲ ਜੁੜਨ ਦੀ ਪਰੰਪਰਾ। ਸਭੇ ਸਿਆਣਪਾਂ ਵਾਲੇ ਅਸੀਂ ਹੀ ਇਸ ਤੋਂ ਵਿਰਵੇ। ਊਣੇ ਲੋਕ ਕਦੇ ਵੀ ਭਰੀ ਭਕੁੰਨਤਾ ਦਾ ਅਹਿਸਾਸ ਪੈਦਾ ਨਹੀਂ ਕਰ ਸਕਦੇ। ਸੁਖਨ, ਸਕੂਨ, ਸਹਿਜ ਤੇ ਸਮਰਪਤਾ ਨਾਲ ਭਰੇ ਅਹਿਸਾਸ ਜਦ ਕੋਈ ਅੰਗੀਕਾਰ ਕਰਦਾ ਹੈ ਤਾਂ ਦੇਣਦਾਰ ਦਾ ਕਰਜ਼ ਕਦੇ ਨਹੀਂ ਉਤਾਰ ਸਕਦਾ। ਅਜਿਹੇ ਅਹਿਸਾਸਾਂ ਨੇ ਜੀਵਨ ਜਾਚ ਦਾ ਸਬਕ ਬਣ ਕੇ ਸਾਡੀਆਂ ਸੁੱਤੀਆਂ ਹੋਈਆਂ ਕਲਾ ਨੂੰ ਜਗਾਉਣਾ ਹੁੰਦਾ ਹੈ। ਯਾਦ ਰਹੇ ਕਿ ਕਲਾਕਾਰ ਲੋਕਾਂ ਦੀ ਕਲਾ ਦਰਅਸਲ ਉਹਨਾਂ ਦੇ ਅਹਿਸਾਸਾਂ ਦਾ ਜਾਗਣਾ ਤੇ ਇਹਨਾਂ ਅਹਿਸਾਸਾਂ ਨੂੰ ਕੈਨਵਸ 'ਤੇ ਉਲੀਕਣਾ ਜਾਂ ਵਰਕੇ ਦੇ ਪਿੰਡੇ 'ਤੇ ਉਤਾਰਨਾ ਹੁੰਦਾ ਹੈ। ਆਪਣੀਆਂ ਕਲਾ ਕਿਰਤਾਂ ਵਿੱਚ ਜਿਉਂਦੇ ਲੋਕਾਂ ਨੂੰ ਸਮਕਾਲੀ ਸਮੇਂ ਵਿੱਚ ਦੁਰਕਾਰਿਆ ਜਾਂਦਾ ਹੈ, ਭਾਵੇਂ ਕਿ ਮਰਿਆਂ ਬਾਅਦ ਉਹਨਾਂ ਦੀਆਂ ਬਰਸੀਆਂ ਅਕਸਰ ਹੀ ਮਨਾਈਆਂ ਜਾਂਦੀਆਂ ਨੇ। ਜੀਵਨ ਦੀ ਰਾਗਨੀ ਵਿੱਚੋਂ ਸੁਰਾਂ ਦੀ ਆਬਸ਼ਾਰ ਝਰਦੀ ਰਹੇ, ਇਹਦੀ ਰਹਿਬਰੀ 'ਚ ਜੀਵਨ ਰਾਗ ਨੂੰ ਉੱਚਮਤਾ ਤੇ ਸੁੱਚਮਤਾ ਮਿਲਦੀ ਰਹੇ, ਇਹਦੇ ਵਿਸਮਾਦੀ ਹੁਲਾਸ ਵਿੱਚੋਂ ਜੀਵਨ ਦੇ ਸੂਹੇ ਅਰਥਾਂ ਨੂੰ ਜਿਉਣ ਦਾ ਸੁਚੱਜ ਮਿਲਿਆ ਰਹੇ। ਜੀਵਨ ਮੁੱਲਾਂ ਨਾਲ ਭਰਪੂਰ ਤੇ ਨਰਮ ਅਹਿਸਾਸ ਹਰ ਮਨ ਦੀ ਬੀਹੀ 'ਚ ਦਸਤਕ ਦੇਣ ਤੇ ਅੰਤਰੀਵ 'ਚ ਡੇਰਾ ਲਾ ਸਾਡੀ ਸਭਨਾਂ ਨਾਲ ਸੰਵਾਦ ਰਚਾਉਣ, ਇਹ ਕਾਮਨਾ ਇਹਨਾਂ ਹਰਫਾਂ ਦੀ ਹੈ ਜੋ ਸਭਨਾਂ ਲਈ ਹੈ। ਧੰਨਵਾਦ। ਅਗਲਾ ਲੇਖ ਹੈ ਮਨ ਧਰਤੀ ਤੇ ਸਾਵਣ ਦੀ ਰਿਮਝਿਮ। ਮਨ ਚੰਚਲ, ਮਨ ਸੋਹਲ, ਪਲ 'ਚ ਉਦਾਸੀ ਦੇ ਡੂੰਘੇ ਸਾਗਰਾਂ ਦੀ ਹਾਥ ਲੈਂਦਾ ਤੇ ਪਲ 'ਚ ਖੁਸ਼ੀਆਂ ਦੇ ਅੰਬਰੀ ਤਾਰੀਆਂ ਲਾਉਂਦਾ। ਮਨ ਨੂੰ ਸਮਝਣਾ ਸਭ ਤੋਂ ਔਖਾ। ਹਲਕੇ ਜਿਹੇ ਝਟਕੇ ਨਾਲ ਮਨ ਦੀਆਂ ਬਾਰੀਕ ਤੰਦਾਂ ਖਿੱਚੀਆਂ ਜਾਂਦੀਆਂ, ਇਹਨਾਂ 'ਚ ਤਣਾਅ ਪੈਦਾ ਹੁੰਦਾ ਹੈ ਤੇ ਕਦੇ-ਕਦੇ ਤਿੜਕ ਵੀ ਜਾਂਦੀ ਹੈ। ਮਨ ਦੀਆਂ ਅਨੇਕ ਰੁੱਤਾਂ, ਹਰ ਰੁੱਤ ਦਾ ਆਪਣਾ ਰੰਗ, ਆਪਣੀ ਤਾਸੀਰ ਤੇ ਇਸ 'ਚੋਂ ਹੀ ਸਿਰਜੀ ਜਾਂਦੀ ਹੈ ਕਿਸੇ ਦੀ ਕਰਮ ਤਕਦੀਰ। ਮਨ ਦੀ ਬਸਤੀ 'ਚ ਉਜਾੜ ਫੈਲ ਜਾਏ ਤਾਂ ਮਨ ਉਕਤਾ ਜਾਂਦਾ। ਸਮਾਜ ਤੇ ਪਰਿਵਾਰ 'ਚ ਮਨ ਨਾ ਲੱਗਦਾ, ਚੌਗਿਰਦਾ ਸਾਡੇ ਸਾਹਾਂ ਨੂੰ ਸਿਉਂਕਦਾ ਤੇ ਅਸੀਂ ਆਪਣੇ ਆਪ ਤੋਂ ਦੂਰ ਦੌੜ ਜਾਣ ਦੀ ਸੋਚਣ ਲੱਗਦੇ। ਮਨ ਦੀ ਕਹੀ ਤਰਾਸਦੀ ਹੈ ਕਿ ਜੀਵਨ ਨੂੰ ਭਰਪੂਰਤਾ ਨਾਲ ਜਿਉਣ ਦਾ ਚਾਹਵਾਨ ਸ਼ਖਸ ਕਦੇ-ਕਦੇ ਮਨ ਦੇ ਆਖੇ ਲੱਗ ਖੁਦਕੁਸ਼ੀਆਂ ਦੇ ਰਾਹ ਵੀ ਤੁਰ ਪੈਂਦਾ ਹੈ ਤੇ ਆਪਣਾ ਮਰਸੀਆ ਖੁਦ ਪੜ੍ਹਨ ਲੱਗ ਪੈਂਦਾ ਹੈ। ਮਨ ਦੇ ਵਿਹੜੇ ਜਦ ਪਤਝੜ ਆਉਂਦੀ ਤਾਂ ਇਹਦੇ ਆਲੇ ਦੁਆਲੇ ਹੁੰਦੀ ਟੁੱਟ ਕੇ ਹੋਂਦ ਗਵਾ ਚੁੱਕੇ ਪੱਤਿਆਂ ਦੀ ਤਰਾਸਦੀ। ਰੁੱਸੀਆਂ ਬਹਾਰਾਂ ਦਾ ਰੁਦਨ ਇਹਨੂੰ ਗਲ ਲੱਗ ਕੇ ਮਿਲਦਾ। ਰੋਸੇ ਤੇ ਸ਼ਿਕਵੇ ਦੀ ਪਰਕਰਮਾ ਕਰਦੇ ਤੇ ਗਮ ਇਹਦੇ ਮੁੱਢ ਬਹਿ ਕੇ ਆਪਣਾ ਦਰਦ ਫਰੋਲਦੇ, ਪਰ ਉਹਨਾਂ ਦੇ ਮਨਾਂ 'ਚ ਬਹਾਰ ਦੇ ਪਰਤਨ ਦੀ ਆਸ ਜ਼ਰੂਰ ਧੁਖਦੀ ਰਹਿੰਦੀ। ਮਨ ਦੇ ਤਪਦੇ ਮਾਰੂ ਥਲ 'ਚ ਭੁੱਜਦੀਆਂ ਨੇ ਆਸਾਂ, ਉਮੀਦਾਂ ਨੂੰ ਲੱਗਦਾ ਏ ਸੇਕ,
ਵਲੂੰਦਰਿਆ ਜਾਂਦਾ ਹੈ ਉਤਸ਼ਾਹ ਤੇ ਮਨ ਦੇ ਕੋਮਲ ਫੁੱਲ ਜਾਂਦੇ ਨੇ ਕੁਮਲਾ। ਮਨ ਇੱਕ ਸਵਾਂਤੀ ਬੂੰਦ ਲਈ ਤਰਸਦਾ ਜੋ ਮਨ ਦੀ ਸੁੰਨੀ ਬਸਤੀ 'ਚ ਦਸਤਕ ਦੇਵੇ। ਇੱਕ ਹੀ ਮਿੱਠੜਾ ਬੋਲ ਹਾਂ ਵੰਤਾ ਹੁੰਗਾਰਾ ਜਾਂ ਚਾਹ ਕੁਆਰਾ ਤੁਹਾਡੇ ਮਨ ਦੇ ਉਜੜੇ ਖੇਤੀ ਹਰਿਆਵਲ ਤਰੌਂਕ ਜਾਂਦਾ। ਲੰਮੀ ਉਡੀਕ ਤੋਂ ਬਾਅਦ ਜਦ ਸੋਚ ਅੰਬਰੀ ਬੱਦਲੀ ਮੰਡਰਾਉਂਦੀ ਕਿਣ-ਮਿਣ ਦੀ ਆਸ ਜਗਾਉਂਦੀ ਤਾਂ ਹਾੜ ਜੇਠ ਦੀਆਂ ਲੂਆਂ ਨੂੰ ਕੰਬਣੀ ਚੜ੍ਹਦੀ। ਸਾਵਣ ਦੀ ਰਿਮਛਿਮ ਜੀਵਨ ਦੀ ਸਰਗਮ 'ਚ ਤਬਦੀਲ ਹੋ ਰੁਆਂਸੇ ਸਾਹਾਂ ਨੂੰ ਮੁੜ ਪਰਤ ਆਉਣ ਦਾ ਸੰਦੇਸ਼ ਦਿੰਦਿਆਂ ਧਨ ਭਾਗਤਾ ਮਹਿਸੂਸ ਕਰਦੀ। ਮਨ ਦੇ ਸਾਵਣ 'ਚ ਸੁਪਨਿਆਂ ਦੇ ਅੰਬਰੀ ਪੈਂਦੀਆਂ ਸੱਤਰੰਗੀਆਂ ਪੀਂਘਾਂ, ਮਨ ਦੇ ਮੋਰ ਪੈਲਾਂ ਪਾਉਂਦੇ ਤੇ ਮਨ ਦੇ ਚੌਕੁੰਟੀ ਕੁਦਰਤ ਰਾਣੀ ਦਾ ਜਲਵਾ ਬਿਖਰ ਜਾਂਦਾ। ਖਿੜੇ ਮਨ ਵਾਲੇ ਲੋਕਾਂ ਦੇ ਚਿਹਰਿਆਂ ਤੇ ਬਹਾਰ ਦਸਤਕ ਦਿੰਦੀ। ਨੂਰ ਨਾਲ ਉਤਪੋਤ ਚਿਹਰੇ ਦੀ ਰੰਗਤ ਮਾਨਣਾ ਹਰ ਇੱਕ ਦੀ ਚਾਹਨਾ। ਨਿਰਾਸ਼ ਵੇਰਿਆਂ ਵੰਨੀ ਵੇਖ ਕੇ ਤਾਂ ਉਦਾਸੀ ਦੀ ਦਲਦਲ ਹੀ ਨਸੀਬ ਹੁੰਦੀ। ਮਨ ਦੀ ਬਸਤੀ ਆਬਾਦ ਹੋਵੇ ਤਾਂ ਚਾਰੇ ਪਾਸੇ ਹਾਸਿਆਂ ਦੇ ਗੁਲਸ਼ਰੇ ਉੱਡਦੇ, ਮਿੱਤਰ ਮਹਿਫਲਾਂ ਦਾ ਰੰਗ ਵੱਜਦਾ ਤੇ ਜੀਵਨ ਨੂੰ ਜਿਉਣ ਦੀ ਅਦਾ ਨਾਲ ਮੁਖਾਤਿਬ ਹੋਣਾ ਲੋਚੀਦਾ। ਮਨ ਦੇ ਵਿਹੜੇ ਜਦ ਮਹਿੰਦੀ ਦਾ ਬਿਰਖ ਮੌਲਦਾ ਤਾਂ ਤਲੀਆਂ ਤੇ ਸਜੀ ਮਹਿੰਦੀ ਦਾ ਰੰਗ ਉਤਸ਼ਾਹੀ ਰੰਗਣ ਵਿੱਚ ਹੋਰ ਗੂੜਾ ਹੋ ਜਾਂਦਾ ਤੇ ਜੀਵਨ ਦੇ ਹਰ ਪਲ ਨੂੰ ਮਾਨਣ ਦੀ ਆਭਾ ਫੈਲ ਜਾਂਦੀ। ਕਦੇ ਮਨ ਦੀ ਅਵਸਥਾ ਮੁਖ ਤੇ ਨੂਰ ਦੀ ਵਰਖਾ ਕਰਦੀ। ਅਜਿਹੇ ਮੁਖ ਨੂਰ ਵੰਡਣ ਤੇ ਕਰਮ ਚੋਂ ਹੀ ਜੀਵਨ ਦੀਆਂ ਖੁਸ਼ੀਆਂ ਤੇ ਸਕੂਨਤਾ ਨੂੰ ਤਲਾਸ਼ਦੇ। ਕਦੇ ਖਿੜੇ ਚਿਹਰਿਆਂ ਵੰਨੀ ਝਾਤ ਮਾਰਨਾ, ਜਿਉਣ ਦਾ ਚਾਅ ਜ਼ਰੂਰ ਚੜ੍ਹੇਗਾ ਤੇ ਜ਼ਿੰਦਗੀ ਦੇ ਅਰਥ ਬਦਲ ਜਾਣਗੇ। ਮਨ ਦਾ ਸਾਵਨ ਜਦ ਸਾਡੇ ਜੀਵਨ ਵਿਹੜੇ ਦਸਤਕ ਦਿੰਦਾ ਤਾਂ ਸਾਹ ਪੂਰੇ ਕਰਨ ਦੀ ਬਜਾਏ ਅਸੀਂ ਜ਼ਿੰਦਗੀ ਨੂੰ ਮਾਣਦੇ। ਸਾਡੇ ਸਾਹ ਨੇਕ ਕਮਾਈ ਤੇ ਬਰਕਤ 'ਚ ਵਾਧਾ ਕਰਦੇ। ਮਨ ਦਾ ਸਾਵਣ ਖਤਮ ਕਰਦਾ ਏ ਜੁਦਾਈਆਂ, ਦੂਰ ਕਰਦਾ ਏ ਰੁਸਵਾਈਆਂ, ਪਨਪਦੀ ਏ ਪਿਆਰਿਆਂ ਦੀ ਮਿਲਣ ਰੀਤ। ਮਨ ਦੀ ਫਿਜ਼ਾ 'ਚ ਗੂੰਜਦੇ ਮਲਾਰ ਦੇ ਗੀਤ, ਆਸਾਂ ਦੀ ਪੂਰਨਤਾ ਦਾ ਨਾਦ ਬਣਦਾ ਰਸ ਭਿੰਨੇ ਪਲਾਂ ਦੀ ਦਾਤ। ਮਨ ਦਾ ਸਾਵਣ ਕਦ ਦਸਤਕ ਦਿੰਦਾ ਹੈ, ਇਹ ਸਾਡੇ ਚੌਗਿਰਦੇ ਸੋਚ ਤੇ ਜ਼ਿੰਦਗੀ ਨੂੰ ਦੇਖਣ ਦਾ ਕੋਣ ਤੇ ਇਹਦੇ ਅਰਥਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੇ ਸੁੱਚੇ ਕਰਮ ਤੇ ਨਿਰਭਰ ਕਰਦਾ ਹੈ। ਬਹੁਤੇ ਲੋਕ ਮਨ ਦੇ ਸਾਵਣ ਤੋਂ ਅਣਭਿੱਜ, ਮਨ ਦੀਆਂ ਰਮਜ਼ਾਂ ਸਮਝਣ ਤੋਂ ਆਖੀ, ਮਨ ਦੀਆਂ ਤਰਜੀਹਾਂ ਤੇ ਤਦਬੀਰਾਂ ਦੇ ਆਖੇ ਲੱਗਣ ਤੋਂ ਮੁਨਕਰ ਤੇ ਮਨ ਦੀ ਆਵਾਜ਼ ਸੁਣਨ ਤੋਂ ਬੋਲੇ। ਅਜਿਹੇ ਲੋਕਾਂ ਦੀ ਮਾਨਸਿਕ ਰੋਗਾਂ ਨਾਲ ਯੁੱਧ ਕਰਦੇ ਜੀਵਨ ਦੀਆਂ ਆਖਰੀ ਘੜੀਆਂ ਗਿਣਨ 'ਚ ਮਸਰੂਫ। ਘਰ ਦੀ ਚਾਰ ਦੀਵਾਰੀ 'ਚ ਕੈਦ ਲੋਕ ਮਨ ਦੀ ਗੱਲ ਕਹਿਣ ਲਈ ਤਤਪਰ। ਮੌਕਾ ਮਿਲਣ ਤੇ ਆਪਣੇ ਮਨ ਦੀ ਦਰਦ ਕਹਾਣੀ ਸਾਡੇ ਸਾਹਮਣੇ ਲੈ ਬਹਿੰਦੇ। ਬਹੁਤ ਕੂੜ ਕਬਾੜਾ ਏ ਉਹਨਾਂ ਦੇ ਮਨਾਂ ਅੰਦਰ, ਪਰ ਅਫਸੋਸ ਕਿ ਕੋਈ ਸੁਣਨ ਲਈ ਤਿਆਰ ਹੀ ਨਹੀਂ। ਅਜਿਹੇ ਮਨਾਂ ਦੇ ਵਿਹੜੇ ਸਾਵਣ ਦੀ ਕਨਘੋਰ ਘਟਾ ਕਿਵੇਂ ਦਸਤਕ ਦੇ ਸਕਦੀ ਹੈ। ਸਾਵਣ ਦੇ ਆਉਣ ਲਈ ਸਾਵਣ ਵਰਗੀਆਂ ਹਾਲਤਾਂ ਦਾ ਪੈਦਾ ਕਰਨੀਆਂ ਪੈਣਗੀਆਂ। ਜਦ ਕੋਈ ਵਿਅਕਤੀ ਆਪਣੇ ਆਪ ਤੋਂ ਟੁੱਟ ਜਾਏ, ਆਪਣੇ ਆਪ ਨੂੰ ਪਰਿਭਾਸ਼ਿਤ ਕਰਨ ਤੇ ਵਿਸਥਾਰਨ ਤੋਂ ਨਿਤਾਣਾ ਹੋ ਜਾਏ, ਉਹਦੇ ਮਨ ਦੇ ਭੀਤੇ ਦਰਾਂ 'ਚ ਕਿਣਮਣ ਦੀ ਕਨਸੋਵ ਹੀ ਨਾ ਮਿਲੇ ਤਾਂ ਸਮਝੋ ਜ਼ਿੰਦਗੀ ਅਜਿਹੇ ਨਾਸ਼ੁਕਰੇ ਲੋਕਾਂ ਤੋਂ ਨਜਾਤ ਪਾਉਣਾ ਚਾਹੁੰਦੀ ਹੈ। ਮਨ ਦੀ ਬੀਹੀ ਜਦ ਸਾਵਣ ਦੀ ਕਿਣਮਿਣ ਸੰਗੀਤ ਪੈਦਾ ਕਰਦੀ ਹੈ ਤਾਂ ਲਰਜ਼ਦੀਆਂ ਨੇ ਮਨ ਦੀ ਤਰੰਗਾਂ, ਥਿਰਕਦੀਆਂ ਨੇ ਮਨ ਦੀਆਂ ਰਬਾਬੀ ਸੁਰਾਂ ਤੇ ਚੰਬਲਦੀਆਂ ਨੇ ਕੈਦ ਕੀਤੀਆਂ ਪੂਰਨ ਸੁਪਨ ਉਡਾਰੀਆਂ। ਮਨ ਦੀ ਬੀਹੀ 'ਚ ਕੁਝ ਲੋਕਾਂ ਦੀ ਦਸਤਕ ਤੁਹਾਡੇ ਜੀਵਨ ਨੂੰ ਭਰਪੂਰਤਾ ਬਖਸ਼ਦੀ, ਜਿਉਣ ਦਾ ਵੱਲ ਸਿਖਾਉਂਦੀ ਤੇ ਝੋਲੀ 'ਚ ਅਸੀਮਤ ਕਰਮ ਭਾਵੀ ਅਨੁਭਵ ਪਾਉਂਦੀ। ਮਨ ਪਰਦੇਸੀ ਜੇਤੀਆ ਸਭ ਦੇਸ ਪਰਾਇਆ ਵਰਗੀ ਹਾਲਤ ਜਦ ਪੈਦਾ ਹੋ ਜਾਏ ਤਾਂ ਮਨ ਦੇ ਵਿਹੜੀ ਸਾਵਣ ਦਾ ਆਉਣਾ ਅਤ ਜ਼ਰੂਰੀ। ਅਜਿਹੇ ਮੌਕੇ ਕਦੇ ਮਨ ਦੇ ਸਾਵਣ ਨੂੰ ਮਨ ਦੀ ਬੀਹੀ 'ਚੋਂ ਨਿਰਾਸ਼ ਨਾ ਮੁੜਨ ਦਿਓ। ਜ਼ਿੰਦਗੀ ਦੇ ਉਤਰਾ ਚੜਾਵਾਂ ਨੂੰ ਆਪਣੇ ਆਪ ਤੇ ਹਾਵੀ ਹੋਣ ਦੇਣ ਵਾਲੇ ਸਦਾ ਹੀ ਮਨ ਦੇ ਸਾਵਣ ਤੋਂ ਵਿਰਵੇ। ਉਹਨਾਂ ਦੇ ਸਾਹਾਂ 'ਚ ਜਿਉਣ ਦਾ ਭਰਮ ਹੀ ਪੈਦਾ ਹੁੰਦਾ, ਪਰ ਉਹ ਜਿਉਣਾ ਨਹੀਂ ਚਾਹੁੰਦੇ। ਅਜਿਹੇ ਲੋਕ ਸੰਵੇਦਨਸ਼ੀਲ ਸਮਿਆਂ ਲਈ ਸਰਾਪ। ਮਨ ਦੀ ਬੀਹੀ ਚਾਰੀ ਪੈੜ ਚਾਲ ਨੂੰ ਜ਼ਰੂਰ ਸੁਣੋ। ਹੋ ਸਕੇ ਤਾਂ ਇਹਦਾ ਹੁੰਗਾਰਾ ਜ਼ਰੂਰ ਭਰੋ, ਕਿਉਂਕਿ ਹੁੰਗਾਰਾ ਨਾ ਭਰਨ ਤੇ ਸੰਭਾਵਤ ਭਰੀਆਂ ਜਾਣ ਵਾਲੀਆਂ ਝੋਲੀਆਂ ਤੋਂ ਵਿਰਵੇ ਰਹਿ ਜਾਓਗੇ। ਮਨ ਦਾ ਸਾਵਣ ਜਿਉਣ ਦਾ ਪੈਗਾਮ
ਜ਼ਿੰਦਾ ਦਿਲੀ ਦੇ ਨਾਮੇ ਹਰਿਆਵਲਤਾ ਦਾ ਨਾਮ ਤੇ ਚੌਗਿਰਦੇ 'ਚ ਜਿਉਂਦਾ ਧੜਕਣ ਅਲਹਾਮ। ਮਨ ਦਾ ਸਾਵਣ ਹਰ ਇੱਕ ਦੇ ਦਰੀ ਜ਼ਰੂਰ ਦਸਤਕ ਦੇਵੇ ਤੇ ਹਰ ਕੋਈ ਉਸ ਉੱਤੇ ਮੌਲਣ ਵਧਣ ਫੁੱਲਣ ਤੇ ਪੁੰਗਾਰੇ ਦੀ ਕਰਮ ਸਾਧਨਾ ਵਿੱਚ ਆਪਣੀ ਧਨ ਭਾਗਤਾ ਸਮਝੇ। ਮਨ ਦਾ ਸਾਵਣ ਵਿਰਲਿਆਂ ਦਾ ਨਸੀਬ ਤੇ ਇਸ ਚੋਂ ਵੀ ਵਿਰਲੇ ਇਸ ਨੂੰ ਮਾਣਦੇ। ਸਾਵਣ ਨੇ ਕਦ ਤੇ ਕਦੋਂ ਤੁਹਾਡੇ ਵਿਹੜੇ ਉਤਰਨਾ ਹੈ, ਕਦ ਬੱਦਲਵਾਈ ਨੇ ਸ਼ਰਾਰਤੀ ਜੀਆਂ ਕਿਰਮਚੀ ਕਿਰਨਾਂ ਨੂੰ ਤੁਹਾਡੇ ਬਨੇਰੀ ਉਤਾਰਨਾ ਹੈ, ਇਹ ਤਾਂ ਵਕਤ ਦੀ ਕੁੱਖ 'ਚ ਪਿਆ ਹੈ। ਪਰ ਅਫਸੋਸ ਕਿ ਸਾਡੇ ਵਿੱਚੋਂ ਕੋਈ ਵੀ ਇਸ ਸੱਚ ਨੂੰ ਸਮਝਣ ਲਈ ਤਿਆਰ ਨਹੀਂ। ਕਿਸੇ ਦੇ ਮੂੰਹ ਭਿੱਜੇ ਬੋਲ, ਬਜ਼ੁਰਗੀ ਅਸੀਸ ਜਾਂ ਨਿੱਘੀ ਗਲਵੱਕੜੀ ਨਾਲ ਮਨ ਮੌਲਦਾ। ਰੁੱਖੇਪਣ ਨੂੰ ਮੋਹ ਦਾ ਨਿਉਂਦਾ ਮਿਲਦਾ ਤੇ ਸਾਵਣ ਦੀ ਆਮਦ ਮਨ ਦੀਆਂ ਬਰੂਹਾਂ ਨੂੰ ਭਿਓ ਜਾਂਦੀ। ਮਨ ਦਾ ਸਾਵਣ ਮਾਨਸਿਕ ਤ੍ਰਿਪਤੀ ਲਈ ਕਰਮਸ਼ੀਲ, ਰੂਹ ਦੀ ਪਿਆਸ ਮਿਟਾਉਣ ਲਈ ਅੰਮ੍ਰਿਤ ਸੋਮਾ, ਸਰੀਰਕ ਨਿਆਮਤਾਂ ਲਈ ਰਹਿਬਰ ਤੇ ਜੀਵੰਤ ਪਲਾਂ ਲਈ ਭਰਪੂਰਤਾ ਦਾ ਨਿਰਮਲ ਚਸ਼ਮਾ। ਮਨ ਦਾ ਸਾਵਣ ਸਾਡੇ ਗੁਰੂ ਪੀਰਾਂ ਦਾ ਸੁਨੇਹਾ। ਰਹਿਬਰ ਦੇ ਸਾਵਣੀ ਮੋਹ 'ਚ ਭਿੱਜੇ ਲੋਕ ਜ਼ਿੰਦਗੀ ਦਾ ਸੱਚ ਜਿਉਂਦੇ ਨੇ ਤੇ ਉਹਨਾਂ ਦੇ ਮੰਦਰਾਂ ਤੇ ਰੌਸ਼ਨੀ ਦਾ ਵਣਜ ਹੁੰਦਾ ਹੈ। ਸਾਵਣ ਦੇ ਮਹੀਨੇ ਮਨ ਦੇ ਸਾਵਣ ਦਾ ਹੁੰਗਾਰਾ ਜ਼ਰੂਰ ਭਰਿਓ। ਭਰਵੀਂ ਬਰਸਾਤ ਤੋਂ ਬਾਅਦ ਮਸਤਕ ਅੰਬਰ ਤੇ ਸੱਤ ਰੰਗੀ ਪੀਂਘ ਦੇ ਦਿਦਾਰੇ ਜ਼ਰੂਰ ਹੋਣਗੇ, ਜਿਨ੍ਹਾਂ 'ਚੋਂ ਤੁਸੀਂ ਰੰਗਲੇ ਸਮਿਆਂ ਦੇ ਨਕਸ਼ ਜ਼ਰੂਰ ਪਛਾਣ ਲਓਗੇ। ਧੰਨਵਾਦ। ਅਗਲਾ ਲੇਖ ਹੈ ਅੰਬਰ ਦਾ ਕਲਾਵਾ। ਵਕਤ ਦੀ ਦਹਿਲੀਜ਼ ਤੇ ਆਪਣਾ ਸਿਰਨਾਮਾ ਉਕਰਨ ਵਾਲੇ ਲੋਕ ਤਵਾਰੀਖ 'ਚ ਸਦੀਵੀ ਜਿਉਂਦੇ ਰਹਿੰਦੇ ਹਨ। ਜਦ ਕਿਸੇ ਦੇ ਮੱਥੇ ਤੇ ਇੱਕ ਤਾਰਾ ਉੱਗਦਾ ਹੈ ਤੇ ਇਹਦੀ ਰੌਸ਼ਨੀ 'ਚ ਪੈਰਾਂ ਨੂੰ ਮੰਜ਼ਿਲਾਂ ਦੀ ਥਾਂ ਨਸੀਬ ਹੁੰਦੀ ਹੈ ਤੇ ਨਵੇਂ ਦਿਸ ਹੱਦੇ ਦੂਰ ਨਹੀਂ ਰਹਿੰਦੇ। ਟੁੱਟਦਾ ਤਾਰਾ ਵੀ ਆਪਣੀ ਜਾਨ ਤੇ ਖੇਡ ਕੇ ਰਾਤ ਦੇ ਹਨੇਰੇ 'ਚ ਪੈੜਾਂ ਗਵਾ ਚੁੱਕੇ ਰਾਹੀਆਂ ਦੇ ਮਾਰਗ ਦਰਸ਼ਨ 'ਚੋਂ ਆਪਣੀ ਸਾਰਥਿਕਤਾ ਕਿਆਸਦਾ ਆਖਰ ਨੂੰ ਰਾਖ ਹੋ ਕੇ ਧਰਤੀ ਦੀ ਹਿੱਕ ਨਾਲ ਲੱਗ ਜਾਂਦਾ ਹੈ। ਦਰਿਆ ਕਦੇ ਕਿਸੇ ਕੋਲੋਂ ਰਾਹ ਨਹੀਂ ਪੁੱਛਦਾ, ਉਹਨੂੰ ਆਪਣੇ ਰਾਹ ਖੁਦ ਸਿਰਜਣੇ ਆਉਂਦੇ ਨੇ, ਜਿਨ੍ਹਾਂ ਨੇ ਨਕਸ਼ ਹਰ ਕੋਈ ਪਛਾਣ ਸਕਦਾ ਹੈ। ਕਦੇ ਕਿਸੇ ਬੱਚੇ ਦੀ ਸਿਰਜੀ ਅਣਭੋਲ ਕਿਰਤ ਨੂੰ ਦੇਖਿਓ, ਉਹਦੇ ਮੱਥੇ ਤੇ ਪਸਰੀ ਸਕੂਨਤਾ ਤੁਹਾਡਾ ਸੁੱਚਾ ਹਾਸਲ ਬਣ ਸਕਦੀ ਹੈ। ਕਿਸੇ ਦੇ ਤਾਂ ਘਰ ਦੀ ਛਾਤੀ ਕਲਾਵੇ 'ਚ ਨਹੀਂ ਆਉਂਦੀ, ਪਰ ਕਈਆਂ ਲਈ ਅੰਬਰ ਵੀ ਨਿੱਕਾ ਹੁੰਦਾ ਹੈ। ਇਹ ਤੁਹਾਡੀ ਸੋਚ ਦੇ ਦਾਇਰੇ ਨਿਰਧਾਰਤ ਕਰਦੇ ਨੇ ਕਿ ਤੁਸੀਂ ਅੰਬਰ ਨਾਲ ਆੜੀ ਲਾਉਣੀ ਹੈ ਜਾਂ ਕਮਰੇ ਦੀ ਛੱਤ ਦੇਖਣ ਯੋਗ ਹੀ ਰਹਿਣਾ ਹੈ। ਕਈਆਂ ਲਈ ਕਿਤਾਬ ਦਾ ਇੱਕ ਹੀ ਸੁੱਚਾ ਹਰਫ ਇਬਾਦਤ ਬਣ ਜਾਂਦਾ ਹੈ, ਜਦਕਿ ਕੁਝ ਕਿਤਾਬਾਂ ਦੇ ਗੱਡਿਆਂ 'ਚੋਂ ਗਿਆਨ ਦੀ ਕਿਰਨ ਢੂੰਡਦੇ ਉਮਰਾਂ ਵੀ ਹੱਜ ਜਾਂਦੇ ਨੇ। ਸਾਰਾ ਬੋਲ ਛਾਨਣ ਦੀ ਲੋੜ ਨਹੀਂ ਹੁੰਦੀ। ਕਿਸਾਨ ਲਈ ਇੱਕ ਮੁੱਠ ਦਾਣੇ ਬੋਲ ਦੀ ਤਸਵੀਰ ਤੇ ਉਹਦੀ ਸਰੂਪ ਜਾਣਨ ਲਈ ਕਾਫੀ ਹੁੰਦੇ ਨੇ। ਵਕਤ ਇਕਸਾਰ ਨਹੀਂ ਰਹਿੰਦਾ, ਇਹ ਬਦਲਦਾ ਰਹਿੰਦਾ ਹੈ। ਇਸ 'ਚ ਕਿਹੜੀ ਤਬਦੀਲੀ ਹੋਏਗੀ ਤੇ ਕਿੰਨੇ ਕੁ ਸਥਿਰ ਤੇ ਸਾਰਥਿਕ ਹੋਏਗੀ, ਇਹ ਤਬਦੀਲੀ ਦੇ ਅਰਥਾਂ ਵਿੱਚ ਹੀ ਸਮੋਇਆ ਹੁੰਦਾ ਹੈ। ਉਹ ਸਾਰੂ ਤਬਦੀਲੀ ਦੇ ਸਿਰਜਣਹਾਰੇ ਵਕਤ ਦੇ ਮੱਥੇ ਦਾ ਨਕਸ਼ ਹੁੰਦੇ ਨੇ। ਸਮੇਂ ਦੀ ਬੀਹੀ 'ਚ ਸੁੱਚੀ ਸੋਚ ਦਾ ਹੋਕਰਾ ਲਾਓ। ਕੰਧਾਂ ਵੀ ਹੁੰਗਾਰਾ ਭਰਨ ਲਈ ਤਿਆਰ ਹੋ ਜਾਣਗੀਆਂ, ਬਸ਼ਰਤੇ ਕਿ ਤੁਹਾਡੇ ਹੋਕਰੇ ਵਿੱਚ ਰੂਹ ਦੀ ਤਾਸੀਰ ਜਿਉਂਦੀ ਹੋਵੇ। ਪਿੰਡ ਦੀ ਫਿਰਨੀ ਤੇ ਪਿਆ ਚੌਬਾਰਾ ਕਿਸੇ ਪਿੰਡ ਦੀ ਤਾਸੀਰ ਭਾਵੇਂ ਨਾ ਬਿਆਨ ਦਾ ਹੋਵੇ, ਪਰ ਇਹ ਕਿਸੇ ਘਰ ਦੀ ਦਿੱਖ ਹੋ ਸਕਦਾ ਹੈ ਜੋ ਕਦੇ-ਕਦੇ ਛਲਾਵਾ ਵੀ ਹੁੰਦੀ ਹੈ। ਉੱਚੇ ਚੁਬਾਰਿਆਂ 'ਚ ਰਹਿਣ ਵਾਲੇ ਲੋਕ ਕਈ ਵਾਰ ਇੰਨੇ ਬੌਣੇ ਹੁੰਦੇ ਨੇ ਕਿ ਧਰਤੀ ਨੂੰ ਉਹਨਾਂ ਨਾਲ ਕੱਦ ਮੇਚਦਿਆਂ ਸ਼ਰਮਸਾਰ ਹੋਣਾ ਪੈਂਦਾ ਹੈ। ਹਵਾਵਾਂ ਕਿਸੇ ਦੀਆਂ ਮੁਹਤਾਜ ਨਹੀਂ ਹੁੰਦੀਆਂ, ਉਹ ਆਪਣੀ ਹੋਂਦ ਤੇ ਤੋਰ ਨੂੰ ਕਿਸੇ ਦੀ ਮੁਹਤਾਜੀ ਨਹੀਂ ਹੋਣ ਦਿੰਦੀਆਂ, ਪਰ ਉਹਨਾਂ ਦੀ ਤਾਸੀਰ ਵਿੱਚ ਰਲੀਆਂ ਖੁਸ਼ਬੂਆਂ ਕਿਸੇ ਪਿਆਰੀ ਦੀ ਸਹਿ ਹੋਂਦ ਨੂੰ ਤੁਹਾਡੇ ਚੇਤਿਆਂ ਵਿੱਚ ਉਭਾਰਦੀਆਂ ਨੇ। ਹੁਮਸ ਭਰੇ ਦਿਨਾਂ 'ਚ ਜਦ ਪੌਣ ਚੱਲਦੀ ਤੇ ਹਰ ਤਲੀ ਤੇ ਰਾਹਤ ਵੰਡਦੀ ਸੁਖਨ ਸੁਨੇਹਾ ਬਣਦੀ ਏ। ਵਗਦੀ ਪੌਣ ਹੱਥ ਸੁਨੇਹੇ ਭੇਜਦੇ ਪ੍ਰੇਮੀਆਂ ਦੀ ਉਤੇਜਨਾ ਤੇ ਉਡੀਕ ਕਈ ਵਾਰ ਵਕਤ ਦਾ ਪਲੇਠਾ ਪਲ ਬਣ ਜਾਂਦੀ। ਪੌਣਾ ਆਪਣੀ ਹਿੱਕ ਵਿੱਚ ਹੌਕੇ ਵੀ ਸਮਾਉਂਦੀਆਂ ਨੇ, ਹਾਸਿਆਂ ਨਾਲ ਆੜੀ ਵੀ ਪਾਉਂਦੀਆਂ ਨੇ, ਆਪਣੇ ਜ਼ਿਹਨ 'ਚ ਗੁਫ਼ਤਗੂ ਵੀ ਰਚਾਉਂਦੀਆਂ ਨੇ ਤੇ ਹੁੰਗਾਰਾ ਭਾਲਦੇ ਮਿੱਤਰਾਂ ਦਾ ਸੁਨੇਹਾ ਵੀ ਲਿਆਉਂਦੀਆਂ ਨੇ। ਇਹਦੀ ਸਮਝ ਤਾਂ ਤੁਹਾਡੇ ਅੰਦਰ ਜਿਉਂਦੀ ਹਵਾ ਨੂੰ ਹੋ ਸਕਦੀ ਹੈ। ਇੱਕ ਚਾਨਣ ਦੀ ਕਾਤਰ ਹੀ ਕਾਫੀ ਹੁੰਦੀ ਹੈ ਹਨੇਰੀ ਰਾਤ 'ਚ ਛੇਕ ਪਾਉਣ ਲਈ। ਇਸ ਕਰਕੇ ਹੀ ਟਟਹਿਣਾ ਬਹੁਤ ਦੂਰੋਂ ਹੀ ਨਜ਼ਰ ਪੈ ਜਾਂਦਾ ਹੈ।
ਹਨੇਰਾ ਕਦੇ ਵੀ ਸੂਰਜ ਨੂੰ ਅੱਖ ਪੁੱਟਣ ਤੋਂ ਰੋਕ ਨਹੀਂ ਸਕਦਾ। ਤਾਈਓ ਤਾਂ ਰਾਤ ਦੇ ਜ਼ਖਮੀ ਹਨੇਰਿਆਂ ਤੇ ਕਦੇ ਕਿਸੇ ਨੇ ਟਕੋਰ ਨਹੀਂ ਕੀਤੀ। ਫੁੱਲ ਦੇ ਪਿੰਡੇ ਤੇ ਥਿਰਕਦੇ ਤਰੇਲ ਤੁਪ ਕੇ ਆਪਣਾ ਭਾਰ ਤੋਲਦੇ ਰਹਿੰਦੇ ਨੇ ਤੇ ਸੂਰਜ ਦੀ ਪਹਿਲੀ ਕਿਰਨ ਨਾਲ ਉਹ ਰੁਸ਼ਨਾ ਉੱਠਦੇ ਨੇ ਤੇ ਉਹਨਾਂ ਦੇ ਹਿੱਕ ਵਿੱਚੋਂ ਨਿਕਲਦੀ ਸਤਰੰਗੀ ਪੀਂਘ ਦੇ ਦੀਦਾਰ ਵਕਤ ਨੂੰ ਰੌਸ਼ਨ ਕਰ ਜਾਂਦੇ ਨੇ। ਬਹੁਤ ਲੋਕ ਹੌਕੇ ਬੀਜਦੇ ਨੇ, ਪਰ ਕੁਝ ਲੋਕ ਹਾਸੇ ਵੀ ਉਗਾਉਂਦੇ ਨੇ। ਇਹਨਾਂ ਹਾਸਿਆਂ ਦੀ ਬਰਕਤ ਸਦਕਾ ਵਸਦੇ ਘਰਾਂ ਤੇ ਰੌਣਕੀਲੇ ਵਿਹੜਿਆਂ ਦੀ ਇਬਾਦਤ ਖੁਸ਼ੀਆਂ ਕਰਦੀਆਂ ਨੇ। ਰੋਂਦੇ ਚਿਹਰੇ ਹਰ ਮੁਖ ਤੇ ਰੋਣ ਧਰ ਜਾਂਦੇ ਨੇ, ਪਰ ਹੱਸਦੇ ਮੁਖੜਿਆਂ ਦੀ ਆਭਾ ਸਮੇਂ ਦਾ ਰਾਂਗਲਾ ਪੈਰ ਹੁੰਦੀ ਏ। ਸਫ਼ਰ ਮੁਕਾਉਣ ਲਈ ਹਰ ਕੋਈ ਤੁਰਦਾ, ਪਰ ਸਫ਼ਰ ਤੇ ਆਪਣੇ ਨਕਸ਼ ਉਕਰਨ ਵਾਲੇ ਤੁਰਨ ਦਾ ਚਾਅ ਆਪਣੇ ਕਦਮਾਂ ਦੇ ਨਾਵੇਂ ਕਰਦੇ ਨੇ ਤੇ ਪੈਂਡਿਆਂ ਦਾ ਮਾਣ ਮੱਤਾ ਸਿਰਨਾਵਾਂ ਬਣਦੇ ਨੇ। ਹਰਫਾਂ ਦੀ ਖੇਤੀ ਕਰਨ ਦਾ ਭਰਮ ਪਾਲਣ ਵਾਲੇ ਤਾਂ ਬਹੁਤ ਹੁੰਦੇ ਨੇ, ਪਰ ਆਵੇਸ਼ ਵਿੱਚ ਉਤਰੀ ਹਰਫ ਜੋਤ 'ਚ ਜੀਵਨ ਧੜਕਦਾ ਹੈ ਤੇ ਉਹ ਸਿੱਲ ਪੱਥਰ ਬਣੇ ਅਹਿਸਾਸਾਂ 'ਚ ਤਰੰਗਤਾ ਪੈਦਾ ਕਰਨ ਦੇ ਸਮਰੱਥ ਹੁੰਦੀ ਹੈ। ਜਦ ਕਿਸੇ ਹਰਫ ਦੇ ਪਿੰਡੇ ਤੇ ਸੂਲਾਂ ਚਿਪਕਦੀਆਂ ਨੇ ਤਾਂ ਅਰਥਾਂ ਵਿਚਲਾ ਦਰਦ ਜ਼ਖਮਾਂ ਨੂੰ ਸਿਉਂਦਾ ਏ, ਜੋ ਜੀਵਨ ਦੇ ਸੁੱਚਮ ਲਈ ਰਾਹ ਦਸੇਰਾ ਬਣਦਾ ਹੈ। ਨਿੱਕਾ ਜਿਹਾ ਬੱਚਾ ਜਦ ਅੱਖ ਪੁੱਟਦਾ ਹੈ ਤਾਂ ਉਹਦੀ ਸੋਚ ਵਿੱਚ ਦੂਰ ਚਮਕਦੇ ਸੂਰਜ ਨੂੰ ਆਪਣੀ ਮੁੱਠੀ 'ਚ ਲੈਣ ਦੀ ਤਮੰਨਾ ਹੁੰਦੀ ਹੈ, ਜੋ ਬੱਚੇ ਦੇ ਸੁਪਨ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਤੇ ਸੇਧ ਪ੍ਰਦਾਨ ਕਰਦੀ ਹੈ। ਬੱਚੇ ਦਾ ਨਿੱਕਾ ਜਿਹਾ ਕਦਮ ਹੀ ਨਵੀਆਂ ਰਾਹਾਂ ਤੇ ਪੈਂਡਿਆਂ ਦੀ ਤਲੀ ਤੇ ਸਦੀਵੀ ਨਕਸ਼ਾਂ ਦੀ ਪਛਾਣ ਸਿਰਜਣ ਲਈ ਕਾਹਲਾ ਹੁੰਦਾ ਹੈ। ਨਿੱਕੇ ਨਿੱਕੇ ਕਦਮ ਹੀ ਸਮਾਂ ਪੈਣ ਤੇ ਨਵੀਆਂ ਮੰਜ਼ਿਲਾਂ ਦਾ ਸਿਰਨਾਮਾ ਬਣ ਜਾਂਦੇ ਨੇ। ਕੁਝ ਸਿਰਨਾਮੇ ਤਾਂ ਕਦੇ ਕਦੇ ਹੀ ਵਕਤ ਦੀ ਅੱਖ ਵਿੱਚ ਚਮਕ ਧਰ ਜਾਂਦੇ ਨੇ। ਦਰਿਆਵਾਂ ਨੂੰ ਵਸਦੇ ਰਹਿਣ, ਹਵਾਵਾਂ ਨੂੰ ਗਤੀਸ਼ੀਲ ਰਹਿਣ ਤੇ ਸੁਪਨਿਆਂ ਨੂੰ ਜਾਗਦੇ ਰਹਿਣ ਦਾ ਹੋਕਰਾ ਦੇਣ ਵਾਲੇ ਲੋਕ ਹੀ ਸਭਿਅਤਾ ਦੀਆਂ ਪ੍ਰਾਪਤੀਆਂ ਦੀ ਆਧਾਰਸ਼ਿਲਾ ਹਨ। ਹਰਫਾਂ ਦੀ ਕੁੱਖ ਵਿੱਚ ਤਾਰਾ ਧਰਨ ਵਾਲੇ, ਸ਼ਬਦਾਂ ਦੀ ਅੱਖ 'ਚ ਓਟੇ ਵਾਲਾ ਦੀਵਾ ਟਿਕਾਉਣ ਵਾਲੇ ਤੇ ਕਿਰਤ ਦੀ ਜੂਹ 'ਚ ਚਾਨਣ ਤਰੌਂਕਣ ਵਾਲੇ ਹੀ ਮਾਨਵਤਾ ਦੇ ਮੁਹਾਂਦਰਾ ਹੁੰਦੇ ਨੇ। ਰੁਮਕਦੀ ਪਾਉਣ ਤੇ ਨਾਵੇਂ ਸੁਖਨ ਦੀ ਇਬਾਰਤ ਧਰਨ ਵਾਲੇ, ਬੋਲਾਂ ਦੀ ਤਾਸੀਰ 'ਚ ਸਹਿਜਤਾ ਦਾ ਮੀਰੀ ਰੂਪ ਭਰਨ ਵਾਲੇ ਤੇ ਗੁੱਸੇ ਦੇ ਗੁਬਾਰ ਨੂੰ ਆਪਣੇ ਅੰਤਰੀਵ 'ਚ ਜਰਨ ਵਾਲੇ ਲੋਕ ਸੋਚ ਦਾ ਮਾਣ ਹੁੰਦੇ ਨੇ, ਜਿਨ੍ਹਾਂ ਨੇ ਮਾਨਵ ਨੂੰ ਇਨਸਾਨ ਦੇ ਮਾਰਗ ਤੇ ਤੋਰਨਾ ਹੁੰਦਾ ਹੈ। ਟਾਹਣੀ ਨੂੰ ਫਲ ਲੱਗ ਜਾਏ ਤਾਂ ਲਿਫ ਜਾਂਦੀ ਹੈ, ਫਲ ਪੱਕ ਜਾਏ ਤਾਂ ਧਰਤੀ ਵੱਲ ਔਲਦਾ ਹੈ ਤੇ ਫੁੱਲ ਖਿੜ ਜਾਏ ਤੇ ਚੌਗਿਰਦੇ ਨੂੰ ਆਪਣੇ ਰੰਗ 'ਚ ਰੰਗ ਜਾਂਦਾ ਹੈ। ਕਦੇ ਕਿੱਕਰਾਂ ਦੇ ਨਿੱਕੇ ਪੀਲੇ ਫੁੱਲਾਂ ਵੱਲ ਤੱਕਣਾ ਤੇ ਸੋਚਣਾ ਕਿ ਕਦੇ ਕਦੇ ਕੰਡਿਆਲੇ ਰਾਹਾਂ 'ਚ ਵੀ ਫੁੱਲਾਂ ਦੀ ਖੇਤੀ ਹੁੰਦੀ ਹੈ। ਸੂਖਮ ਸੋਚ ਅਜਿਹੀ ਬੰਦਿਆਈ ਦੇ ਬਲਿਹਾਰੇ ਜਾਂਦੀ ਹੈ। ਕੰਡੇ ਜਦ ਫੁੱਲ ਬਣਨ ਤੇ ਰਾਹ ਤੁਰ ਪਏ ਤਾਂ ਕਿਸੇ ਪੈਰਾਂ ਨੂੰ ਸੂਲਾਂ ਦੀ ਪੀੜ ਨਹੀਂ ਸਹਿਣੀ ਪਏਗੀ। ਅਸੀਂ ਕੰਡਿਆਂ ਤੋਂ ਹੀ ਕੁਝ ਸਿੱਖਣ ਦਾ ਆਹਰ ਕਰੀਏ ਤੇ ਆਪਣੇ ਮਸਤਕ ਨਿਉਂਦੇ 'ਚ ਮਹਿਕਾਂ ਤੇ ਰੰਗਾਂ ਨੂੰ ਸ਼ਾਮਲ ਕਰੀਏ। ਵਕਤ ਤੁਹਾਨੂੰ ਤੁਹਾਡੀ ਔਕਾਤ ਦੇ ਹਾਣ ਦਾ ਕਰਦਾ ਹੈ। ਤੁਸੀਂ ਕਿੱਡੇ ਉੱਚੇ ਹੋਣਾ ਹੈ, ਇਹਦੇ ਹਾਣ ਦੀ ਆਪਣੀ ਔਕਾਤ ਨੂੰ ਕਰਨ ਦਾ ਆਹਾਰ ਤਾਂ ਕਰੋ। ਸਭੇ ਨਿਆਮਤਾਂ ਤੁਹਾਡੀ ਝੋਲੀ 'ਚ ਜ਼ਰੂਰ ਪੈਣਗੀਆਂ। ਧੰਨਵਾਦ। ਅਗਲਾ ਲੇਖ ਹੈ ਆਓ ਭਾਲੀਏ ਚਾਨਣ ਦੀ ਕਾਤਰ। ਚਾਨਣ ਦੀ ਕਾਤਰ ਤੁਹਾਡੇ ਮਸਤਕ ਦੀ ਹਮਨੁਮਾ ਬਣ ਸਕਦੀ ਹੈ, ਬਸ਼ਰਤੇ ਕਿ ਤੁਹਾਡੇ ਮਨ ਦੀ ਬੀਹੀ 'ਚ ਰੌਸ਼ਨੀਆਂ ਦੀ ਬਰਸਾਤ ਦੀ ਚਾਹ ਨਾ ਜਿਉਂਦੀ ਹੋਵੇ। ਪੀੜਾਂ ਦੇ ਰਾਹ ਦੁਸ਼ਵਾਰੀਆਂ ਭਰੇ ਹੁੰਦੇ ਨੇ, ਪਰ ਇਹਨਾਂ ਰਾਹਾਂ ਵਿੱਚ ਤੁਰਦਿਆਂ ਤੁਰਦਿਆਂ ਹੀ ਤੁਹਾਨੂੰ ਕਾਮਯਾਬੀਆਂ ਦੀ ਰੁਮਕਣੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਸਖਤ ਘਾਲਣ ਵਾਲੇ ਕੁਝ ਲੋਕ ਜਦ ਮੁਸ਼ੱਕਤ ਦੇ ਮੁੜਕੇ ਦੇ ਮੋਤੀਆਂ ਨਾਲ ਆਪਣੀ ਝੋਲੀ ਭਰਦੇ ਨੇ ਤਾਂ ਵਿਹਲੜਾਂ ਦੇ ਢਿੱਡ 'ਚ ਦਰਦ ਜ਼ਰੂਰ ਉੱਗਦਾ ਹੈ। ਉਹਨਾਂ ਨੂੰ ਇਸ ਦਾ ਕਿੰਜ ਅਹਿਸਾਸ ਹੋਏਗਾ ਕਿ ਕੁਝ ਪ੍ਰਾਪਤੀ ਲਈ ਕੁਝ ਕਰਨਾ ਹੀ ਪੈਣਾ ਹੈ। ਧਰਤੀ ਦੀ ਕੁੱਖ ਨੂੰ ਫਰੋਲੋ, ਇਹਨੂੰ ਵਾਹੋ ਤੇ ਫਿਰ ਇਹਦੀ ਹਿੱਕ ਵਿੱਚ ਉੱਗੇ ਬੀਜ ਤੁਹਾਡੀ ਚੇਤਨਾ ਵਿੱਚ ਵੀ ਸ਼ੁਭ ਕਰਮਨ ਦਾ ਬੀਜ ਜ਼ਰੂਰ ਬੀਜਣਗੇ। ਆਪਣੀ ਹਿੰਮਤ ਨਾਲ ਸਮਿਆਂ ਦੀ ਹਿੱਕ ਤੇ ਨਵੇਂ ਨਕਸ਼ ਚਿੱਤਰਨ ਵਾਲੇ ਲੋਕ ਇੱਕ ਦਸਤਾਵੇਜ਼ ਹੁੰਦੇ ਨੇ ਤੇ ਇਹੀ ਆਖਰ ਨੂੰ ਤਵਾਰੀਖ ਦੇ ਸੁਰਖ ਸਿਰਨਾਮੇ ਹੁੰਦੇ ਨੇ। ਨਿੱਕਾ ਬੱਚਾ ਵੀ ਹੱਥ ਪੈਰ ਮਾਰਦਾ ਮਾਰਦਾ ਰਿੜਨਾ ਸਿੱਖ ਜਾਂਦਾ ਹੈ। ਹੌਲੀ ਹੌਲੀ ਉੱਡਣਾ ਸਿੱਖ ਵੀ ਬਣ ਜਾਂਦਾ ਹੈ। ਪੰਛੀਆਂ ਨੂੰ ਵੇਖ ਅੰਬਰਾਂ ਤੱਕ ਉੱਡਣ ਦੀ ਰੀਝ ਹੀ ਕਿਸੇ ਦੇ ਮਨ 'ਚ ਅੰਬਰਾਂ ਨੂੰ ਛੂਹਣ ਦੀ ਤਮੰਨਾ ਪੈਦਾ ਕਰਦੀ ਹੈ।
ਫਿਰ ਕਿਸੇ ਕਲਪਨਾ ਚਾਵਲਾ ਜਿਹੀ ਪੁਲਾੜ ਵਿੱਚ ਨਵੀਆਂ ਪੈੜਾਂ ਪਾਉਂਦੀ ਇਤਿਹਾਸ ਸਿਰਜਦੀ ਹੈ। ਮਨ ਵਿੱਚ ਕੁਝ ਕਰਨ ਦਾ ਵਲਵਲਾ ਹੀ ਇੱਕ ਮਨੁੱਖ ਨੂੰ ਦੂਸਰੇ ਨਾਲੋਂ ਵੱਖਰਾ ਕਰਦਾ ਹੈ ਤੇ ਇਹ ਵਖਰੇਵਾਂ ਹੀ ਆਖਰ ਨੂੰ ਕਿਸੇ ਵਿਅਕਤੀ ਦੀਆਂ ਪ੍ਰਾਪਤੀਆਂ ਵੀ ਬਣਦਾ ਹੈ। ਜਦ ਕਿਸੇ ਦੇ ਮਨ 'ਚ ਉੱਠਦੇ ਵਲਵਲਿਆਂ ਨੂੰ ਉੱਦਮ ਤੇ ਸਾਹਸ ਦਾ ਥਾਪੜਾ ਮਿਲ ਜਾਏ ਤਾਂ ਸਿਖਰ ਨੂੰ ਹੱਥ ਪਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਅਕਸਰ ਸਾਨੂੰ ਕਿਸੇ ਵਿਅਕਤੀ ਦੀਆਂ ਪ੍ਰਾਪਤੀਆਂ ਤੇ ਰੁਤਬਾ ਹੀ ਨਜ਼ਰ ਆਉਂਦਾ ਹੈ। ਇਸ ਪਿੱਛੇ ਕਿਸੇ ਵਿਅਕਤੀ ਦੀ ਘਾਲਣਾ, ਉਹਦੀ ਲਿਆਕਤ, ਸਮਰਪਿਤਾ, ਸੁਪਨਿਆਂ ਨੂੰ ਸੱਚ ਕਰਨ ਦੀ ਤਮੰਨਾ ਦਾ ਅੰਦਾਜ਼ਾ ਹੀ ਨਹੀਂ ਲਾਉਂਦੇ। ਬਹੁਤੀ ਵਾਰੀ ਅਸੀਂ ਈਰਖਾ ਦੇ ਸ਼ਿਕਾਰ ਵੀ ਹੋ ਜਾਂਦੇ ਹਾਂ। ਕਦੇ ਦੁਨੀਆ ਦੇ ਮਹਾਨ ਵਿਅਕਤੀ ਦੇ ਜੀਵਨ 'ਚ ਆਈਆਂ ਔਕੜਾਂ ਤੇ ਉਹਨਾਂ ਦੇ ਸਮਾਧਾਨ ਲਈ ਕੀਤੀ ਗਈ ਜਦੋਜਹਿਦ ਵੱਲ ਧਿਆਨ ਦੇਣਾ, ਤੁਹਾਨੂੰ ਇਹਨਾਂ ਪ੍ਰਾਪਤੀਆਂ ਦਾ ਰਾਜ਼ ਜ਼ਰੂਰ ਸਮਝ ਆ ਜਾਏਗਾ। ਅਸੀਂ ਅੱਜ ਕੱਲ੍ਹ ਰਾਤੋਂ ਰਾਤ ਅਮੀਰ ਬਣਨ ਦੀ ਲਾਲਸਾ ਮਨ 'ਚ ਪਾਲਦੇ ਤੇ ਇਸ ਲਈ ਕੋਈ ਜੁਗਾੜ ਭਾਲਦੇ ਹਾਂ ਤੇ ਆਖਰ ਨੂੰ ਕਿਸੇ ਖੋਹ, ਚੋਰੀ, ਧੋਖਾਧੜੀ, ਫਰੇਬ ਜਾਂ ਕਿਸੇ ਡਰੱਗ ਗਰੋਹ 'ਚ ਸ਼ਾਮਲ ਹੋ ਜਾਂਦੇ ਹਾਂ। ਸਾਡੀ ਅੱਖ ਉਸ ਵੇਲੇ ਖੁੱਲ੍ਹਦੀ ਹੈ ਜਦ ਸਾਡੀਆਂ ਖੁਨਾਮੀਆਂ ਦੀ ਦਲਦਲ ਸਾਡੇ ਜੀਵਨ ਨੂੰ ਕਿਸੇ ਕਿਨਾਰੇ ਲੱਗਣ ਜੋਗਾ ਨਹੀਂ ਛੱਡਦੀ। ਜੀਵਨ ਥੋੜ੍ਹ ਚਿਰ ਹੈ, ਇਹਨੂੰ ਕਿਹੜੀ ਰੰਗਤ ਦੇਣੀ ਹੈ ਸਾਡੀ ਸੋਚ ਦੇ ਦਿਸ ਹੱਦੇ, ਸਾਡੀ ਜੀਵਨ ਜਾਂਚ ਦਾ ਸਰੋਤ, ਸਾਡੇ ਮਾਨਵੀ ਕਦਰਾਂ ਕੀਮਤਾਂ ਦੀ ਧਾਰਨਾ ਜਾਂ ਸਾਡੇ ਸਮਾਜੀ ਸਰੋਕਾਰਾਂ ਨੇ ਨਿਰਧਾਰਿਤ ਕਰਨੀ ਹੁੰਦੀ ਹੈ। ਕਦੇ ਬਿਰਖ ਦੇ ਪੱਤਿਆਂ ਦੇ ਬਦਲਦੇ ਰੰਗਾਂ ਤੇ ਝਾਤ ਮਾਰਨਾ, ਕਿੰਨੇ ਸਹਿਜ ਨਾਲ ਬਿਰਖ ਦੇ ਪੱਤੇ ਰੰਗ ਬਦਲਦੇ ਨੇ, ਕਿੰਨੇ ਸਕੂਨ ਨਾਲ ਆਪਣੇ ਪਿੰਡੇ ਤੇ ਰੁੱਤਾਂ ਦੇ ਕਹਿਰ ਨੂੰ ਜਰਦਾ ਏ। ਬਰਫ਼ਬਾਰੀ 'ਚ ਕਦੇ ਬਿਨ ਪੱਤਰ ਬਿਰਖ ਨੂੰ ਨੀਝ ਨਾਲ ਦੇਖਣਾ, ਕਿੰਨਾ ਅਹਿਲ ਰਹਿੰਦਿਆਂ ਮੁਸਕਰਾਉਂਦਾ ਹੈ ਤੇ ਤੁਹਾਡੀ ਸੋਚ ਨੂੰ ਕੁਦਰਤ ਨਾਲ ਜੋੜਦਾ ਹੈ। ਫਿਰ ਰੁੱਤ ਬਦਲਣ ਤੇ ਹਰੇ ਲਿਬਾਸ ਨਾਲ ਜਦ ਰੁੱਤਾਂ ਦੇ ਵਿਹੜੇ 'ਚ ਦਸਤਕ ਦਿੰਦਾ ਹੈ ਤਾਂ ਬਰਫ਼ਬਾਰੀ 'ਚ ਹੰਢਾਏ ਹੋਏ ਪਲ ਉਸ ਲਈ ਬੀਤੇ ਵਕਤ ਦਾ ਜ਼ਰਜ਼ਰੀ ਵਰਕਾ ਬਣ ਜਾਂਦੇ ਨੇ, ਜਿਹਦੀ ਹੋਂਦ ਕਿਸੇ ਪਲ ਵੀ ਖਤਮ ਹੋ ਸਕਦੀ ਏ। ਇਹਨਾਂ ਬਿਰਖਾਂ ਬੰਨੀ ਦੇਖ ਕੇ ਕਦੇ ਕਦੇ ਕੁਝ ਬਿਰਖਾਂ ਵਰਗਾ ਤਾਂ ਬਣੀਏ। ਬਹੁਤੀ ਵਾਰ ਛੋਟੇ ਪਰਿਵਾਰ ਦੇ ਬੱਚੇ ਵੱਡੀਆਂ ਪ੍ਰਾਪਤੀਆਂ ਨੂੰ ਆਪਣੇ ਨਾਮ ਕਰਦੇ ਨੇ। ਦਰਅਸਲ ਅਜਿਹੇ ਬੱਚਿਆਂ ਦੇ ਮਨ 'ਚ ਕੁਝ ਚੰਗੇਰਾ ਤੇ ਵੱਖਰਾ ਕਰਨ ਦੀ ਰੀਝ ਜੀ ਉਹਨਾਂ ਨੂੰ ਜ਼ਿੰਦਗੀ ਦੇ ਸੁੱਚੇ ਸੁਪਨੇ ਲੈਣ ਲਈ ਪ੍ਰੇਰਦੀ, ਉਹਨਾਂ ਦੇ ਮਸਤਕ 'ਚ ਕੁਝ ਚੰਗਾ ਕਰਨ ਦਾ ਵਿਚਾਰ ਧਰ ਜਾਂਦੀ ਹੈ ਤੇ ਫਿਰ ਇਹਨਾਂ ਦੀ ਪੂਰਤੀ ਹਰ ਮੰਜ਼ਿਲਾਂ ਨੂੰ ਸਰ ਕਰਨ ਦਾ ਸਬੱਬ ਬਣਦੀ ਹੈ। ਯਾਦ ਰੱਖੋ ਕਿ ਹਰ ਵਿਅਕਤੀ ਹਰ ਸੁਪਨੇ ਨੂੰ ਪੂਰਾ ਕਰ ਸਕਦਾ ਹੈ, ਕਿਉਂਕਿ ਹਰ ਵਿਅਕਤੀ 'ਚ ਇੰਨੀ ਸਮਰੱਥਾ ਹੁੰਦੀ ਹੈ ਕਿ ਉਸ ਲਈ ਸਭ ਸੰਭਵ ਹੁੰਦਾ ਹੈ। ਪਰ ਉਹ ਵਿਅਕਤੀ ਇਹ ਸਭ ਕੁਝ ਪ੍ਰਾਪਤ ਕਰ ਸਕਦਾ ਹੈ ਜਿਹਦੇ ਮਨ 'ਚ ਕੁਝ ਕਰਨ ਦਾ ਸੁਪਨਾ ਹੁੰਦਾ ਹੈ। ਅਫਸੋਸ ਹੈ ਸਾਡੇ ਨੌਜਵਾਨਾਂ ਦੇ ਮਸਤਕਾਂ ਵਿੱਚ ਸੁਪਨੇ ਬੀਜਣ ਦੀ ਰੁੱਤ ਹੀ ਅਗਵਾ ਹੋ ਗਈ ਹੈ ਤੇ ਇਹ ਅਗਵਾਕਾਰ ਕਦਾਚਿਤ ਨਹੀਂ ਚਾਹੁੰਦੇ ਕਿ ਕੋਈ ਨੌਜਵਾਨ ਚੰਗੇਰੀ ਜੀਵਨ ਜਾਚ ਦਾ ਸੁਪਨਾ ਲਵੇ। ਕਿਸੇ ਦੀ ਮਨ ਦੀ ਜੂਹੇ ਸੁਪਨੇ ਨਾ ਧਰਨ ਨਾਲੋਂ ਵੀ ਵੱਡਾ ਗੁਨਾਹ ਹੁੰਦਾ ਹੈ ਸੁਪਨਿਆਂ ਨੂੰ ਅਗਵਾ ਕਰਕੇ ਕਿਸੇ ਕਾਲ ਕੋਠੜੀ 'ਚ ਕੈਦ ਕਰ ਦੇਣਾ। ਬੇਟੀ ਉਦਾਸ ਹੈ, ਉਹਦਾ ਫੋਨ ਆਉਂਦਾ ਕਿ ਪਾਪਾ ਆਪਣੇ ਘਰ ਇੰਡੀਆ ਵਿੱਚ ਕਿੰਨੀਆਂ ਕੁ ਕਿਤਾਬਾਂ ਹਨ, ਇਹਨਾਂ ਦੀ ਕੀਮਤ ਕਿੰਨੀ ਕੁ ਹੋਏਗੀ, ਇਹਨਾਂ ਕਿਤਾਬਾਂ ਦਾ ਹੁਣ ਕੀ ਕਰਨਾ ਹੈ, ਕੀ ਇਹ ਕਿਤਾਬਾਂ ਇੱਥੇ ਨਹੀਂ ਆ ਸਕਦੀਆਂ, ਇੱਥੇ ਇਹਨਾਂ ਦੀ ਬਹੁਤ ਲੋੜ ਹੈ, ਮੇਰੀਆਂ ਪਿਆਰੀਆਂ ਕਿਤਾਬਾਂ ਦਾ ਕੁਝ ਕਰੋ, ਤੁਸੀਂ ਸਾਨੂੰ ਇੰਨੀਆਂ ਕਿਤਾਬਾਂ ਪੜ੍ਹਾਈਆਂ ਹਨ, ਉਹ ਕਿਤਾਬਾਂ ਮੈਨੂੰ ਬਹੁਤ ਯਾਦ ਆਉਂਦੀਆਂ ਨੇ ਤੇ ਮੈਂ ਚਾਹੁੰਦੀ ਹਾਂ ਕਿ ਉਹ ਕਿਤਾਬਾਂ ਅਮਰੀਕਾ ਲੈ ਆਵਾਂ ਜੋ ਘਰ ਇੰਡੀਆ ਦੀਆਂ ਅਲਮਾਰੀਆਂ 'ਚ ਬੰਦ ਕਿਸੇ ਦੀ ਉਡੀਕ 'ਚ ਉਦਾਸੀਆਂ ਪਈਆਂ ਹੋਣਗੀਆਂ। ਬੇਟੀ ਦੇ ਫੋਨ ਤੋਂ ਬਾਅਦ ਮੈਂ ਉਦਾਸ ਹੋ ਜਾਂਦਾ। ਮੇਰੀ ਉਦਾਸੀ ਥੋੜ੍ਹੀ ਚਿਰੀ ਰਹਿੰਦੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਕਿਤਾਬਾਂ ਨੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਬੜਾ ਕੁਝ ਦਿੱਤਾ ਹੈ। ਕਿਤਾਬਾਂ ਜਿੱਥੇ ਤੁਹਾਨੂੰ ਜੀਵਨ ਸ਼ੈਲੀ ਦਿੰਦੀਆਂ ਨੇ, ਤੁਹਾਡੇ ਮਸਤਕ 'ਚ ਸੁਪਨੇ ਧਰਦੀਆਂ ਨੇ, ਉੱਥੇ ਤੁਹਾਨੂੰ ਤੁਹਾਡੇ ਰੋਲ ਮਾਡਲ ਦੀ ਜਾਣ ਪਛਾਣ ਵੀ ਕਰਾਉਂਦੀਆਂ ਨੇ, ਜਿਨ੍ਹਾਂ ਦੇ ਤੁਸੀਂ ਸਾਰੀ ਉਮਰ ਲਈ ਮੁਰੀਦ ਹੋ ਜਾਂਦੇ ਹੋ। ਜ਼ਿੰਦਗੀ ਦੇ ਉਦਾਸੇ ਤੇ ਸਖਣਤਾ ਭਰੇ ਪਲਾਂ ਵਿੱਚ ਇਹ ਕਿਤਾਬਾਂ ਤੁਹਾਡੀ ਝੋਲੀ 'ਚ ਸਕੂਨ ਭਰ ਜਾਂਦੀਆਂ ਨੇ। ਕਿਤਾਬਾਂ 'ਚੋਂ ਆਪਣੇ ਆਪ ਨੂੰ ਵਿਸਥਾਰਤ ਕਰਨ ਵਾਲੇ ਲੋਕਾਂ ਦੇ ਘਰਾਂ 'ਚ ਪੁਸਤਕਾਂ ਸਜੀਆਂ ਹੁੰਦੀਆਂ ਨੇ, ਜਿਹੜੀਆਂ ਤੁਹਾਡਾ ਹਾਰਦਿਕ ਸਵਾਗਤ ਕਰਦੀਆਂ, ਤੁਹਾਡੀ ਸੋਚ ਤਲੀ ਤੇ ਜੀਵਨ ਦੀ ਸੁਚਮਤਾ ਤੇ ਉੱਚਮਤਾ ਦੇ ਦੀਦਾਰ ਧਰ ਜਾਂਦੀਆਂ ਨੇ। ਕਿਤਾਬਾਂ ਤੋਂ ਸਖਣੇ ਨੌਜਵਾਨਾਂ ਦੀ ਸੋਚ ਵਿੱਚ ਗੈਂਗ ਤੇ ਗੰਧਲਾਪਣ ਹੀ ਉਪਜ ਸਕਦਾ ਹੈ। ਪੀੜਾਂ ਬੀਜਣ ਵਾਲੇ ਤੁਹਾਨੂੰ ਹਰ ਕਦਮ ਤੇ ਮਿਲ ਜਾਂਦੇ ਨੇ। ਗਮਾਂ ਦੀ ਖੇਤੀ ਬਗਾਨੀ ਸੋਚ ਧਰਾਤਲ ਤੇ ਕਰਨ ਲਈ ਹਰ ਵਿਅਕਤੀ ਉਤਸ਼ਾਹ ਤੇ ਕਿਸੇ ਦੀ ਝੋਲੀ 'ਚ ਦੁੱਖਾਂ ਦਾ ਪਰਾਗਾ ਪਾਉਣ ਲਈ ਹਰ ਤਿਆਰ ਫਿਰਦਾ ਹੈ। ਸਾਹਾਂ 'ਚ ਤਲਖੀਆਂ ਦੀ ਕੁੜੱਤਣ ਦੀ ਪੰਡ ਹਰ ਕੋਈ ਆਪਣੇ ਸਿਰ ਤੇ ਚੁੱਕੇ ਫਿਰਦਾ ਹੈ। ਚਾਰੇ ਪਾਸੇ
ਪਏ ਹੋਏ ਇਸ ਰੋਲ ਘਚੋਲੇ 'ਚ ਤੁਸੀਂ ਕਿਸ ਕਦਰ ਆਪਣੀ ਜੀਵਨ ਸ਼ੈਲੀ ਨੂੰ ਨਿਰਧਾਰਿਤ ਕਰਨਾ ਹੈ, ਇਹ ਤਾਂ ਤੁਹਾਡੇ ਤੇ ਹੀ ਨਿਰਭਰ ਕਰੇਗਾ। ਜ਼ਿੰਦਗੀ ਦੇ ਰਾਹ ਜਿੰਨੇ ਔਕੜਾਂ ਨਾਲ ਭਰੇ ਹੋਣਗੇ, ਓਨਾ ਹੀ ਤੁਹਾਨੂੰ ਰਹਿਬਰੀ ਦਾ ਅਹਿਸਾਸ ਹੋਏਗਾ। ਜਦ ਤੁਸੀਂ ਸਫਲਤਾਵਾਂ ਦੀ ਸਿਖਰ ਨੂੰ ਚੁੰਮ ਕੇ ਇਹਦੇ ਇਲਾਹੀ ਰਮਜ਼ ਨੂੰ ਆਪਣੀ ਅੰਤਰੀਵ 'ਚ ਉਤਾਰੋਗੇ। ਯਾਦ ਰੱਖਣਾ, ਮਿਹਨਤ ਦਾ ਕੋਈ ਬਦਲ ਨਹੀਂ ਹੈ, ਇਹੀ ਜੀਵਨ ਸਫਲਤਾ ਦਾ ਮੀਰੀ ਗੁਣ ਹੈ। ਆਪਣੀ ਸੋਚ ਨੂੰ ਬੁਲੰਦਗੀ ਦਾ ਨਾਮ ਦੇਣ ਵਾਲਿਆਂ ਦੇ ਸਿਰਾਂ ਤੇ ਤਾਜ ਸੋਹੰਦੇ ਨੇ ਤੇ ਉਹ ਆਪਣੇ ਪਰਿਵਾਰ, ਸਮਾਜ ਤੇ ਕੌਮ ਲਈ ਮਾਣਮੱਤ ਦਾ ਨਾਮ ਬਣਦੇ ਨੇ। ਕਦੇ ਆਪਣੇ ਮਨ ਵਿੱਚ ਅਜਿਹਾ ਬਣਨ ਦੀ ਤਾਂਘ ਧਰੀਏ, ਆਪਣਾ ਆਪ ਤੁਹਾਡਾ ਰੁਝਾਨ ਇਹਨਾਂ ਰਾਹਾਂ ਦਾ ਪਾਂਧੀ ਬਣ ਜਾਏਗਾ। ਧੰਨਵਾਦ। ਅਗਲਾ ਲੇਖ ਹੈ ਰਾਤ ਦੀ ਕੁੱਖ ਚੋਂ ਪੁੰਗਰ ਦੀ ਸਰਗੀ। ਡੂੰਘੀ ਉਤਰ ਰਹੀ ਰਾਤ, ਚਾਰੇ ਪਾਸੇ ਚੁੱਪ ਦਾ ਪੈਰ, ਪਸਰੀ ਹੋਈ ਸ਼ਾਂਤੀ, ਵਣ ਤ੍ਰਿਣ ਲੰਮੀਆਂ ਤਾਣ ਕੇ ਸੁੱਤਾ। ਕਦੇ ਕਦੇ ਕਿਸੇ ਪਰਿੰਦੇ ਦੀ ਚੀਖ ਰਾਤ ਦੀ ਚੁੱਪ ਨੂੰ ਤੋੜਦੀ, ਕੋਈ ਕੋਚਰੀ ਬੋਲਦੀ ਤੇ ਰਾਤ ਦੀ ਕੁੱਖ 'ਚ ਦਰਦ ਉਗਾਉਂਦੀ, ਕਿਸੇ ਦੁਖੀਏ ਦੀ ਲੋਰ ਫਿਜ਼ਾ ਦੇ ਨਾਮ ਲਾਉਂਦੀ ਤੇ ਚੁੱਪ ਹੋ ਜਾਂਦੀ। ਕੀ ਰਾਤ ਸੱਚਮੁੱਚ ਚੁੱਪ ਹੈ, ਸ਼ਾਂਤ ਹੈ, ਇਲਾਹੀ ਆਲਮ ਵਿੱਚ ਆਪਣੀ ਔਧ ਨੂੰ ਮਾਣ ਰਹੀ ਹੈ? ਕੀ ਰਾਤ ਦਾ ਹਰ ਪੈਰ ਜੀਵਨ ਦੇ ਪਹਿਲੇ ਪੈਰ ਦਾ ਹਰਫ ਬਣਦਾ ਹੈ? ਕੀ ਰਾਤ ਨੂੰ ਅਵੇਸਲਾ ਹੋਣ ਦਾ ਸ਼ਰਫ ਹਾਸਲ ਹੈ? ਰਾਤ ਦੇ ਦਰਦ ਦੀ ਥਾਂ ਕਿਸੇ ਨਾ ਪਾਈ, ਉਹਦੀ ਪੀੜ ਦੀ ਥਾਂ ਨਾ ਕਿਸੇ ਨੂੰ ਥਿਆਈ, ਨਾ ਹੀ ਰਾਤ ਦੀ ਕਿਸੇ ਸਵੇਰੇ ਨੇ ਸੁਣੀ ਦੁਹਾਈ। ਰਾਤ ਦੀ ਧੁਆਂਖੀ ਔਧ ਜਿਹੀ ਆਈ ਜਿਹੀ ਨਾ ਆਈ। ਹਰ ਵਿਅਕਤੀ ਰਾਤ ਦੀ ਕਾਲਖ ਨੂੰ ਨਿੰਦਦਾ, ਇਹਦੇ ਹਨੇਰੇ ਨੂੰ ਉਲਾਂਭੇ ਦਿੰਦਾ, ਇਹਦੀ ਮਾਤਮੀ ਚੁੱਪ ਨੂੰ ਸੋਗ ਦਾ ਅਫਸਾਨਾ ਕਹਿੰਦਾ ਤੇ ਇਹਦੇ ਅਰਥਾਂ 'ਚੋਂ ਪੀੜਾ ਦੇ ਲੀਰਾਂ ਹੋਈ ਹਰਫਾਂ ਨੂੰ ਸਿਉਂਦਾ। ਕਈ ਵਾਰ ਰਾਤ ਕੁਕਰਮਾਂ ਦੀ ਕਰਮ ਭੂਮੀ, ਰਾਤ ਦੇ ਗਰਭ ਵਿੱਚ ਹਰ ਤਰ੍ਹਾਂ ਦੇ ਔਗੁਣਾਂ ਦੀ ਤਫਸੀਲ ਉਗਦੀ। ਨਸ਼ਿਆਂ ਦੀ ਲੋਰ ਵਿੱਚ ਮਾਨਸਿਕ ਤੇ ਸਰੀਰਕ ਤੌਰ ਤੇ ਨਿਵਾਣਾ ਬੰਨੀ ਵਹਿੰਦਾ ਜਾ ਰਿਹਾ ਅਜੋਕਾ ਮਨੁੱਖ। ਜੁਰਮ ਦਾ ਲਿਖਿਆ ਜਾਂਦਾ ਰੋਜ਼ਨਾਮਚਾ, ਕਿਸੇ ਦਾ ਨੋਚਿਆ ਜਾ ਰਿਹਾ ਜਿਸਮ, ਖੋਹੇ ਜਾ ਰਹੇ ਪਰ, ਸੁੰਨੀ ਹੋ ਰਹੀ ਨਿੱਘੀ ਗੋਦ, ਮੋਹ ਦੀ ਧਰਤ 'ਚ ਬੀਜਿਆ ਜਾ ਰਿਹਾ ਹਿਰਖ, ਬੋਲਾਂ ਦੀ ਹਿੱਕ ਚੁਗਦਾ ਸੋਗ, ਹਰਫਾਂ ਦੇ ਅਰਥਾਂ 'ਚ ਸਾਰੀ ਉਮਰ ਦਾ ਸੋਗ। ਰਾਤ 'ਚੋਂ ਰਤ ਵੀ ਉਗਦੀ ਏ ਤੇ ਰੁੱਤ ਵੀ, ਰਾਹ ਵੀ ਤੇ ਰਾਹੂ ਵੀ, ਰੌਣਕ ਵੀ ਤੇ ਰੋਣ ਵੀ, ਰਹਿੰਦ ਵੀ ਤੇ ਰੈਤਲ ਵੀ, ਰਹਿਮਦਿਲੀ ਵੀ ਤੇ ਰਹਿਮੋ ਕਰਮ ਵੀ। ਰਾਤਾਂ ਨਸਲ ਕੁਸ਼ੀ ਵੀ ਕਰਦੀਆਂ ਨੇ, ਪਰ ਰਾਤਾਂ ਨਸਲਾਂ ਪੈਦਾ ਵੀ ਕਰਦੀਆਂ ਨੇ ਜੋ ਕੌਮਾਂ ਦਾ ਫਖਰਯੋਗ ਹਾਸਲ ਬਣਦੀਆਂ ਨੇ। ਰਾਤਾਂ ਬਹਿਣ ਨਾ ਬਨੇਰੇ, ਰਾਤਾਂ ਚੜ੍ਹਨ ਨਾ ਕੰਧੇੜੇ, ਰਾਤਾਂ ਖਾਣ ਨਾ ਸਵੇਰੇ, ਸਗੋਂ ਰਾਤਾਂ ਦੀਆਂ ਰੂਹਾਂ 'ਚ ਖਿੜਨ ਖੁਸ਼ੀਆਂ ਦੇ ਖੇੜੇ। ਖੁਦਾ ਕਰੇ ਰਾਤ ਆਵੇ ਤੇ ਸਾਡੀ ਵਿਹੜੇ ਸੁਬਹ ਦੀ ਦਸਤਕ ਦੇ ਕੇ ਤੁਰ ਜਾਵੇ, ਕਿਉਂਕਿ ਬੜਾ ਔਖਾ ਹੁੰਦਾ ਸਾਰੀ ਉਮਰ ਲਈ ਰਾਤਾਂ ਦਾ ਪੈਂਡਾ ਮੁਕਾਉਣਾ, ਰਾਤਾਂ ਨੂੰ ਜਿਉਣਾ ਤੇ ਰਾਤ ਦੇ ਕਾਲੇ ਪਹਿਰ 'ਚ ਹੀ ਸਾਹਾਂ ਨੂੰ ਅਲਵਿਦਾ ਕਹਿ ਜਾਣਾ। ਰਾਤ ਨੂੰ ਰਾਤ ਨਾ ਸਮਝੋ, ਰਾਤ ਦੇ ਗਰਭ 'ਚ ਪਲਦੇ ਨੇ ਹੌਸਲਿਆਂ ਦੇ ਮੀਨਾਰ, ਰਾਤ ਦੇ ਪਿੰਡੇ ਤੇ ਵਗਦੇ ਨੇ ਸੋਚਾਂ ਦੇ ਸਰਵਰ, ਇਹਦੀ ਧਰਾਤਲ ਤੇ ਸਿਮਦੇ ਨੇ ਨਵੀਂ ਪ੍ਰਾਪਤੀਆਂ ਦੇ ਸ਼ਿਲਾਲੇਖ, ਇਹਦੀਆਂ ਕਰਮ ਰੇਖਾਵਾਂ ਵਿੱਚ ਉਗਦੀਆਂ ਨੇ ਕਿਸੇ ਕੌਮ ਜਾਂ ਦੇਸ਼ ਦੀਆਂ ਤਕਦੀਰਾਂ। ਰਾਤ ਆਪਣਿਆਂ ਦਾ ਆਪਣਿਆਂ ਸੰਗ ਮਿਲਾਪ, ਸਕੂਨ, ਸੰਤੁਸ਼ਟੀ, ਸਹਿਮਈ ਤੇ ਸੰਤੋਖੀ ਪਲਾਂ ਨੂੰ ਮਾਣਨ ਦਾ ਸਬਬ। ਪਿੱਤਲੇ ਚਾਨਣ 'ਚ ਸਾਹਾਂ ਦੇ ਤੱਕਲੇ ਤੇ ਪਾਈ ਜਾ ਰਹੀ ਮੁਹੱਬਤਾਂ ਦੀ ਉਮਰੋਂ ਲਮੇਰੀ ਤੰਦ, ਇੱਕ ਪਲ ਦਾ ਲਮੇਰਾ ਹੋ ਜਾਣਾ ਤੇ ਇਹਦਾ ਘੜੀ ਪਲਾਂ 'ਚ ਮੁੱਕ ਜਾਣਾ, ਰੱਬ ਨੂੰ ਦਿੱਤਾ ਉਲਾਂਭਾ। ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ, ਰੱਬਾ ਵੀ ਤੇਰੀ ਰਾਤ ਮੁੱਕ ਗਈ। ਰਾਤ ਜੀਵਨ ਦਾ ਅਜਿਹਾ ਪਹਿਰ ਜੋ ਮਨੁੱਖੀ ਭਾਵਨਾਵਾਂ ਦੇ ਨਾਮ ਸੁਖਨ ਕਰਦਾ, ਇਹਦੇ ਹੰਭੇ ਹਾਰੇ ਪੈਰਾਂ 'ਚ ਨਵਾਂ ਜੋਸ਼ ਭਰਦਾ, ਉਹਦੀ ਸੋਚ ਦੀਆਂ ਰੁੱਸੀਆਂ ਖਲਜਗਨਾਂ 'ਚ ਇੱਕ ਤਾਜ਼ਗੀ ਭਰਦਾ, ਇੱਕ ਨਵਾਂ ਉਤਸ਼ਾਹ ਮਰਨ ਹਾਰੇ ਪਲਾਂ ਦੇ ਨਾਮ ਕਰਦਾ ਤੇ ਇਹਦੇ ਸੁਖਦ ਪਲਾਂ 'ਚੋਂ ਜੀਵਨ ਦੇ ਸਮੁੱਚ ਦੀ ਨਿਸ਼ਾਨਦੇਹੀ ਕਰਦਾ। ਰਾਤ ਆਪਣੀ ਕੁੱਖ ਵਿੱਚ ਪਲਿੱਤਣਾ ਦਾ ਮਾਰਿਆ ਸੂਰਜ ਲੁਕਾਉਂਦੀ, ਉਹਦੇ ਦਿਨ ਭਰ ਦੇ ਪੈਂਡੇ ਨੂੰ ਕਿਸੇ ਦੇ ਲੇਖੇ ਲਾਉਂਦੀ, ਉਹਦੇ ਗਰਕਦੇ ਸਾਹਾਂ 'ਚ ਠਰਮਾ ਟਿਕਾਉਂਦੀ, ਉਹਦੇ ਦਿਨ ਭਰ ਦੀ ਮੁਸ਼ੱਕਤ ਦਾ ਮੁੱਲ ਪਾਉਂਦੀ ਤੇ ਫਿਰ ਉਹਨੂੰ ਨਿੱਕੀ ਨਿੱਕੀ ਲੋਰੀ ਨਾਲ ਸੁਆਉਂਦੀ ਤਾਂ ਕਿ ਉਹ ਅਗਲੇ ਦਿਨ ਦਾ ਸਫ਼ਰ ਪੂਰਨ ਤਨਦੇਹੀ ਨਾਲ ਨਿਬੇੜ ਸਕੇ। ਰਾਤ ਦੀ ਸੁਲੱਖਣੀ ਕੁੱਖ ਸਰਗੀ ਦੀ ਜਨਮਦਾਤੀ, ਜੋ ਜਨਮ ਦੀ ਕਰਮ ਭੂਮੀ, ਤਰੇਲ ਤੁਪਕਿਆ ਲੱਦੀ ਮਾਣਕ ਅਦਾ, ਪੰਛੀਆਂ ਦੀ ਸੰਗੀਤਕ ਲੋਰੀ ਦੀ ਅਸੀਮਤ ਤ੍ਰੇ,
ਕੋਮਲ ਲਗਰਾਂ ਦੀ ਤਲੀ ਤੇ ਫੁੱਲਾਂ ਤੇ ਫਲਾਂ ਦੀ ਸਰਗਮ, ਬਿਰਖ ਦੇ ਸਿਰ ਤੇ ਬੋਟਾਂ ਦੀ ਰੁਮਕਣੀ ਤੇ ਰਾਹੀਆਂ ਦੇ ਪੈਰਾਂ ਦੇ ਨਾਮ, ਮੰਜ਼ਿਲਾਂ ਦਾ ਵਸੀਅਤਨਾਮਾ। ਰਾਤ ਆਪਣੇ ਆਪ ਸੰਗ ਰੂਬਰੂ ਹੋਣ ਦਾ ਸੁੱਚਾ ਪਲ, ਆਪਣਾ ਅੰਦਰ ਤੇ ਬਾਹਰ ਦੀ ਇਕਸਾਰਤਾ ਨੂੰ ਪਛਾਣਨ ਤੋਂ ਖੁਦ ਜਦ ਇੱਕ ਸ਼ਖਸ ਹੋ ਜਾਂਦੀ ਏ ਇਨਕਾਰੀ, ਤਾਂ ਜੀਵਨ ਬਿਰਖ ਦੇ ਮੁੱਢੀ ਚੱਲਦੀ ਏ ਆ ਰਹੀ। ਰਾਤ ਦੇ ਪਿੰਡੇ ਨੂੰ ਰੋਸ਼ਨਾਨ ਦੀ ਹੋੜ ਵਿੱਚ ਅੰਬਰ ਦੀ ਪਰਕਰਮਾ ਕਰਦੇ ਤਾਰੇ, ਚਾਨਣ ਹੋ ਕੇ ਧਰਤੀ ਦੇ ਕਣ ਨੂੰ ਚਮਕਾਉਣ ਦੀ ਲੋਚਾ, ਹਨੇਰਿਆਂ ਨਾਲ ਆਡਾ ਲਾਉਂਦੇ ਜੁਗਨੂ ਤੇ ਆਪਣੀ ਔਧ ਪੁਗਾ ਕੇ ਰੌਸ਼ਨੀ ਦੀ ਲੀਕ ਮਾਰਨ ਵਾਲੇ ਟੁੱਟਦੇ ਤਾਰੇ ਦੀ ਹੱਠ ਧਰਮਣੀ, ਤਾਰਿਆਂ ਦਾ ਪੀੜਾ ਡਾਹ ਕੇ ਬੈਠਾ ਅੰਬਰ, ਰਾਤ ਦਾ ਸਗਵਾਂ ਸੱਜਣ, ਚਾਨਣ ਦੀ ਦਸਤਕ ਦੇਣ ਵਾਲਾ ਪ੍ਰਾਹੁਣਾ, ਰੌਸ਼ਨੀ ਦੀ ਕਾਤਰ ਦੀ ਕਲਾ ਨਿਕਾਸ਼ੀ ਕਰਨ ਵਾਲਾ ਕਲਾਕਾਰ, ਬਲਿਹਾਰੀ ਜਾਂਦੀ ਧਰਤੀ ਇਸ ਅੰਬਰ ਦੀ ਮਨੁੱਖਤਾਵਾਦੀ ਸੋਚ ਦੇ। ਰਾਤ ਤਾਂ ਰਾਤ ਹੁੰਦੀ ਏ, ਪਰ ਰਾਤ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਤਾਂ ਤੁਸੀਂ ਕਰਨੀ ਹੈ ਕਿ ਰਾਤ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰਨਾ ਹੈ, ਕਿਹੜੇ ਹਰਫਾਂ ਨਾਲ ਤਸ਼ਬੀਹ ਦੇਣੀ ਹੈ, ਕਿਹੜੇ ਸ਼ਬਦ ਜੋੜ ਸੰਗ ਪੜ੍ਹਨਾ ਹੈ, ਕਿਸ ਤਰ੍ਹਾਂ ਦੀ ਸੁਚਮਤਾ ਨੂੰ ਰਾਤ ਦੇ ਨਾਮ ਕਰਨਾ ਹੈ, ਕਿਹੜੀ ਤਰਤੀਬ ਇਸ ਵਿੱਚੋਂ ਉਘਾੜਨੀ ਹੈ। ਰਾਤ ਨੂੰ ਨਿਰੇ ਰਾਤ ਦੇ ਅਰਥਾਂ ਤੇ ਇੱਕ ਸੀਮਤ ਕਰਨ ਵਾਲੇ ਲੋਕ ਬੌਣੇ ਲੋਕ ਹੁੰਦੇ ਨੇ। ਇਹਦੀ ਅਸੀਮਤਾ ਚੋਂ ਜ਼ਿੰਦਗੀ ਦੇ ਸਮੁੱਚ ਦੀ ਪਛਾਣ ਸਿਰਜਣ ਵਾਲੇ ਲੋਕ ਵਕਤ ਦੇ ਸ਼ਾਹਸਵਾਰ। ਰਾਤ ਦੀ ਹੱਠੀ ਪਹਿਰ ਵਿੱਚ ਜਦ ਕੋਈ ਗਿਆਨ ਦਾ ਚਿਰਾਗ ਜਗਾਉਂਦਾ ਹੈ ਤਾਂ ਮਸਤਕ 'ਚ ਰੌਸ਼ਨੀ ਉਗਦੀ ਏ ਜੋ ਸਮਾਜ ਦਾ ਚਾਨਣਾ ਪੱਖ ਬਣਦੀ ਏ। ਜਦ ਕੋਈ ਹਰਫਾਂ ਦੀ ਸਾਧਨਾ ਕਰਦਾ ਹੈ ਤਾਂ ਉਹਨਾਂ ਦੇ ਅਰਥਾਂ ਵਿੱਚ ਦੇਸੀ ਘਿਓ ਦੇ ਦੀਵੇ ਜਗਦੇ ਨੇ। ਜਦ ਕੋਈ ਆਪਣੀ ਹਿੰਮਤ ਤੇ ਮਿਹਨਤ ਦੀ ਧੂਣੀ ਧੁਖਾਉਂਦਾ ਹੈ ਤਾਂ ਇਹਦੀ ਰੌਸ਼ਨੀ ਵਿੱਚ ਮੰਜ਼ਿਲਾਂ ਦੇ ਸਿਰਨਾਵਿਆਂ ਦੀ ਲਿਸ਼ਕੋਰ ਉਗਮਦੀ ਹੈ। ਜਦ ਕਿ ਇਹਦੇ ਨਿੱਘ 'ਚ ਯੱਖ ਪਲਾਂ ਨੂੰ ਸਾਵੇਂ ਸਾਹਾਂ ਦੀ ਤੌਫੀਕ ਮਿਲਦੀ ਹੈ। ਜਦ ਕੋਈ ਰਾਤ ਨੂੰ ਆਪਣੀ ਉਮਰ ਦਾ ਪਹਿਲਾ ਪੈਰ ਮਿੱਥ ਕੇ ਪੈਂਡਿਆਂ ਦਾ ਆਗਾਜ਼ ਕਰਦਾ ਹੈ ਤੇ ਸਫਲਤਾਵਾਂ ਦੀ ਸੁਚਮਤਾ ਉਹਦੇ ਮੱਥਿਆਂ ਦੀ ਕਰਮ ਰੇਖਾ ਬਣਦੀ ਹੈ। ਰਾਤ ਦੀ ਡੂੰਘੀ ਚੁੱਪ ਦੇ ਨਾਵੇਂ ਉਸ ਚੁੱਪ ਨੂੰ ਕਰੀਏ ਜਿਹਦਾ ਇੱਕ ਹੀ ਬੋਲ ਆਬੇ ਹਯਾਤ ਦੀ ਇੱਕ ਤ੍ਰਿਪ ਬਣ ਕੇ ਮਾਨਵਤਾ ਦਾ ਨਗਮਾ ਬੁੱਲੀ ਗੁਣਗੁਣਾਵੇ। ਰਾਤ ਦੀ ਬੁੱਕਲ ਮਾਰ ਕੇ ਤੁਰੇ ਜਾਂਦੇ ਰਾਹੀ ਚਾਨਣਾ ਦੇ ਸਰਵਰ ਦੇ ਕੰਢਿਆਂ ਤੇ ਘੜੀ ਪਲ ਸੁਸਤਾ ਕੇ ਮੰਜ਼ਿਲਾਂ ਦੇ ਪੈਂਡਿਆਂ ਨੂੰ ਆਪਣੇ ਆਖਰੀ ਸਾਹ ਦਾ ਹਮਸਫਰ ਬਣਾਉਣ ਦੀ ਤਮੰਨਾ ਮਨ 'ਚ ਪਾਲਦੇ ਨੇ। ਰਾਤ ਦੇ ਵਿਹੜੇ 'ਚ ਕੋਸਾ ਚਾਨਣ ਤਰੌਂਕ ਕੇ ਰਾਤ ਦੀ ਰਾਣੀ ਵਰਗੀ ਮਹਿਕ ਹਰ ਘਰ ਦੇ ਨਾਮ ਕਰੀਏ ਤਾਂ ਕਿ ਹਰ ਸ਼ਖਸ ਰਾਤ ਨੂੰ ਖੁਸ਼ ਆਮਦੀਦ ਕਹਿੰਦਾ ਇੱਕ ਸਵੇਰ ਦੇ ਦਰਾਂ ਤੇ ਨਤਮਸਤਕ ਹੋ ਬੀਤੀ ਰਾਤ ਦੀ ਆਰਤੀ ਉਤਾਰੇ, ਕਿਉਂਕਿ ਰਾਤਾਂ ਦੇ ਗਰਭ 'ਚੋਂ ਪਨਪਦੀਆਂ ਸਵੇਰਾਂ ਦੇ ਮੁਖੜੇ ਤੇ ਹੀ ਚੜ੍ਹਦੇ ਦੀ ਲਾਲੀ ਦਾ ਜਲੌ ਹੁੰਦਾ ਹੈ। ਆਓ ਰਾਤ ਦੀ ਇਲਾਹੀ ਖਾਮੋਸ਼ੀ ਨੂੰ ਖਾਮੋਸ਼ ਪਲਾਂ ਦੇ ਬੁੱਲਾਂ ਤੇ ਧਰ ਜੀਵਨ ਧਾਰਾ ਦਾ ਕਲਕਲ ਕਰਦਾ ਨਗਮਾ ਆਦਮੀਅਤ ਦੇ ਨਾਮ ਕਰੀਏ। ਸੋਚ ਫੁਲਕਾਰੀ ਦੇ ਸੁੱਚੇ ਧਾਗੇ। ਸੋਚ 'ਚੋਂ ਹੀ ਸ਼ਖਸੀਅਤ ਦਾ ਵਿਕਾਸ ਤੇ ਵਿਸਥਾਰ ਹੁੰਦਾ ਹੈ। ਸੋਚ ਦੇ ਦਾਇਰੇ ਬਹੁਤ ਵਿਸ਼ਾਲ ਹੋਣ ਤਾਂ ਵਿਅਕਤੀ ਵਿਸ਼ਾਲ ਦਾ ਹੈ। ਸੋਚ ਹੀ ਸਾਡੇ ਟੀਚਿਆਂ ਨੂੰ ਨਿਰਧਾਰਿਤ ਕਰਦੀ ਹੈ। ਮਨੁੱਖੀ ਸੋਚ ਵਿੱਚ ਕਦੇ ਨਿੱਜ ਉਗਦਾ ਹੈ, ਕਦੇ ਹਉਮੈ ਦਾ ਦੀਦਾਰ ਹੁੰਦਾ ਹੈ, ਕਦੇ ਹੰਕਾਰ ਦੀ ਭਰਮੀ ਫਸਲ ਪੈਦਾ ਹੁੰਦੀ ਤੇ ਕਦੇ ਮਾਣ ਮਰਿਆਦਾ ਦੀ ਪੰਗਤਾ ਜੀਵਨ ਨੂੰ ਨਿਰਧਾਰਿਤ ਕਰਦੀ ਹੈ। ਸੋਚ ਉਡਾਨ ਤੁਹਾਨੂੰ ਪਰਬਤਾਂ ਦੀ ਸਿਖਰ ਦੇ ਦੀਦਾਰੇ ਕਰਵਾਉਂਦੀ ਤੇ ਕਦੇ ਰਸਾਤਲ ਕੰਨੀ ਵੀ ਖਿਸਕਾਉਂਦੀ ਹੈ। ਸੋਚ ਦਾ ਵਿਕਾਸ ਤੇ ਇਹਦੀ ਤਾਸੀਰ ਆਪਣੇ ਘਰ ਪਰਿਵਾਰ ਸਮਾਜਿਕ ਦਾਇਰੇ ਜਾਂ ਚੌਗਿਰਦੇ 'ਚ ਪਸਰੇ ਪਸਾਰੇ ਤੋਂ ਪ੍ਰਾਪਤ ਹੁੰਦੀ। ਕੋਈ ਵਿਅਕਤੀ ਕਿਹੜੀ ਸੋਚ ਨਾਲ ਆਪਣੀ ਜੀਵਨ ਸ਼ੈਲੀ ਨੂੰ ਵਿਉਂਤਦਾ ਹੈ ਇਹ ਉਹਦੀ ਸੋਚ ਦ੍ਰਿਸ਼ਟੀ ਨੇ ਨਿਸ਼ਚਿਤ ਕਰਨਾ ਹੁੰਦਾ ਹੈ। ਕੁਝ ਲੋਕ ਸਿਰਫ ਆਪਣਾ ਸੋਚਦੇ ਨੇ, ਕੁਝ ਲੋਕ ਆਪਣੇ ਆਪ ਬਾਰੇ ਸੋਚਦਿਆਂ ਦੂਜਿਆਂ ਦਾ ਵੀ ਖਿਆਲ ਰੱਖਦੇ ਨੇ, ਪਰ ਕੁਝ ਲੋਕ ਸਿਰਫ ਆਪਣੇ ਤੱਕ ਹੀ ਸੋਚ ਨੂੰ ਸੀਮਤ ਕਰ ਲੈਂਦੇ ਨੇ। ਆਪਣੇ ਤੱਕ ਸੁੰਗੜ ਗਿਆ ਅਜੋਕਾ ਵਿਅਕਤੀ ਇਹਦਾ ਸਭ ਤੋਂ ਵੱਡਾ ਪ੍ਰਮਾਣ। ਆਪਣੇ ਮੁਫਾਦ ਨੂੰ ਪੱਠੇ ਪਾਉਣ ਵਾਲੇ ਲੋਕ ਸਮਾਜਿਕ ਰਹਿਤਲ ਨੂੰ ਰਸਾਤਲ ਵੱਲ ਧਕੇਲਦੇ ਆਪਣੇ ਪੈਰਾਂ ਹੇਠਲੀ ਧਰਤੀ ਨੂੰ ਗਰਕਣੀ 'ਚ ਲਿਜਾ ਰਹੇ ਨੇ। ਜਦ ਕੋਈ ਆਪਣੇ ਹਿੱਸੇ ਦੀ ਧੁੱਪ ਨੂੰ ਆਪਣੇ ਦੁਆਲੇ ਲਪੇਟਣ ਦੀ ਕੋਸ਼ਿਸ਼ ਵਿੱਚ ਉਲਝ ਜਾਵੇ ਤਾਂ ਧੁੱਪ ਦੇ ਮੱਥੇ ਤੇ ਨਮੋਸ਼ੀ ਦੀਆਂ ਬੂੰਦਾਂ ਸਿਮ ਆਉਂਦੀਆਂ। ਜਦ ਕਿਸੇ ਧਾਰਮਿਕ ਸਥਾਨ ਵਿੱਚ ਜਾਤ ਵਰਣ ਵਿਰੋਧ ਜਾਂ ਵਖਰੇਵੇਂ ਦੀ ਪਿਰਤ ਪੈਂਦੀ ਹੈ ਤਾਂ ਇਹਦੇ ਸਦੀਵਤਾ ਦੇ ਮਾਤਮ ਦੀ ਸ਼ਬਦਾਵਲੀ ਖੁਣੀ ਜਾਂਦੀ ਹੈ। ਕਿਸੇ ਘਰ 'ਚ ਜਦ ਨਿੱਕੇ ਘਰ ਉੱਗ ਪੈਣ ਤਾਂ ਇਹਦੀਆਂ
ਤਿੜਕਦੀਆਂ ਦੀਵਾਰਾਂ ਦੀ ਤਰਾਸਦੀ ਦੀ ਹੂੰਗਰ ਘਰ ਦੀ ਸੁਖਨਵਰ ਫਿਜ਼ਾ ਨੂੰ ਸੰਤਾਪ ਜਾਂਦੀ ਹੈ। ਇਹ ਸਾਡੇ ਸਮਿਆਂ 'ਚ ਹੋਣਾ ਸੀ ਕਿ ਵੱਡੇ ਵੱਡੇ ਘਰਾਂ 'ਚ ਬੌਣੇ ਲੋਕ ਰਹਿੰਦੇ ਨੇ ਤੇ ਵੱਡੀਆਂ ਵੱਡੀਆਂ ਕਾਰਾਂ 'ਚ ਨਿੱਕੇ ਨਿੱਕੇ ਖਿਡੌਣਿਆਂ ਵਰਗੇ ਲੋਕ ਸੜਕਾਂ ਤੇ ਤੁਰਦੇ ਫਿਰਦੇ ਆਵਾਮ ਨੂੰ ਮਸਲੇ ਜਾਣ ਵਾਲੇ ਕੀੜੇ ਮਕੌੜੇ ਸਮਝਦੇ ਨੇ। ਇਹ ਵੀ ਅਸੀਂ ਦੇਖਣਾ ਸੀ ਕਿ ਲੀਰਾਂ 'ਚ ਲਿਪਟੀ ਅਸਮਤ ਨੇ ਬਾਜ਼ਾਰਾਂ 'ਚ ਵਿਕਣਾ ਸੀ ਤੇ ਬੋਲੀ ਲਾਉਣ ਵਾਲਿਆਂ ਨੇ ਸਿਆਸਤ ਦੇ ਪਹੀਏ ਬਣਨਾ ਸੀ। ਇਹ ਵੀ ਕਹੀ ਸਤਿਮ ਜ਼ਰੀਫੀ ਹੈ ਕਿ ਹੱਕ ਸੱਚ ਦਾ ਹੋਕਰਾ ਲਾਉਣ ਵਾਲੇ ਪਾਪ ਕਮਾਈ ਦੇ ਮੋਹਰੇ ਬਣੇ ਬੈਠੇ ਨੇ ਤੇ ਕਦਰਾਂ ਕੀਮਤਾਂ ਦੀ ਦੁਹਾਈ ਪਾਉਣ ਵਾਲਿਆਂ ਦੀ ਸੋਚ ਵਿੱਚੋਂ ਗਲੀਸਤਾ ਦੀ ਬੂ ਆਉਂਦੀ ਹੈ। ਧਾਰਮਿਕ ਸੰਸਥਾਵਾਂ ਤੇ ਮਸੰਦਾਂ ਦਾ ਬੋਲਬਾਲਾ ਹੈ ਤੇ ਪਾਕ ਸਥਾਨ ਤੇ ਮਨੁੱਖੀ ਆਚਾਰ ਤੇ ਵਿਵਹਾਰ ਦੀ ਬੋਲੀ ਲੱਗਦੀ ਹੈ। ਸੋਚ ਦਾ ਨਿਗਾਰ ਜਦ ਘਰ ਦੀਆਂ ਸਰਦਲਾਂ ਟੱਪ ਆਵੇ ਤਾਂ ਘਰ ਦੀ ਮਲੂਕ ਤੇ ਮਾਸੂਮ ਜਿਹੀ ਸਫਾਫ ਸੋਚਣੀ ਕੰਬ ਜਾਂਦੀ ਹੈ ਤੇ ਨਾਲ ਹੀ ਕੰਬ ਜਾਂਦੀਆਂ ਨੇ ਸਦੀਵਤਾ ਦਾ ਭਰਮ ਪਾਲਣ ਵਾਲੀਆਂ ਇਹਦੀਆਂ ਨੀਹਾਂ। ਨਿਮਰਤਾ ਤੇ ਨਿਵਾਣਤਾ ਵਿਚਲਾ ਅੰਤਰ ਜਦ ਸਮਝ ਆ ਜਾਏ ਤਾਂ ਅਸੀਂ ਨਿਵਾਣ ਵੱਲ ਵਹਿਣ ਤੋਂ ਤਰਬਕਣ ਲੱਗ ਪੈਂਦੇ ਹਾਂ। ਫਿਰ ਹੌਲੀ ਹੌਲੀ ਸਾਡੀ ਸੋਚ ਵਿੱਚ ਸ਼ੁਭ ਕਰਮਨ ਦਾ ਅਹਿਸਾਸ ਅੰਗੜਾਈਆਂ ਭਰਨ ਲੱਗਦਾ ਹੈ। ਸੂਰਜ ਸਿਰਫ ਮਹਿਲਾਂ ਮਨਾਰਿਆਂ ਦੇ ਵਿਹੜੇ ਵਿੱਚ ਹੀ ਧੁੱਪ ਤੇ ਨਿੱਘ ਨਹੀਂ ਵੰਡਦਾ। ਉਹ ਤਾਂ ਢੱਠੀਆਂ ਝੁੱਗੀਆਂ ਛੱਤਹੀਣ ਕੰਧਾਂ ਤੇ ਜ਼ਰਜ਼ਰੀ ਦੀਵਾਰਾਂ 'ਚ ਘਿਰੇ ਵਿਹੜੇ 'ਚ ਵੀ ਧੁੱਪ ਤੇ ਚਾਨਣ ਤਰੌਂਕਦਾ ਹੈ। ਜੀਵਨ ਦੇ ਰੰਗ ਮੰਚ ਤੇ ਹਰ ਪ੍ਰਕਾਰ ਦੇ ਪਾਤਰਾਂ ਨੇ ਪ੍ਰਵੇਸ਼ ਕਰਨਾ ਹੁੰਦਾ ਹੈ, ਪਰ ਤੁਸੀਂ ਕਿਹੜਾ ਪਾਤਰ ਬਣਨਾ ਹੈ, ਕਿਹੜਾ ਰੋਲ ਨਿਭਾਉਣਾ ਹੈ ਤੇ ਦਰਸ਼ਕਾਂ ਤੇ ਵੀ ਕੀ ਪ੍ਰਭਾਵ ਪਾਉਣਾ ਹੈ, ਇਹ ਤੁਹਾਡੀ ਸੋਚ ਦੀ ਸੂਖਮਤਾ ਤੇ ਸਥੂਲਤਾ ਤੇ ਨਿਰਭਰ ਕਰਦਾ ਹੈ। ਚੰਗੀਆਂ ਸੋਚਾਂ ਵਿੱਚ ਚਿਰ ਸਦੀਵੀ ਦਾ ਸਥੂਲਤਾ ਤੇ ਸਦੀਵੀ ਪ੍ਰਭਾਵ ਦਾ ਸੁੱਚਾ ਕਰਮ ਹੁੰਦੀਆਂ ਨੇ, ਜਦਕਿ ਮਾੜੀਆਂ ਸੋਚਾਂ ਤਿੜਕਦੇ ਸਾਹਾਂ 'ਚ ਰਮੀ ਹੋਈਆਂ ਵਰਗੀਆਂ ਹੁੰਦੀਆਂ ਨੇ। ਹਵਾ ਦੀ ਕਰਮ ਯੋਗਤਾ ਹੱਦਾਂ ਸਰਹੱਦਾਂ ਧਰਮਾਂ ਤੇ ਜਾਤਾਂ ਤੋਂ ਉੱਪਰ ਉੱਠ ਸਭ ਲਈ ਜੀਵਨ ਦਾ ਨਿਉਂਦਾ ਦਿੰਦੀ, ਹਰ ਇੱਕ ਦੀ ਤਲੀ ਤੇ ਜਿੰਦ ਦੀ ਰੁਮਕਣੀ ਧਰਦੀ ਹੈ। ਕਰਮ ਯੋਗੀਆਂ ਦੀ ਸਾਧਨਾ ਨੂੰ ਬੋਰ ਉਸ ਵਕਤ ਹੀ ਪੈਂਦਾ ਜਦੋਂ ਹਰ ਲੋੜਵੰਦ ਦੀ ਤਲੀ ਤੇ ਸੁਖਨ ਦਾ ਪ੍ਰਸ਼ਾਦ ਧਰਦੇ ਨੇ। ਲੰਗਰ ਤਾਂ ਹੁੰਦਾ ਹੀ ਭੁੱਖਿਆਂ ਲਈ ਹੈ। ਭੁੱਖ ਨਾਲ ਵਿਲਕਦੀ ਆਂਦਰ ਨੂੰ ਟੁੱਕਰ ਰੂਪੀ ਜੀਵਨ ਡੋਰ ਬਖਸ਼ਣੀ ਉਸ ਸੋਚ ਦੀ ਨਿਆਮਤ ਹੈ ਜਿਹਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ। ਚੜ੍ਹਦੀ ਕਲਾ ਦੀ ਪ੍ਰਤੀਕ ਸੋਚ ਐਵਰੈਸਟ ਨੂੰ ਵੰਗਾਰਦੀ ਹੈ, ਚੰਦਰਮਾ ਦੀ ਹਿੱਕ ਤੇ ਆਲਣਾ ਪਾਉਂਦੀ ਹੈ, ਡੂੰਘੇ ਸਮੁੰਦਰਾਂ ਦੀ ਗੋਦ 'ਚ ਪਏ ਅਸੀਮ ਖਜ਼ਾਨੇ ਦਾ ਪਤਾ ਲਾਉਂਦੀ ਹੈ ਤੇ ਕੁਦਰਤ ਦੇ ਅਜ਼ੀਮ ਪਸਾਰੇ ਸੰਗ ਸਵਾਦ ਰਚਾਉਂਦੀ ਹੈ। ਇਸ ਸੋਚ ਦਾ ਸੁਚਾਰੂ ਰੂਪ ਹੀ ਹੈ ਜੋ ਸੋਝ ਸੁੰਦਰਤਾ ਸਹਿਜ ਤੇ ਸੁਹੱਪਣ ਵਾਲੇ ਜੋਗੀਆਂ ਦੀ ਧੂਣੀ ਧੁਖਾਉਂਦਾ ਹੈ। ਇਹਦੀ ਮਹਿਕ ਨੂੰ ਚੁਫੇਰੇ 'ਚ ਫੈਲਾਉਂਦਾ ਹੈ ਤੇ ਹਰ ਨਗਰ ਤੇ ਪਿੰਡ ਦੀ ਬੀਹੀ ਵਿੱਚ ਜਿਉਂਦੇ ਚਾਵਾਂ ਦਾ ਹੋਕਰਾ ਲਾਉਂਦਾ ਹੈ। ਸੋਚ ਹੀ ਹੁੰਦੀ ਹੈ ਜਿਹਨੇ ਕਦੇ ਕਦੇ ਕਿਸੇ ਤਲੀ ਦੇ ਮਹਿਕੀਲੇ ਸਾਹਾਂ ਦਾ ਸੰਧਾਰਾ ਧਰਨਾ ਹੁੰਦਾ ਹੈ ਜਾਂ ਕਿਸੇ ਦੇ ਨਾਮ ਉਮਰ ਵਿਲਕਣੀ ਨੂੰ ਕਰਨਾ। ਸੋਚ ਸੰਵੇਦਨਾ ਨੂੰ ਸਮਝਣ ਵਾਲੇ ਤੇ ਇਹਨੂੰ ਆਪਣੇ ਜੀਵਨ ਵਿੱਚ ਰਚਾਉਣ ਵਾਲੇ ਲੋਕਾਂ ਦੀ ਕਰਮ ਸਾਧਨਾ ਸਦਕਾ ਜੀਵਨ ਦੀਆਂ ਮਸਤਕ ਰੇਖਾਵਾਂ 'ਚ ਸੂਰਜ ਉੱਗਦਾ ਹੈ। ਚੰਦਰਮਾ ਕਿਸੇ ਵਿਯੋਗਣ ਨੂੰ ਠਰੀ ਚਾਨਣੀ ਨਾਲ ਸਹਿਲਾਉਂਦਾ ਹੈ ਤੇ ਤਾਰਿਆਂ ਦਾ ਕਾਫਲਾ ਅੰਬਰ ਬੀਹੀ ਵਿੱਚ ਚਾਨਣਾ ਦੀ ਸੱਦ ਲਾਉਂਦਾ ਹੈ। ਸੁਚਾਰੂ ਤੇ ਸੰਜੀਵਤ ਸੋਚ ਨੂੰ ਕਰਮਸ਼ੀਲ ਬਣਾਉਣ ਵਾਲੇ ਹੀ ਪਤਝੜ ਦੇ ਵਿਹੜੇ 'ਚ ਹਰੀ ਕਚੂਰ ਪੱਤੀਆਂ ਦੀ ਸੰਗੀਤਕ ਰੁਮਕਣੀ ਬਣ ਜੀਵਨ ਬਗੀਚੇ ਦੀ ਆਭਾ ਦਾ ਨਿਖਾਰ ਬਣਦੇ ਨੇ। ਦੀਵਾਰਾਂ ਤੇ ਲਿਖਿਆ ਤਾਂ ਹਰ ਕੋਈ ਪੜ੍ਹ ਸਕਦਾ ਹੈ, ਪਰ ਮਿਕਨਾ ਤੀਸੀ ਸੋਚ ਵਾਲੇ ਬਹੁਤ ਵਿਰਲੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਭਵਿੱਖ ਦਾ ਮੁਹਾਂਦਰਾ ਸਿਰਜਣ ਤੇ ਇਹਦੇ ਨਕਸ਼ ਉਘਾੜਨ ਤੇ ਨਿਹਾਰਨ ਦੀ ਸਮਰੱਥਾ ਰੱਖਦੀ ਹੈ। ਭਵਿੱਖ ਮੁਖੀ ਸੋਚ ਵਾਲੇ ਲੋਕ ਹੀ ਸਮਾਜ ਦੀ ਬਿਰਤੀ ਦਾ ਹਰ ਵਕਤ ਦੀ ਵਹੀ ਤੇ ਉਕਰਦੇ ਨੇ, ਜਿਨ੍ਹਾਂ ਦੀ ਇਬਾਦਤ ਸਦੀਆਂ ਤੱਕ ਚਿਰੰਜੀਵ ਰਹਿੰਦੀ ਹੈ। ਬਹੁਤ ਵਿਰਲੇ ਬਚੇ ਨੇ ਜੋ ਸ਼ੁਭ ਕਰਮਨ ਤੇ ਕਬੂ ਨਾ ਟਰੋਂ ਦਾ ਪੈਗਾਮ ਆਪਣੇ ਅੰਤਰੀਵ 'ਚ ਉਤਾਰ ਇਸ ਨਾਲ ਸੰਵਾਦ ਰਚਾਉਂਦੇ ਤੇ ਇਹਦੇ ਸੂਹੇ ਅਰਥਾਂ ਨੂੰ ਹਰ ਪੀੜ੍ਹੀ ਦੇ ਵਰਗ ਦੇ ਨਾਮ ਲਾਉਂਦੇ ਨੇ। ਜੀਵਨ ਦੀ ਸਤਰੰਗੀ ਦੇ ਰਾਂਗਲੇ ਨਕਸ਼ ਜਿਉਣ ਅੰਬਰ ਦੇ ਚਿੱਤਰਨ ਵਾਲੇ ਬਹੁਤ ਘੱਟ ਹੀ ਲੋਕ ਹੁੰਦੇ, ਪਰ ਇਹਨਾਂ ਦਾ ਸਦਕਾ ਹਰ ਬਰਸਾਤ ਤੋਂ ਬਾਅਦ ਸਤਰੰਗੀ ਪੀਂਘ ਜ਼ਰੂਰ ਨਜ਼ਰੀ ਪੈਂਦੀ ਹੈ ਜੋ ਸਾਡੀ ਸੋਚ ਦਾਇਰਿਆਂ ਨੂੰ ਵਿਸ਼ਾਲਦੀ ਹੈ। ਕਦੇ ਨਿਖਰੇ ਅੰਬਰ ਤੇ ਪਈ ਹੋਈ ਸਤਰੰਗੀ ਪੀਂਘ ਵੰਨੀ ਨਜ਼ਰਾਂ ਭਰ ਕੇ ਜ਼ਰੂਰ ਦੇਖਣਾ।
ਤੁਹਾਡੇ ਸੁਖਨ ਦਾ ਅਹਿਸਾਸ ਜਿਉਂਦਾ ਹੋ ਜਾਏਗਾ। ਵਕਤ ਦੀ ਬੀਹੀ 'ਚ ਉੱਚੀ ਸੋਚ ਤੇ ਉੱਚੇ ਕਰਮਾਂ ਦਾ ਹੋਕਰਾ ਲਾਉਣਾ ਸੌਖਾ ਨਹੀਂ ਹੁੰਦਾ, ਪਰ ਦਰਵੇਸ਼ ਅਕਸਰ ਹੀ ਸੂਰਜ ਚੜ੍ਹਨ ਤੋਂ ਪਹਿਲਾਂ ਪਿੰਡ ਦੀਆਂ ਗਲੀਆਂ ਦੇ ਨਾਮ ਪੀਰਾਂ ਫਕੀਰਾਂ ਦਾ ਪੈਗਾਮ ਕਰ ਜਾਂਦੇ ਨੇ। ਕਦੇ ਕਦੇ ਆਪਣੇ ਮਨ ਦੇ ਵਿਹੜੇ 'ਚ ਗੇੜਾ ਲਾਇਆ ਕਰੋ। ਇਹਦੀਆਂ ਚਾਹਤਾਂ ਤੇ ਖਾਹਿਸ਼ਾਂ ਦੀ ਝੋਲੀ 'ਚ ਭਰਪੂਰਤਾ ਦਾ ਸ਼ਗਨ ਪਾਇਆ ਕਰੋ। ਸਿਜਦੇ 'ਚ ਸਿਰ ਝੁਕਾਇਆ ਕਰੋ ਤੇ ਆਪਣੇ ਅੰਤਰੀਵ ਦੀ ਸੱਚੀ ਤਲੀ ਤੇ ਉਮਰਾਂ ਜਿਹੀ ਸੁਖਨ ਸੰਵੇਦਨਾ ਉਗਾਇਆ ਕਰੋ। ਸਾਡੀ ਸੋਚ ਦੇ ਦਰਵਾਜ਼ੇ ਖੁੱਲ੍ਹੇ ਰਹਿਣ, ਇਹਦੀਆਂ ਬਰੂਹਾਂ ਤੇ ਅਮੀਰ ਵਿਰਾਸਤ ਦਸਤਕ ਦਿੰਦੀ ਰਹੇ ਤੇ ਸੁਗੰਧੀਆਂ ਨਾਲ ਭਿੱਜੀ ਪਾਉਣ ਰੁਮਕਦੀ ਰਹੇ। ਧੰਨਵਾਦ। ਗੁਰਬਖਸ਼ ਸਿੰਘ ਪੰਡਾਲ ਦੀ ਪੁਸਤਕ ਸੂਰਜ ਦੀ ਦਸਤਕ ਦਾ ਅਖੀਰਲਾ ਲੇਖ ਹੈ ਜ਼ਿੰਦਗੀ ਦੇ ਦਰਾਂ ਤੇ ਦਸਤਕ। ਜੀਵਨ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਵਾਲੇ ਲੋਕਾਂ ਦੇ ਦਰਾਂ ਤੇ ਜ਼ਿੰਦਗੀ ਇੱਕ ਦਿਨ ਜ਼ਰੂਰ ਦਸਤਕ ਦਿੰਦੀ ਹੈ। ਇਸ ਦਸਤਕ ਨੂੰ ਕੌਣ ਸੁਣਦਾ ਹੈ ਤੇ ਕੌਣ ਇਹਨੂੰ ਅਣਗੌਲਿਆਂ ਕਰ ਦਿੰਦਾ ਹੈ, ਇਹ ਵਿਅਕਤੀ ਦੀ ਫਿਤਰਤ ਤੇ ਨਿਰਭਰ ਕਰਦਾ ਹੈ। ਇੱਕ ਦਰ ਬੰਦ ਹੋਣ ਤੇ ਜ਼ਿੰਦਗੀ ਕਈ ਹੋਰ ਦਰਵਾਜ਼ੇ ਖੋਲ੍ਹਣ ਦੀ ਤਾਕ 'ਚ ਹੁੰਦੀ ਹੈ, ਪਰ ਸਾਡੀ ਸੋਚ ਤੇ ਪ੍ਰਤੀਬੱਧਤਾ ਨੂੰ ਪਰਖਣ ਤੋਂ ਬਾਅਦ ਹੀ ਇਹਨਾਂ ਦਰਾਂ ਦੇ ਦੀਦਾਰ ਹੋ ਸਕਦੇ ਨੇ। ਜੀਵਨ ਦੇ ਦਰ ਆਪਣੇ ਆਪ ਨਹੀਂ ਖੁੱਲ੍ਹਦੇ, ਇਸ ਲਈ ਤੁਹਾਨੂੰ ਤਦਬੀਰਾਂ ਦੀ ਲੋੜ ਹੈ, ਕਿਉਂਕਿ ਤਦਬੀਰਾਂ ਹੀ ਤਕਦੀਰਾਂ ਦੀ ਜਨਮਦਾਤੀ ਹੁੰਦੀ ਹੈ। ਕਿਉਂਕਿ ਤਦਬੀਰ ਹੀ ਤਕਦੀਰਾਂ ਦੀ ਜਨਮਦਾਤੀ ਹੁੰਦੀ ਹੈ। ਜੀਵਨ ਦੇ ਪੈਂਡਿਆਂ ਦਾ ਸੁੱਚਮ ਸਿਰਫ ਉਹ ਲੋਕ ਹੀ ਮੰਨ ਸਕਦੇ ਨੇ ਜਿਨ੍ਹਾਂ ਨੂੰ ਜੀਵਨ ਦੀ ਵੱਡਤਣ ਤੇ ਕੀਮਤ ਦਾ ਅਹਿਸਾਸ ਹੁੰਦਾ ਹੈ। ਜੀਵਨ ਦੇ ਦਰ ਤੇ ਪਾਣੀ ਤਰੌਂਕਣ ਵਾਲੇ ਇਹਦੀ ਸਦੀਵਤਾ ਦੀ ਖੈਰ ਮਨਾਉਣ ਦਾ ਹਰ ਹੁੰਦੇ ਨੇ, ਪਰ ਕੁਝ ਕੁ ਲੋਕ ਜ਼ਿੰਦਗੀ ਦੇ ਦਰੀਂ ਤੇਲ ਚੋ ਕੇ ਹਰ ਪਲ ਦਾ ਖੈਰ ਮਕਦਮ ਕਰਦੇ ਨੇ। ਉਹਨਾਂ ਦੀ ਝੋਲੀ ਚਾਵਾਂ ਦੇ ਸੰਧਾਰਾਂ ਨਾਲ ਭਰ ਜਾਂਦੀ ਹੈ। ਜੀਵਨ ਦੇ ਬੂਹੇ ਕਈ ਪ੍ਰਕਾਰ ਦੇ ਹੁੰਦੇ ਨੇ, ਕਦੇ ਗਿਆਨ ਨਾਲ ਖੁੱਲ੍ਹਦੇ ਨੇ, ਕਦੇ ਸਾਡੀ ਸਿਰੜ ਸਾਧਨਾ ਨਾਲ ਤੁਹਾਡੇ ਬਣਦੇ ਨੇ, ਕਦੇ ਪਸੀਨੇ ਦੀਆਂ ਬੂੰਦਾਂ 'ਚੋਂ ਲਿਸ਼ਕਾਰੇ ਮਾਰਦੇ ਨੇ ਤੇ ਕਦੇ ਸਮੇਂ ਦੀ ਸੁਚੱਜੀ ਵਰਤੋਂ ਸਾਡੇ ਨਾਮ ਸਫਲਤਾ ਦੀਆਂ ਤਸ਼ਬੀਹਾਂ ਕਰ ਦਿੰਦੀ ਹੈ। ਜ਼ਿੰਦਗੀ ਦੇ ਰਾਹਾਂ ਨੂੰ ਸਿਰਜਣ ਵਾਲੇ ਲੋਕ ਸਮਿਆਂ ਦਾ ਸੁੱਚਾ ਨਗ ਹੁੰਦੇ ਨੇ, ਜਿਨ੍ਹਾਂ ਨੇ ਆਪਣੀ ਕਿਰਤ ਸਾਧਨਾ ਨਾਲ ਤਹਿਜ਼ੀਬ ਨੂੰ ਆਪਣੇ ਨਾਮ ਕਰਨਾ ਹੁੰਦਾ ਹੈ। ਕਦੇ ਇਹ ਨਾ ਉਡੀਕੋ ਕਿ ਕਦ ਦਰਵਾਜ਼ੇ ਖੁੱਲ੍ਹਦੇ ਨੇ, ਇਹ ਤਾਂ ਤੁਹਾਡੀ ਦਿਵ ਦ੍ਰਿਸ਼ਟੀ ਨੇ ਦੇਖਣਾ ਹੁੰਦਾ ਹੈ ਕਿ ਕਿਹੜਾ ਦਰ ਤੁਹਾਨੂੰ ਬੁਲਾ ਰਿਹਾ ਹੈ ਤੇ ਕਿਸ ਦਰ ਦੇ ਜਲਦੀ ਖੁੱਲ੍ਹਣ ਦੀ ਸੰਭਾਵਨਾ ਹੈ। ਇੱਕ ਵਿਅਕਤੀ ਬਜ਼ਿੱਦ ਸੀ ਕਿ ਉਹਨੇ ਇਸ ਉਡਾਨ 'ਚ ਜ਼ਰੂਰ ਜਾਣਾ ਹੈ, ਕਿਉਂਕਿ ਉਹਨੇ ਬਹੁਤ ਜ਼ਰੂਰੀ ਮੀਟਿੰਗਾਂ ਕਰਨੀਆਂ ਨੇ ਤੇ ਉਹਦੀ ਗੈਰ ਹਾਜ਼ਰੀ ਨਾਲ ਵੱਡਾ ਘਾਟਾ ਪੈ ਸਕਦਾ ਹੈ। ਕਿਸੇ ਕਾਰਨ ਸੰਬੰਧਿਤ ਵਿਅਕਤੀ ਫਲਾਈਟ ਤੋਂ ਰਹਿ ਜਾਂਦਾ ਹੈ। ਉਡਾਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ ਹੈ। ਜਾਣ ਲਈ ਕਾਲਾ ਵਿਅਕਤੀ ਫਿਰ ਕੁਦਰਤ ਦਾ ਸ਼ੁਕਰਗੁਜ਼ਾਰ ਹੁੰਦਾ ਹੈ ਕਿ ਉਹਦੀ ਫਲਾਈਟ ਮਿਸ ਹੋ ਗਈ ਹੈ ਤੇ ਉਹਨੂੰ ਘਾਟੇ ਦਾ ਕੋਈ ਫਿਕਰ ਨਹੀਂ। ਕੁਦਰਤ ਦੇ ਭੇਤਾਂ ਨੂੰ ਅਸੀਂ ਨਾ ਸਮਝ ਲੋਕ ਸਮਝ ਹੀ ਨਹੀਂ ਸਕਦੇ। ਜ਼ਿੰਦਗੀ ਨੂੰ ਆਪਣੇ ਰੰਗਾਂ 'ਚ ਚਿਤਰਨ ਵਾਲੇ ਲੋਕ ਇਹਦੀ ਵੰਨ-ਸੁਵੰਨਤਾ 'ਚੋਂ ਹੀ ਮਹਿਕਾਂ ਤੇ ਰੰਗਾਂ ਦੀ ਪਾਕੀਜ਼ਗੀ ਤੇ ਤਾਜ਼ਗੀ ਦਾ ਆਨੰਦ ਮਾਣਦੇ ਨੇ। ਅਜਿਹੇ ਪਲ ਹੀ ਸਾਡੇ ਆਪਣੇ ਪਲ ਹੁੰਦੇ ਨੇ। ਲੋਕਾਂ ਦੀਆਂ ਬੇਥਵੀਆਂ ਸੋਚਾਂ ਦੇ ਕੂੜ ਕਬਾੜੇ ਨਾਲ ਆਪਣੇ ਮਸਤਕ ਨੂੰ ਗੰਧਲਾਉਣ ਵਾਲੇ ਲੋਕਾਂ ਤੇ ਤਰਸ ਆਉਂਦਾ ਹੈ। ਜੀਵਨ ਦਾ ਰੰਗ ਨੂੰ ਮਾਣਨ ਤੋਂ ਆਰੀ ਲੋਕ ਵਕਤ ਦੀ ਪੀੜ ਹੁੰਦੇ ਨੇ, ਜਿਹਨੇ ਵਕਤ ਵਿੱਚ ਵਕਤ ਨੂੰ ਪਰੋਣਾ ਹੁੰਦਾ ਹੈ। ਜ਼ਿੰਦਗੀ ਦੇ ਦਰਵਾਜ਼ਿਆਂ 'ਚ ਹੀ ਬੈਠੇ ਰਹਿਣ ਵਾਲੇ ਲੋਕਾਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਸੂਰਜ ਡੁੱਬਦਾ ਨਹੀਂ, ਸਗੋਂ ਸੂਰਜ ਛੁਪਦਾ ਹੈ ਤੇ ਰਾਤ ਦੇ ਗੇੜੇ ਤੋਂ ਬਾਅਦ ਸੂਰਜ ਨੇ ਧਰਤੀ ਨੂੰ ਚਾਨਣ ਤਰੌਂਕਣੀ ਨਾਲ ਸੁੱਚਾ ਕਰਨਾ ਹੁੰਦਾ ਹੈ। ਜ਼ਿੰਦਗੀ ਦੇ ਦਰਵਾਜ਼ਿਆਂ ਤੱਕ ਹੀ ਆਪਣੇ ਆਪ ਨੂੰ ਮਹਿਦੂਦ ਕਰਨ ਵਾਲੇ ਲੋਕਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਕੌਣ ਇਹ ਤਵੱਕੋ ਕਰੇਗਾ ਕਿ ਕਰਮ 'ਚੋਂ ਵਿਸਥਾਰਨ ਵਾਲੇ ਲੋਕ ਹੀ ਆਪਣੇ ਸਮਿਆਂ ਦੀ ਪਛਾਣ ਹੁੰਦੇ ਨੇ। ਜ਼ਿੰਦਗੀ ਦੇ ਦਰਵਾਜ਼ੇ 'ਚ ਪੈਰ ਧਰੋ, ਜੀਵਨ ਤੁਹਾਡਾ ਹਾਰਦਿਕ ਸਵਾਗਤ ਕਰੇਗਾ ਤੇ ਤੁਹਾਡੀ ਤਲੀ ਤੇ ਸੁੱਚਮਤਾ ਦੀ ਪਿਉਂਦ ਲਾਏਗਾ। ਕਦਮ ਕਦਮ ਹੀ ਮਿਲ ਕੇ ਪੈਂਡਾ ਨਿਬੇੜਦੇ ਨੇ ਤੇ ਮੰਜ਼ਿਲਾਂ ਦੀ ਦਸਤਕ ਨੂੰ ਤੁਹਾਡੀ ਬੀਹੀ 'ਚ ਉਤਾਰਦੇ ਨੇ। ਦੂਰ ਦਿਸ ਹੱਦਿਆਂ ਦੀ ਵਿਸ਼ਾਲਤਾ ਨੂੰ ਆਪਣੀ ਵਿਚਾਰਧਾਰਾ 'ਚ ਉਤਾਰਨ ਵਾਲੇ ਕਦੇ ਉਮਰਾਂ ਲੰਮੇ ਕੋਹਾਂ ਤੋਂ ਨਹੀਂ ਡਰਦੇ। ਉਹਨਾਂ ਲਈ ਫਰਿਆਦ ਦੀ ਛੈਣੀ ਪੱਥਰਾਂ ਦੀ ਹਿੱਕ ਚੀਰਨੀ ਹੁੰਦੀ ਏ। ਜ਼ਿੰਦਗੀ ਨੂੰ ਸਾਹਮਣੇ ਹੋ ਕੇ ਟੱਕਰਨ ਵਾਲੇ ਲੋਕ ਵਗਦੇ ਪਾਣੀਆਂ ਵਰਗੇ ਹੁੰਦੇ ਨੇ, ਜਿਨ੍ਹਾਂ ਦਾ ਵਹਾਅ ਦਰਿਆ ਦੀ ਰਵਾਨਗੀ ਤੇ ਉਹਦੇ ਮੁਹਾਨ ਨੂੰ ਨਿਰਧਾਰਤ ਕਰਦਾ ਹੈ।
ਦਰਿਆ ਕਦੇ ਕੰਢਿਆਂ ਨੂੰ ਆਪਣੀ ਮੰਜ਼ਿਲ ਬਾਰੇ ਨਹੀਂ ਪੁੱਛਦਾ, ਪਰ ਕੰਢੇ ਆਪਸੀ ਮਿਲਾਪ ਲਈ ਸਹਿਕਦੇ ਰਹਿੰਦੇ ਨੇ। ਉਹ ਕਦੇ ਵੀ ਦਰਿਆ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਕਿ ਦਰਿਆ ਉਹਨਾਂ ਦਾ ਸੁੱਖ ਸੁਨੇਹਾ ਤਾਂ ਇੱਕ ਦੂਜੇ ਨੂੰ ਹਰ ਦਮ ਪਹੁੰਚਾਉਂਦਾ ਰਹਿੰਦਾ ਹੈ। ਜ਼ਿੰਦਗੀ ਹਰ ਇੱਕ ਨੂੰ ਮੌਕਾ ਪ੍ਰਦਾਨ ਕਰਦੀ ਹੈ। ਅਸੀਂ ਇਹਨਾਂ ਮੌਕਿਆਂ ਨੂੰ ਗਵਾ ਕੇ ਇੱਕ ਪਛਤਾਵਾ ਆਪਣੀ ਤਲੀ ਤੇ ਉਗਾਉਂਦੇ ਤੇ ਫਿਰ ਸਾਰੀ ਉਮਰ ਇਸ ਪਛਤਾਵੇ ਦੀ ਛਾਵੇਂ ਝੂਰਦੇ ਰਹਿੰਦੇ ਹਾਂ। ਮੌਕਿਆਂ ਨੂੰ ਸੰਭਾਲਣ ਵਾਲੇ ਸ਼ਾਹ ਸਵਾਰ ਹੁੰਦੇ ਨੇ ਤੇ ਉਹਨਾਂ ਦੇ ਕਦਮਾਂ 'ਚ ਜੀਵਨ ਦੀ ਆਭਾ ਦਾ ਨਿਖਾਰ ਹੁੰਦਾ ਹੈ। ਯਾਦ ਰੱਖਣਾ, ਕਿਸਮਤ ਰੇਖਾਵਾਂ ਨੂੰ ਕਰਨਾ ਹਰ ਇੱਕ ਦਾ ਵਸ ਨਹੀਂ ਹੁੰਦਾ। ਜ਼ਿੰਦਗੀ ਦੇ ਦਰਾਂ ਦੀ ਨਿਸ਼ਾਨਦੇਹੀ ਕਰਨ ਦੀ ਤੌਫੀਕ ਰੱਖਣ ਵਾਲੇ ਲੋਕ ਹੀ ਜ਼ਿੰਦਗੀ ਨੂੰ ਪਰਿਭਾਸ਼ਿਤ ਕਰਨ ਦਾ ਗੁਰ ਜਾਣਦੇ ਨੇ। ਉਹਨਾਂ ਦੀ ਮਿਕਨਾਤੀਸੀ ਸ਼ਖਸੀਅਤ ਨੇ ਆਪਣੇ ਵਿੱਚੋਂ ਜੀਵਨ ਦੇ ਹਰ ਰੰਗ ਨੂੰ ਉਭਾਰਨਾ ਤੇ ਵਿਸਥਾਰਨਾ ਹੁੰਦਾ ਹੈ। ਜ਼ਿੰਦਗੀ ਦੇ ਜੇਕਰ ਕੁਝ ਦਰ ਬੰਦ ਹੋ ਜਾਂਦੇ ਹਨ ਤਾਂ ਕੁਝ ਦਰ ਖੁੱਲ੍ਹ ਵੀ ਜਾਂਦੇ ਨੇ। ਜ਼ਿੰਦਗੀ ਕਦੇ ਵੀ ਤੁਹਾਡੇ ਕਦਮਾਂ ਮੂਹਰੇ ਕੰਧ ਨਹੀਂ ਉਸਾਰਦੀ, ਇੱਕ ਰਾਹ ਜਾਂ ਲਾਂਘਾ ਜ਼ਰੂਰ ਛੱਡਦੀ ਏ ਤੇ ਇਸ ਵਿੱਚੋਂ ਅੰਦਰ ਝਾਤ ਮਾਰ ਕੇ ਇਹਦੇ ਅੰਤਰੀ ਵਿੱਚੋਂ ਅਸੀਂ ਕੀ ਤਲਾਸ਼ਣਾ ਹੈ, ਇਹ ਹਰ ਇੱਕ ਦੀ ਸਮਰੱਥਾ ਤੇ ਸੰਭਾਵਨਾ ਤੇ ਨਿਰਭਰ ਕਰਦਾ ਹੈ। ਜ਼ਿੰਦਗੀ ਦੇ ਦਰ ਇਕਸਾਰ ਨਹੀਂ ਹੁੰਦੇ, ਉਹ ਵਿਅਕਤੀ ਦੀ ਸੋਚ ਉਡਾਨ, ਉਹਦੇ ਸੁਪਨਿਆਂ ਦੀ ਪਰਵਾਜ਼ ਤੇ ਸੁਪਨਿਆਂ ਨੂੰ ਸੰਪੂਰਨਤਾ ਪ੍ਰਤੀ ਲਗਨ ਤੇ ਨਿਰਭਰ ਕਰਦਾ ਹੈ। ਵੱਡੇ ਦਰਵਾਜ਼ਿਆਂ ਵਾਲੇ ਲੋਕਾਂ ਨੂੰ ਛੋਟੇ ਦਾਇਰੇ ਨਹੀਂ ਸੁਖਾਉਂਦੇ ਤੇ ਨਿੱਕੇ ਦਰ ਹਾਥੀਆਂ ਵਾਲਿਆਂ ਨਾਲ ਯਾਰਾਨੇ ਨਹੀਂ ਪੁਗਾ ਸਕਦੇ। ਜ਼ਿੰਦਗੀ ਦੇ ਦਰਵਾਜ਼ੇ ਹਰ ਇੱਕ ਲਈ ਖੁੱਲ੍ਹੇ ਹੁੰਦੇ ਨੇ, ਸਾਡੀ ਉਡੀਕ ਕਰਦੇ ਨੇ, ਸਾਨੂੰ ਹਾਕਰਾਂ ਮਾਰਦੇ ਨੇ, ਪਰ ਅਸੀਂ ਇੰਨੇ ਬੇਧਿਆਨੇ ਆ ਕਿ ਹੁੰਗਾਰਾ ਭਰਨ ਦੀ ਲੋੜ ਹੀ ਨਹੀਂ ਸਮਝਦੇ। ਜ਼ਿੰਦਗੀ ਦੇ ਖੁੱਲ੍ਹੇ ਦਰਾਂ ਦਾ ਸਤਿਕਾਰ ਕਰੋ, ਉਹਨਾਂ ਦੀ ਮਹਿਮਾਨ ਨਿਵਾਜ਼ੀ ਤੇ ਸ਼ੁਭ ਚਿੰਤਨ ਦਾ ਲਾਹਾ ਲਓ, ਸਾਡੇ ਧੰਨ ਭਾਗ ਹੋਣਗੇ। ਜ਼ਿੰਦਗੀ ਦੇ ਦਰਾਂ ਦੀ ਅਣਦੇਖੀ ਕਰਨ ਵਾਲੇ ਲੋਕ ਵਕਤ ਦਾ ਸਭ ਤੋਂ ਵੱਡਾ ਗੁਨਾਹ ਹੁੰਦੇ ਨੇ, ਜਿਨ੍ਹਾਂ ਦਾ ਸੰਤਾਪ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ ਹੈ। ਜ਼ਿੰਦਗੀ ਦੇ ਦਰਾਂ ਨੂੰ ਜਦ ਕੋਈ ਠਕੋਰਦਾ ਤਾਂ ਉਹਨਾਂ ਦੇ ਚਿਹਰੇ ਤੇ ਫੈਲਿਆ ਹੋਇਆ ਨੂਰ ਕਈ ਪੀੜ੍ਹੀਆਂ ਦੀ ਸੋਚ ਵਿੱਚ ਚਾਨਣ ਦਾ ਜਾਗ ਲਾਉਣ ਦੀ ਸਮਰੱਥਾ ਰੱਖਦਾ ਹੈ। ਜਦ ਇੱਕ ਵਿਅਕਤੀ ਜ਼ਿੰਦਗੀ ਦੇ ਦਰਾਂ ਦੀ ਅਕੀਦਤ ਕਰਦਾ ਹੈ, ਉਹਦੀਆਂ ਕਈ ਕੁਲਾਂ ਤਰ ਜਾਂਦੀਆਂ ਨੇ। ਇੱਕ ਹੀ ਪਰਿਵਾਰ ਦੇ ਵੱਖਰੇ ਵੱਖਰੇ ਮੈਂਬਰਾਂ ਦੀ ਜ਼ਿੰਦਗੀ ਤੇ ਝਾਤ ਮਾਰਨੀ ਤੁਹਾਨੂੰ ਉਹਨਾਂ ਵਿਚਲਾ ਵੱਖਰੇਵੇਂ ਦਾ ਆਧਾਰ ਜ਼ਰੂਰ ਨਜ਼ਰ ਆਏਗਾ। ਇਹ ਮੌਕੇ ਦੀ ਸਮੇਂ ਸਿਰ ਵਰਤੋਂ, ਖੁੰਝੇ ਹੋਏ ਵਕਤ ਦੀ ਤਰਾਸਦੀ ਜਾਂ ਕਿਸੇ ਵੱਲੋਂ ਸਹੀ ਸਮੇਂ ਤੇ ਲਿਆ ਗਿਆ ਸਹੀ ਜਾਂ ਗਲਤ ਫੈਸਲਾ ਵੀ ਹੋ ਸਕਦਾ ਹੈ। ਜ਼ਿੰਦਗੀ ਸਭ ਨੂੰ ਮੌਕੇ ਬਖਸ਼ਦੀ ਹੈ, ਪਰ ਇਹਦੀ ਵਰਤੋਂ ਵਿਚਲਾ ਅੰਤਰ ਹੀ ਸਾਡੇ ਸਮੁੱਚੇ ਜੀਵਨ ਤੇ ਚਿਰਸਥਾਈ ਫਰਕ ਪੈਦਾ ਕਰਨ ਦਾ ਕਾਰਨ ਬਣ ਜਾਂਦਾ ਹੈ। ਜ਼ਿੰਦਗੀ ਦੇ ਦਰਾਂ 'ਚ ਜਾ ਕੇ ਅਸੀਂ ਆਪਣੀ ਸੋਚ ਤੇ ਸਮਰੱਥਾ ਅਨੁਸਾਰ ਇਹਦੀ ਮੁਹਾਰ ਮੋੜਨ ਦੇ ਯੋਗ ਹੋ ਸਕਦੇ ਹਾਂ। ਇਹਦੇ ਪੈਰਾਂ 'ਚ ਬੇੜੀਆਂ ਵੀ ਪਾ ਸਕਦੇ ਹਾਂ, ਜੈ ਨੂੰ ਰਵਾਨੀ ਵੀ ਬਖਸ਼ ਸਕਦੇ ਹਾਂ। ਇਹ ਸਾਡੇ ਤੇ ਨਿਰਭਰ ਕਰਦਾ ਹੈ। ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਦੇ ਪਹਿਰੇ ਹੇਠ ਜਦ ਇੱਕ ਦਰ ਖੁੱਲ੍ਹਦਾ ਹੈ ਤਾਂ ਮਹਿਕੀਲੀ ਫਿਜ਼ਾ ਤੁਹਾਡੀ ਮਾਨਸਿਕ ਤਾਜ਼ਗੀ ਦਾ ਸਬੱਬ ਬਣਦੀ ਹੈ ਤੇ ਤੁਸੀਂ ਇਸ 'ਚੋਂ ਜੀਵਨ ਦੀ ਵੰਨ-ਸੁਵੰਨਤਾ ਨੂੰ ਨਿਹਾਰਦੇ ਹੋ। ਜ਼ਿੰਦਗੀ ਦੇ ਦਰਾਂ ਨੂੰ ਆਪਣੇ ਨਜ਼ਰ ਦੇ ਦਿਸਹੱਦਿਆਂ 'ਚ ਚਿਤਰਨ ਵਾਲੇ ਲੋਕ ਸਫਲਤਾ ਦੇ ਨਵੇਂ ਮਿਆਰ ਨਿਰਧਾਰਿਤ ਕਰਦੇ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਇਹਨੂੰ ਪ੍ਰਾਪਤ ਕਰਨ ਲਈ ਲੰਮੀ ਜਦੋਜਹਿਦ ਕਰਦੀਆਂ ਨੇ। ਜ਼ਿੰਦਗੀ ਦੇ ਦਰ ਸਭ ਲਈ ਖੁੱਲ੍ਹੇ ਰਹਿਣ, ਹਰ ਇੱਕ ਨੂੰ ਜੀ ਆਇਆਂ ਕਹਿਣ, ਹਰ ਇੱਕ ਦੀਆਂ ਆਸਾਂ ਨੂੰ ਫਲਣ ਤੇ ਫੁੱਲਰਨ ਦੀ ਅਸੀਸ ਦੇਣ ਤੇ ਉਮਰਾਂ ਦੇ ਚਾਵਾਂ ਦੀ ਮਹਿੰਦੀ ਲਾਉਣ। ਜ਼ਿੰਦਗੀ ਦਾ ਸਿਰਨਾਵਾਂ ਬਣਨ ਵਾਲੇ ਦਰ ਸਾਡੇ ਸਭਨਾਂ ਲਈ ਖੁੱਲ੍ਹੇ ਰਹਿੰਦੇ ਨੇ, ਪਰ ਇਹਨਾਂ ਦੀ ਨਿਸ਼ਾਨਦੇਹੀ ਜ਼ਰੂਰ ਕਰਦੇ ਰਹਿਣਾ। ਤੁਹਾਡੀ ਨਿੱਕੀ ਜਿਹੀ ਕੁਤਾਹੀ ਜ਼ਿੰਦਗੀ ਦੇ ਅਰਥਾਂ ਦਾ ਅਨਰਥ ਕਰ ਸਕਦੀ ਹੈ। ਸਦਾ ਖੁੱਲ੍ਹਦੇ ਰਹਿਣ ਜ਼ਿੰਦਗੀ ਦੇ ਦਰ, ਇਹਨਾਂ 'ਚ ਗੂੰਜਦਾ ਰਹੇ ਸੁਪਨਿਆਂ ਤੇ ਸਫਲਤਾਵਾਂ ਦਾ ਰੰਗਲਾ ਸੰਗੀਤ, ਪੈਂਦੀ ਰਹੇ ਚਾਵਾਂ ਦੀ ਧਮਾਲ ਤੇ ਸਦਾ ਜੀਵੰਤ ਰਹੇ ਜੀਵਨ ਦੇ ਮੁਖੜੇ ਦਾ ਜਲਾਲ। ਜ਼ਿੰਦਗੀ ਦੇ ਦਰਾਂ ਨੂੰ ਦੇਖਣ ਲਈ ਆਪਣੀ ਸੋਚ, ਸਾਧਨਾ ਤੇ ਸਮਰਪਿਤਾ ਦੇ ਕਵਾੜ ਜ਼ਰੂਰ ਖੁੱਲ੍ਹੇ ਰੱਖਣਾ। ਧੰਨਵਾਦ।